ਨਾਲ ਜਿੱਥੇ ਅਸੀਂ ਲਾਸਟ ਟਾਈਮ we stopped though, but ਜਾਣ ਤੋਂ ਪਹਿਲੇ if anybody can volunteer today from whoever is listening, if we can summarize last week's discussion in 2-3-4 ਮਿੰਟਾਂ ਵਿੱਚ ਅਗਰ ਕੋਈ ਕਰਕੇ ਮੈਨੂੰ ਵੀ ਪਤਾ ਲੱਗਿਆ ਵੀ ਕਿੰਨੀ ਕੋਈ ਸਮਝੇ ਤੇ ਕਿੰਨਾ ਕੋਈ ਲਿਖਿਆ ਤੇ ਅਗਰ ਕੋਈ ਕਰੇਗਾ ਤੇ ਬੜੀ ਖੁਸ਼ੀ ਹੋਏਗੀ, ਜੇ ਨਹੀਂ ਕਰੋਗੇ ਤਾਂ ਫਿਰ ਮੈਂ ਆਪ ਕਰਾਂਗਾ. So I'll wait to see who volunteers. Anybody who wants to volunteer. I can. ਤੁਸੀਂ attempt ਕਰੋ between 2 to 3 minutes, 2 to 4 minutes to summarize ਕਰੋ last week ਦੀ discussion. You talked about the family tree from ਹਾਂਜੀ Guru Hargobind Singh Ji. ਗੁਰੂ ਹਰਗੋਬਿੰਦ ਸਿੰਘ ਨਹੀਂ ਸਨ ਲੱਗਿਆ ਤਾਂ ਗੁਰੂ ਹਰਗੋਬਿੰਦ ਸਿੰਘ ਜੀ ਸਿੰਘ ਨਾਮ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਸੰਚਾਰ ਸੈਰੇਮਨੀ ਤੋਂ ਬਾਅਦ ਸਿੰਘ ਹੋਇਆ. ਹਾਂਜੀ ਤੇ ਉਹਨਾਂ ਦੇ ਐਲਡੈਸਟ ਸਨ ਜਿਸ ਤਰ੍ਹਾਂ ਬਾਬਾ ਗੁਰਦਿੱਤਾ ਜੀ ਸੀ, ਹਾਂਜੀ ਉਹਨਾਂ ਤੋਂ ਗੁਰਗੱਦੀ ਉਸ ਲਾਈਨੇਜ ਤੋਂ ਚਲੀ. ਤੇ ਕਿਹਨੂੰ ਮਿਲੀ ਫਿਰ ਗੁਰਗੱਦੀ? ਕੌਣ ਹਾਊ ਨੈਕਸਟ ਗੁਰੂ ਰਿਲੇਟਡ ਟੂ? ਹਾਂਜੀ ਉਹਨਾਂ ਦੇ ਯੰਗਰ ਸਨ ਗੁਰੂ ਹਰ ਰਾਏ ਜੀ ਬਣੇ. ਗੁਰੂ ਹਰ ਰਾਏ, ਸੋ ਉਹਨਾਂ ਦੇ ਗ੍ਰੈਂਡਸਨ ਸਨ ਗੁਰੂ ਹਰਗੋਬਿੰਦ ਮਹਾਰਾਜ ਦੇ ਗ੍ਰੈਂਡਸਨ ਨੂੰ ਗੁਰਗੱਦੀ ਗਈ, ਜਿਹੜੀ ਬਾਬਾ ਗੁਰਦਿੱਤਾ ਜੀ ਦੇ ਐਲਡਰ ਉਹਨਾਂ ਦੇ ਵੱਡੇ ਬੇਟੇ ਸਨ ਉਹਨਾਂ ਦੇ. ਹਾਂਜੀ ਉਸ ਤੋਂ ਬਾਅਦ ਆਮ ਸੌਰੀ ਛੋਟੇ ਬੇਟੇ ਸਨ ਉਹਨਾਂ ਦੇ, ਵੱਡੇ ਬੇਟੇ ਸਨ ਗੁਰੂ ਹਰ ਰਾਏ ਜੀ. ਹਾਂਜੀ ਉਸ ਤੋਂ ਬਾਅਦ ਫਿਰ you said was a younger son of Guru Hargobind Singh Ji, Baba Gurditta Ji. ਹਾਂਜੀ ਅੱਗੇ ਚਲੋ. ਉਸ ਤੋਂ ਬਾਅਦ ਫਿਰ ਗੁਰਗੱਦੀ ਗਈ ਗੁਰੂ ਹਰਕ੍ਰਿਸ਼ਨ ਜੀ ਨੂੰ, ਉਹ ਉਹਨਾਂ ਦੇ ਛੋਟੇ ਬੇਟੇ ਸਨ ਗੁਰੂ ਹਰ ਰਾਏ ਜੀ ਦੇ. ਬਿਲਕੁਲ. ਤੇ then you also talked about the rest of the family tree, ਬੀਬੀ ਵੀਰੋ ਜੀ, ਸੂਰਜਮਲ ਜੀ, ਅਨੀ ਰਾਏ, ਅਟਲ ਰਾਏ. That's right. ਉਹ ਜਿਹੜੇ ਉਹਨਾਂ ਦੇ ਗੁਰੂ ਹਰਗੋਬਿੰਦ ਜੀ ਦੇ ਅਦਰ ਉਹਨਾਂ ਦੇ ਔਲਾਦ ਸੀ. ਤੇ ਉਹਨਾਂ ਦੇ ਇੱਕ one of his son was ਤਿਆਗਮਲ ਜੀ, ਜਿਹੜੇ ਬਾਅਦ ਵਿੱਚ ਗੁਰੂ ਤੇਗ ਬਹਾਦਰ ਜੀ ਬਣੇ. So the lineage went from Guruship went from Guru Hargobind Ji to his grandson to his great grandson, and then went back to his son. So that was unique. That is correct. Yeah. Unique thing. Also, it sounds logical in hindsight, but one can imagine that as the Guruship is passed away, it must be very challenging because all their cousins and others would also probably claim Guruship. So, yeah, because lot of people, Virji, the reason is कि lot of people didn't understand कि ये Guruship कोई kingship नहीं है, ये कोई राजगद्दी नहीं है. That's what people, that what Prithi Chand didn't understand either. That's what Datu did not understand. This is not. If everybody can please mute themselves. Sweetie, देखला तुसी if you can. Okay, let me see. Okay. So other thing you talked about was the unique Guru Tegh Bahadur Ji had while he was growing up, of meeting Baba Buddha Ji, who was at the time of Guru Nanak Dev Ji, Pai Gurdas Ji as well, and actually getting trained by both of them. So in some ways, the spirituality was there from the get-go. And that's right. Then the amount of meditation he did in Pora Sahib. So ਪਹਿਲੇ 10-11 ਸਾਲ ਜ਼ਿੰਦਗੀ ਦੇ ਉਹਨਾਂ ਨੇ ਜਿਹੜੀ ਉਹਨਾਂ ਦੀ ਬਰਥ ਪਲੇਸ ਹੈ ਅੰਮ੍ਰਿਤਸਰ, ਉੱਥੇ ਬਿਤਾਏ ਉਹਨਾਂ ਨੇ. That's where ਉਹਨਾਂ ਦਾ ਚਾਈਲਡਹੁੱਡ ਸਾਰਾ ਅੰਮ੍ਰਿਤਸਰ ਬੀਤਿਆ ਸਾਰਾ. You know. And then ਜਦੋਂ 11-12 ਸਾਲ ਦੇ ਹੋਏ ਤੇ ਕਿੱਥੇ ਮੂਵ ਹੋਏ ਉਸ ਤੋਂ ਬਾਅਦ ਫਿਰ? I think you said ਤੁਸੀਂ ਉਸ ਵੇਲੇ ਕਿਹਾ ਸੀ ਕਿ ਕਰਤਾਰਪੁਰ and I want to make sure ਕਿ ਕਰਤਾਰਪੁਰ confusion ਨਾ ਹੋਏ. ਦੋ ਕਰਤਾਰਪੁਰ ਹਨ, ਇੱਕ ਪਾਕਿਸਤਾਨ ਵਿੱਚ ਹੈ ਰਾਵੀ ਦੇ ਕੰਢੇ ਜਿਹੜਾ ਗੁਰੂ ਨਾਨਕ ਪਾਤਸ਼ਾਹ ਨਾਲ ਸੰਬੰਧਿਤ ਜਿਹੜਾ ਸਥਾਨ ਹੈ. ਇਹ ਦੂਸਰਾ ਕਰਤਾਰਪੁਰ ਹੈ ਜਲੰਧਰ ਦੇ ਕੋਲ GT ਰੋਡ ਦੇ ਉੱਤੇ, ਜਿਹੜਾ ਸਥਾਨ ਹੁਣ ਸੋਢੀਆਂ ਨਾਲ ਸੰਬੰਧਿਤ ਹੈ. ਉੱਥੇ ਮਹਾਰਾਜ ਕਰਤਾਰਪੁਰ ਰਹੇ ਤੇ ਕਰਤਾਰਪੁਰ ਉਹਨਾਂ ਦੀ ਜਿਹੜੀ ਅਗਲੇ 2-3 ਸਾਲ ਜਿਹੜੇ ਹਨ ਕਰਤਾਰਪੁਰ ਬੀਤੇ ਉਹਨਾਂ ਦੇ. ਹਾਂਜੀ ਕੰਟੀਨਿਊ ਜੀ. ਉਸ ਤੋਂ ਬਾਅਦ ਤੁਸੀਂ you talked about the Guru Har Rai Ji and Guru Harkrishan Ji. ਨਹੀਂ, ਉਸ ਤੋਂ ਬਾਅਦ 1635 ਵਿੱਚ ਕਰਤਾਰਪੁਰ ਵੱਡੀ ਬੈਟਲ ਹੋਈ, ਬੈਟਲ ਆਫ ਕਰਤਾਰਪੁਰ, ਜਿੱਥੇ ਉਹ ਬੜੇ ਬਹਾਦਰੀ ਨਾਲ ਲੜੇ ਉੱਥੇ 14 ਸਾਲ 15 ਸਾਲ ਦੀ ਉਮਰ ਵਿੱਚ. ਤੇ ਉੱਥੇ ਮਹਾਰਾਜ ਬੜੇ ਖੁਸ਼ ਹੋਏ ਉਹਨਾਂ ਤੋਂ ਤੇ ਉਹਨਾਂ ਨੇ ਉਹਨਾਂ ਦਾ ਨਾਂ ਤਿਆਗਮਲ ਤੋਂ
ਤੇਗ ਬਹਾਦਰ ਨਾਂ ਰੱਖਿਆ ਕਿ ਤੁਸੀਂ ਤਲਵਾਰ ਦੇ ਧਨੀ ਹੋ ਬੜੇ। ਇਹ ਗੱਲ 1635 ਦੇ ਕਰੀਬ ਦੀ ਹੈ, 1635 ਦੇ ਆਸ-ਪਾਸ। ਤੇ ਉਸ ਬੈਟਲ ਤੋਂ ਬਾਅਦ ਮਹਾਰਾਜ ਨੇ ਉੱਥੇ ਫਿਰ ਉਹਨਾਂ ਨੂੰ ਹੁਕਮ ਕੀਤਾ, ਉਹਨਾਂ ਨੂੰ ਤੇ ਮਾਤਾ ਨਾਨਕੀ ਜੀ ਨੂੰ, ਕਿ ਤੁਸੀਂ ਬਾਬਾ ਬਕਾਲੇ ਚਲੇ ਜਾਓ, ਤੁਸੀਂ ਉੱਥੇ ਰਹੋ ਜਾ ਕੇ, ਇੱਥੇ ਨਹੀਂ ਰਹਿਣਾ ਤੁਸੀਂ। ਉਹ ਕਿਉਂ ਕਿਹਾ ਉਹਦੇ ਉੱਤੇ ਮੈਂ ਬਹਿਸ ਨਹੀਂ ਕਰਨੀ ਤੇ ਨਾ ਮੈਂ ਕੋਈ ਇੰਟਰਟੇਨ ਕਰਨੇ ਉਹਦੇ ਕੁਐਸਚਨ ਕਿ why did the guru thought that and that's the way it ends, I mean, ਉਹਨਾਂ ਦਾ ਹੁਕਮ ਸੀ ਕਿ ਤੁਸੀਂ ਬਾਬਾ ਬਕਾਲਾ ਚਲੇ ਜਾਓ। ਐਂਡ ਫਿਰ ਉਹ ਬਾਬਾ ਬਕਾਲਾ ਚਲੇ ਜਾਂਦੇ ਹਨ। ਤੇ ਕਿੰਨੀ ਦੇਰ ਵਾਸਤੇ ਰਹਿੰਦੇ ਹਨ approximately ਬਾਬਾ ਬਕਾਲੇ? does anybody remember what I said? 22 years, 22 ਸਾਲ, ਕਾਫੀ ਲੰਬਾ ਅਰਸਾ ਬਾਬਾ ਬਕਾਲੇ ਰਹਿੰਦੇ ਹਨ। ਤੇ ਗੁਰੂ ਹਰਗੋਬਿੰਦ ਮਹਾਰਾਜ ਦੇ ਜੋਤੀ ਜੋਤ ਸਮਾਨ ਤੱਕ ਆਂਦੇ ਜਾਂਦੇ ਹਨ। ਕਦੀ ਬਾਬਾ ਬਕਾਲਾ ਰਹਿੰਦੇ ਹਨ, ਕਦੀ ਕੀਰਤਪੁਰ ਸਾਹਿਬ ਜਾਂਦੇ ਹਨ, ਕਦੀ ਕਰਤਾਰਪੁਰ ਸਾਹਿਬ ਜਾਂਦੇ ਹਨ, ਦਰਸ਼ਨ ਕਰਦੇ ਹਨ ਪਿਤਾ ਗੁਰੂ ਦੇ, ਵਾਪਸ ਚਲੇ ਜਾਂਦੇ ਹਨ। ਲੇਕਿਨ ਗੁਰੂ ਹਰਗੋਬਿੰਦ ਮਹਾਰਾਜ ਦੇ ਜੋਤੀ ਜੋਤ ਸਮਾਉਂਦੇ ਹਨ 1644 ਵਿੱਚ, ਤੇ 1644 ਤੋਂ ਬਾਅਦ ਉਹ ਬਾਬਾ ਬਕਾਲਾ ਹੀ ਰਹਿੰਦੇ ਹਨ। ਹਾਂਜੀ ਕੰਟੀਨਿਊ ਜੀ। If somebody else wants to continue from Narinder Vijay is more than welcome. More people can participate, but if not, then I like to have Narinder Vijay continue. ਉਸ ਤੋਂ ਬਾਅਦ ਮੱਖਣ ਸ਼ਾਹ ਲੁਬਾਣੇ ਦੀ ਸਾਖੀ ਤੁਸੀਂ ਬਹੁਤ ਅੱਛੀ ਤਰ੍ਹਾਂ ਐਕਸਪਲੇਨ ਕੀਤੀ ਸੀ। ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਬਾਬਾ ਬਕਾਲੇ ਜਿਹੜੇ ਜਦੋਂ 20 ਸਾਲ ਜਿਹੜੇ ਰਹੇ ਉੱਥੇ ਉਹਨਾਂ ਨੇ ਫਿਰ ਭੋਰਾ ਸਾਹਿਬ ਉੱਥੇ ਆਪਣੇ ਵਾਸਤੇ ਇੱਕ ਲਗਾਇਆ, ਜਿਹੜਾ ਹੁਣ ਤੱਕ ਜੇ ਦਰਸ਼ਨ ਤੁਸੀਂ ਕਰ ਸਕਦੇ ਹੋ। ਉੱਥੇ ਉਹਨਾਂ ਨੇ ਬਹੁਤ ਭਾਰੀ ਤਪ ਕੀਤਾ, ਉਹਨਾਂ ਨੇ ਕਾਫੀ ਦੇਰ ਮੈਡੀਟੇਟ ਕੀਤਾ ਉਹਨਾਂ ਨੇ, ਕਾਫੀ ਦੇਰ। I talked about that. ਤੇ ਭੋਰਾ ਸਾਹਿਬ ਦੇ ਦਰਸ਼ਨ ਤੁਸੀਂ ਹੁਣ ਵੀ ਜਾਓ, ਬਾਬਾ ਬਕਾਲੇ ਤੁਸੀਂ ਕਰ ਸਕਦੇ ਹੋ ਉੱਥੇ ਦਰਸ਼ਨ। ਹਾਂਜੀ ਕੰਟੀਨਿਊ ਜੀ। ਤੁਸੀਂ you talked about his two journeys, ਦੋ ਉਹਨਾਂ ਦੇ ਕੁਰੂਕਸ਼ੇਤਰ ਵਾਲੇ ਪਾਸੇ ਹਰਿਦੁਆਰ ਤੱਕ ਗਏ। ਹਾਂਜੀ। ਬਾਅਦ from 1657 and then other one you mentioned in 1660 to 1664, the long That's tour right. in India. ਪਟਨਾ ਤੱਕ, ਬਨਾਰਸ ਤੱਕ ਉਹ ਜਰਨੀ ਗਈ। ਉਹ ਪਹਿਲਾ ਈਸਟਰਨ ਇੰਡੀਆ ਦਾ ਜਿਹੜਾ ਟ੍ਰਿਪ ਸੀ ਉਹਨਾਂ ਦਾ। ਤੇ ਸਾਰੇ ਜਿਹੜੇ ਵੱਡੇ ਤੀਰਥ ਸਥਾਨ ਸਨ, ਕੁਰੂਕਸ਼ੇਤਰ ਹੈ, ਦਿੱਲੀ, ਮਥੁਰਾ, ਆਗਰਾ, ਪ੍ਰਯਾਗ, ਬਨਾਰਸ, ਇਹਦੇ ਚ ਕੋਈ ਹੈਰਾਨਗੀ ਨਾ ਹੋਵੇ। ਗੁਰੂ ਨਾਨਕ ਦੇਵ ਜੀ ਵੀ ਹਰ ਆਲਮੋਸਟ ਐਵਰੀ ਇੰਪੋਰਟੈਂਟ ਹਿੰਦੂਆਂ ਦੇ, ਬੁੱਧਿਸਟ ਐਂਡ ਮੁਸਲਿਮ ਸਾਰੇ ਤੀਰਥ ਸਥਾਨ, ਚਾਹੇ ਪਾਕਪਟਨ ਸੀ, ਚਾਹੇ ਮੁਲਤਾਨ ਸੀ, ਚਾਹੇ ਮੱਕਾ ਸੀ, ਚਾਹੇ ਮਦੀਨਾ ਸੀ, ਚਾਹੇ ਬਗਦਾਦ ਸੀ, ਤੇ ਕੰਧਾਰ, ਜਿੱਥੇ ਇੰਪੋਰਟੈਂਟ ਜਿਹੜੇ ਤੀਰਥ ਸਥਾਨ ਸਨ, ਮਹਾਰਾਜ ਉੱਥੇ ਗਏ ਹਨ ਹਰ ਜਗ੍ਹਾ। ਹਿੰਦੂ ਤੀਰਥ ਸਥਾਨਾਂ ਤੇ ਵੀ ਗਏ ਹਨ, ਤੇ ਇਸਲਾਮ ਦੇ ਜਿਹੜੇ ਵੱਡੇ ਸੈਂਟਰ ਸਨ ਉਸ ਲਈ ਉੱਥੇ ਵੀ ਗਏ ਹਨ। ਉਸੇ ਐਗਜ਼ਾਮਪਲ ਉਹਨਾਂ ਨੇ ਆਪਣੇ ਗੁਰੂ ਨੂੰ ਫੋਲੋ ਕੀਤਾ ਹੈ। ਹਾਂਜੀ। ਤੇ ਇਹ ਜਿਹੜੀ ਫਰਸਟ ਜਿਹੜੀ ਵੱਡੀ ਜਰਨੀ ਸੀ ਉਹ ਕਦੋਂ ਖਤਮ ਹੋਈ ਉਹਨਾਂ ਦੀ? I think ਤੁਸੀਂ ਕਿਹਾ ਸੀ 1657 ਤੋਂ 1660 ਤੋਂ ਲੈ ਕੇ 16 ਜਿਹੜੀ ਸੈਕੰਡ ਜਰਨੀ ਮੈਂ ਕਹਿ ਰਿਹਾ, ਜਿਹੜੀ 64 ਚ ਖਤਮ ਹੋਈ। ਤੇ 1664 ਵਿੱਚ ਆਲਸੋ ਗੁਰੂ ਹਰਕ੍ਰਿਸ਼ਨ ਜੀ ਉਹ ਜੋਤੀ ਜੋਤ ਸਮਾਏ ਹਨ। ਤੇ ਉਸ ਤੋਂ ਬਾਅਦ ਫਿਰ ਅਸੀਂ ਐਜ਼ ਫੁਲਰ ਵੀਰ ਜੀ ਪੁਆਇੰਟਡ ਆਊਟ ਕਿ ਫਿਰ ਅਸੀਂ ਉਹ ਪੂਰੀ ਸਾਖੀ ਸੁਣੀ ਉਹਨਾਂ ਦੀ, ਮੱਖਣ ਸ਼ਾਹ ਲੁਬਾਣਾ ਦੀ। ਹਾਂਜੀ, ਮੈਂ ਉਹਦੀ ਕਾਪੀ ਪਾਤੀ ਸੀ, ਉਹਦੀ ਪਿਕਚਰ ਮੈਂ ਸੂਰਜ ਪ੍ਰਕਾਸ਼ ਤੋਂ ਉਸ ਦਿਨ। ਪਹਿਲੇ ਟਾਈਮ ਨਹੀਂ ਮਿਲਿਆ, ਫਿਰ ਮੈਂ ਜਿਸ ਦਿਨ ਜਾਣਾ ਸੀ ਮੈਂ ਕਿਹਾ ਅੱਜ ਮੈਂ ਜ਼ਰੂਰ ਪਾ ਕੇ ਜਾਵਾਂਗਾ। So if somebody wants to read those 4 lines, it's there. ਹਾਂਜੀ, ਉਸ ਤੋਂ ਬਾਅਦ ਕੀ ਹੋਇਆ ਜੀ? ਫਿਰ ਕੋਈ ਵॉलंटियर ਦੂਸਰਾ ਕਰੇਗਾ ਜਾਂ ਨਰਿੰਦਰ ਜੀ ਬੋਲਣਗੇ? ਵੀਰ ਜੀ, then you talk about him conceiving after 33 years, ਜਦੋਂ ਗੁਰੂ ਗੋਬਿੰਦ ਸਿੰਘ ਜੀ। ਹਾਂਜੀ, ਸੋ ਨਹੀਂ, ਉਸ ਤੋਂ ਬਾਅਦ ਫਿਰ ਜਦੋਂ ਗੁਰੂ ਬਣਨ ਤੋਂ I think I probably left it at that point, ਜਦੋਂ ਗੁਰਿਆਈ ਦਿੱਤੀ ਗਈ ਉਹਨਾਂ ਨੂੰ, ਤੇ ਬਾਕੀ 22 ਗੁਰੂ ਹੋਰ ਨਕਲੀ ਗੁਰੂ ਬਣ ਕੇ ਬਾਬਾ ਬਕਾਲੇ ਪਹੁੰਚ ਗਏ। ਉੱਥੇ ਫਿਰ ਮੱਖਣ ਸ਼ਾਹ ਲੁਬਾਣਾ ਦੇ ਨਾਲ ਉਹ ਵਰਤਿਆ ਸਾਰਾ ਸਾਕਾ, ਅਸਲੀ ਗੁਰੂ ਮਿਲ ਗਿਆ। ਤੇ ਜਦੋਂ ਅਸਲੀ ਗੁਰੂ ਮਿਲ ਗਿਆ ਤੇ And if we could just like read these in my eyes. I think somebody is ਹਾਂਜੀ, ਤੁਸੀਂ ਅਨਮਿਊਟ ਕਰ ਲਓ ਕਮਲਵੀਰ ਜੀ, ਤੁਸੀਂ ਮਿਊਟਡ ਹੋ। Surinder ji, before we even reach this point, you also explained about the Ram Rai and also the relationship and also of Dheermal also. That's which is right. very, very, very important to understand further now. That's right.
और So ਉਹਦੇ ਬਾਅਦ Tirmal was the elder son of Baba Gurditta ji, and how he claimed कि he is supposed to be the next guru, and he did not let Guru Tegh Bahadur ने बड़ियां issues आई. Continue कमलवीर जी, ਤੁਸੀਂ continue कर सकते हो उस point ਤੋਂ, summarize कर लो बात दी जो summarize करना है ਤੁਹਾਨੂੰ. Okay, so so you know we did go further on that, you know, ਕਿ ਤੀਰਮਲ ਨੇ ਕਿਸ ਤਰ੍ਹਾਂ oppose ਕੀਤਾ, ਤੁਸੀਂ ਦੱਸਿਆ ਕਿਸ ਤਰ੍ਹਾਂ ਉਹਨੇ ਆਪਣੇ ਆਪ ਨੂੰ ਗੁਰੂ ਉਤਾਰਿਆ, ਮੱਖਣ ਸ਼ਾਹ ਦੀ ਤੇ ਹੋਈ ਸਾਖੀ, ਪਲੱਸ ਉਹਨੇ ਫਿਰ ਗੋਲੀ ਤੱਕ ਚਲਾਈ That's on right. Guru Tegh Bahadur Sahib. That's And you right. know, because he had a personal army to support him. ਪਰ That's right. ਕਿਰਪਾ ਦੇਖੋ ਵਾਹਿਗੁਰੂ ਦੀ ਕਿ ਮੱਖਣ ਸ਼ਾਹ ਦੀ ਆਪਣੀ ਆਰਮੀ ਸੀ, ਐਂਡ ਯੂ نو ਉਹਨੇ ਆਪਣੀ ਆਰਮੀ ਵੀ ਨਾਲ ਭੇਜੀ ਅਗੇਂਸਟ ਹਿਮ, ਯੂ نو, ਸੋ ਟੂ ਪ੍ਰੋਟੈਕਟ ਨਾਟ ਦ ਗੁਰੂ ਨੂੰ ਪ੍ਰੋਟੈਕਟ ਨਹੀਂ ਕਰਨਾ ਬਲਕਿ ਉਸ ਨੂੰ ਲੈਸਨ ਸਿਖਾਉਣ ਵਾਸਤੇ. That's right. Dheermal. And you know, and he was declared the guru after that, you know. That's right. by him, that he is the 9th Guru Nanak, Guru Tegh Bahadur ji ਹੈਗੇ. ਤੇ ਡੈਫੀਨਿਟਲੀ ਉਹਦੇ ਬਾਅਦ ਤੁਸੀਂ ਉਹ ਰਾਸ ਬਾਰੇ ਗੱਲ ਕੀਤੀ ਜੋ ਤੁਸੀਂ ਭੇਜੀ ਵੀ ਸੀ. Yeah. ਤੇ ਤੇ ਇਹ ਵੀ ਸੀ ਕਿ ਜਦੋਂ ਧੀਰਮਲ ਨੇ ਜਦੋਂ ਬਦਲਾ ਲੈਣ ਦੀ ਕੋਸ਼ਿਸ਼ ਕੀਤੀ ਤੇ ਮਹਾਰਾਜ ਨੇ ਕਿਹਾ ਨਹੀਂ, ਗੁਰੂ ਨਾਨਕ ਦੇ ਘਰ ਵਿੱਚ ਬਦਲੇ ਨਹੀਂ ਹਨ ਕਿਤੇ, ਗੁਰੂ ਨਾਨਕ ਦੇ ਘਰ ਵਿੱਚ ਮਾਫੀ ਹੈ, ਯੂ نو, ਫੋਰਗਿਵਨੈਸ ਹੈ. ਸੋ ਤੁਸੀਂ ਉਸ ਨੂੰ ਮਾਫ, ਮੈਂ ਉਹ 4 ਲਾਈਨਾਂ ਵੀ ਪਾਈਆਂ ਹੋਈਆਂ ਮੈਂ WhatsApp ਤੇ. ਪੁਰਾਤਨ ਗੁਰਸਿੱਖ ਇਹਨਾਂ ਦਾ ਬੜਾ, ਈਵਨ ਦੋ ਸੂਰਜ ਪ੍ਰਕਾਸ਼ ਚੋਂ ਹੈ ਪਰ ਜਾਪ ਕਰਦੇ ਸਨ ਇਹਨਾਂ ਲਾਈਨਾਂ ਦਾ ਬੜਾ. ਬੜੀ ਇੰਪੋਰਟੈਂਟ ਲਾਈਨਾਂ ਤੁਸੀਂ ਦੱਸੀਆਂ ਸਨ. You did tell us about, you know, ਕਿ ਕਰਨੀ ਚੀਮਾ ਸ਼ਿਮਾ ਕਰਨੀ ਖਿਮਾ ਮਹਾਤਪ ਜਾਨ, ਮਤਲਬ ਮਹਾਤਪ ਜਾਨ, ਮਾਫੀ ਦੇਣਾ, ਕਿਸੇ ਨੂੰ ਮਾਫ ਕਰ ਦੇਣਾ, ਇਸ ਤੋਂ ਵੱਡਾ ਕੋਈ ਤਪ ਨਹੀਂ ਹੈਗਾ. ਤਪ ਨਹੀਂ ਹੈਗਾ, ਬਹੁਤ ਮੁਸ਼ਕਿਲ ਹੈ. ਹਾਂਜੀ. ਤੇ ਉਹਦੇ ਬਾਅਦ he was, and you also said that he was guru from 1664 till 1675, 11 years. That is correct. Definitely in these short 11 years he traveled so much, he gave to the world something, you know, ਤੁਸੀਂ ਦੱਸਿਆ ਕਿ ਕੋਈ ਬਰਾਬਰੀ ਹੀ ਨਹੀਂ ਹੈ ਜਿਸ ਚੀਜ਼ ਦੀ. ਕਿਸੇ ਹੋਰ ਰਿਲੀਜਨ ਦੇ ਲਈ ਆਪਣੇ ਆਪ ਨੂੰ ਦੇ ਦੇਣਾ, it is not easy. ਕੋਈ ਐਗਜ਼ਾਮਪਲ ਨਹੀਂ ਹੋਰ ਦੁਨੀਆ ਵਿੱਚ. And that is where we ended last Sunday. ਔਰ ਵਿਚਿੱਤਰ ਨਾਟਕ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਬਾਰੇ ਵਿਚਿੱਤਰ ਨਾਟਕ ਵਿੱਚ ਮੈਂਸ਼ਨ ਕੀਤਾ ਹੈ ਕਿ ਤੇਗ ਬਹਾਦਰ ਸੀ ਕਿਰਿਆ ਨਾ ਕਿਨੂੰ ਆਨ ਲਿਖੇ ਵਰਡ, ਕਿ ਉਹਨਾਂ ਵਰਗੀ ਕਿਰਿਆ ਹੋਰ ਕੋਈ ਕਰ ਨਹੀਂ ਸਕਿਆ, ਕੋਈ ਹੋਰ ਕੋਈ ਕਰ ਨਹੀਂ ਸਕੇਗਾ ਅੱਗੇ, ਕੋਈ ਹੋਰ ਅੱਗੇ ਜਾ ਕੇ ਉਹ ਨਹੀਂ ਹੋ ਸਕਦਾ ਦੁਬਾਰਾ. ਬਿਕਾਜ਼ ਕੁਰਬਾਨੀਆਂ ਬੜੀਆਂ ਨੇ ਦਿੱਤੀਆਂ, ਲੇਕਿਨ ਕੋਈ ਐਗਜ਼ਾਮਪਲ ਨਹੀਂ ਹੈ ਕਿ ਕੋਈ ਹਿੰਦੂ, ਕੋਈ ਮੁਸਲਮਾਨ ਵੀਰ ਮਰ ਗਿਆ ਹੋਏ ਹਿੰਦੂ ਨੂੰ ਬਚਾਉਣ ਵਾਸਤੇ, ਜਾਂ ਕਿਸੇ ਹਿੰਦੂ ਨੇ ਜਾਨ ਦਿੱਤੀ ਹੋਏ ਮੁਸਲਮਾਨਾਂ ਵਾਸਤੇ. ਉਹ ਜੀ ਕੋਈ ਐਗਜ਼ਾਮਪਲ ਮਿਲਣੀ ਬਹੁਤ ਔਖੀ ਹੈ. ਦਿਸ ਇਜ਼ ਵੇਅਰ ਵੀ ਲੈਫਟ, ਯੂ نو, ਉਹਨਾਂ ਦੇ ਗੁਰੂਸ਼ਿਪ ਤੋਂ ਬਾਅਦ. ਮਹਾਰਾਜ ਨੇ ਜਦੋਂ ਗੁਰਿਆਈ ਮਿਲਣ ਤੋਂ ਬਾਅਦ ਮਹਾਰਾਜ ਨੇ ਡਿਸੀਜਨ ਲਿੱਤਾ, ਇਹ ਨਵੰਬਰ 1664 ਦੀ ਗੱਲ ਹੈ, 2 ਜਾਂ 3 ਮਹੀਨੇ ਬਾਅਦ ਗੁਰਿਆਈ ਮਿਲਣ ਤੋਂ ਬਾਅਦ ਮਹਾਰਾਜ ਨੇ ਡਿਸੀਜਨ ਲਿੱਤਾ ਕਿ ਅਸੀਂ, ਸਾਡਾ ਪੈਦਾਇਸ਼ ਅੰਮ੍ਰਿਤਸਰ ਦੀ ਹੈ, ਦਰਬਾਰ ਸਾਹਿਬ ਗਿਆ ਬੜੇ ਸਾਲ ਹੋ ਗਏ ਮੈਨੂੰ, ਤੇ ਮੈਂ ਗੁਰੂਸ਼ਿਪ ਮਿਲ ਗਈ ਹੈ, ਮੈਂ ਉਹਦਾ ਸ਼ੁਕਰਾਨਾ ਕਰਨ ਵਾਸਤੇ ਮੈਂ ਗੁਰੂ ਕੇ ਦਰਬਾਰ ਹਰਮਿੰਦਰ ਸਾਹਿਬ ਜਾ ਕੇ ਮੱਥਾ ਟੇਕਾਂਗਾ ਤੇ ਸਿੱਖਾਂ ਨਾਲ ਬੜੇ ਜੋਸ਼ ਨਾਲ ਮਹਾਰਾਜ ਬਾਬੇ ਬਕਾਲੇ ਤੋਂ ਅੰਮ੍ਰਿਤਸਰ ਸਾਹਿਬ, ਜਿਹੜੇ ਨੇੜੇ ਹੀ ਹੈ ਬਹੁਤ ਅੰਮ੍ਰਿਤਸਰ, ਉੱਥੋਂ ਬਾਬਾ ਬਕਾਲਾ ਤੋਂ, ਇਟਸ ਇਨ ਦਾ ਰਾਈਟ ਇਨ ਦਾ ਵਿਸਿਨਿਟੀ ਹੈ ਅੰਮ੍ਰਿਤਸਰ ਦੇ, ਕੋਈ ਬਹੁਤ ਦੂਰ ਨਹੀਂ ਹੈ ਉੱਥੋਂ. ਮਹਾਰਾਜ ਜਾਂਦੇ ਹਨ ਅੰਮ੍ਰਿਤਸਰ ਸਾਹਿਬ ਦਰਸ਼ਨ ਕਰਨ. As we all know ਕਿ ਜਦੋਂ ਪਤਾ ਲੱਗਦਾ ਹੈ, let me give you a little bit of lineage ਜਿਹੜੀ ਦੂਸਰੇ ਪਾਸੇ ਸੋਢੀਆਂ ਦੀ ਸੀ. ਇੱਕ ਤੇ ਧੀਰਮਲ ਵਾਲੀ lineage ਹੈ ਜਿਹੜੀ ਬਾਬਾ ਗੁਰਦਿੱਤਾ ਜੀ ਤੋਂ ਆਈ ਹੈ, ਉਹ ਗੁਰੂ ਹਰਗੋਬਿੰਦ ਮਹਾਰਾਜ ਦੇ ਵੱਡੇ ਬੇਟੇ ਦੇ ਪੋਤਰੇ ਹਨ, ਯੂ نو, ਧੀਰਮਲ. ਤੇ ਇੱਕ lineage ਜਿਹੜੀ ਗੁਰੂ ਰਾਮਦਾਸ ਪਾਤਸ਼ਾਹ ਤੋਂ ਆਈ ਹੈ, ਉਹ ਜਿਹੜੇ ਗੁਰੂ ਰਾਮਦਾਸ ਪਾਤਸ਼ਾਹ ਦੇ ਵੱਡੇ ਬੇਟੇ ਸਨ ਪ੍ਰਿਥੀ ਚੰਦ ਜਿਹਨੇ ਐਕਸੈਪਟ ਨਹੀਂ ਕੀਤਾ ਗੁਰੂ ਅਰਜਨ ਦੇਵ ਜੀ ਨੂੰ, ਤੇ ਉਹਨਾਂ ਦੇ ਬੇਟੇ ਅੱਗੇ ਮਿਹਰਬਾਨ, ਸੋਢੀ ਮਿਹਰਬਾਨ, ਤੇ ਉਹਨਾਂ ਦੇ ਬੇਟੇ ਅੱਗੇ ਸੋਢੀ ਹਰਜੀ, ਯੂ نو. So Sodhi Mehrbaan and Sodhi Harji were spiritual people. They were not like their father. In spite of being that, though they were spiritual, they still did not accept them as the gurus. They did not accept Guru Tegh Bahadur Ji as a guru. So when Sodhi Harji finds out that Guru Tegh Bahadur Maharaj is on its way to Amritsar, ਇਹਨਾਂ ਨੇ ਜਿਹੜੇ ਦਰਸ਼ਨੀ ਡੁਏੜੀ ਦੇ ਜਿਹੜੇ ਤੁਸੀਂ ਮੱਥਾ ਟੇਕਦੇ ਹੋ, ਜਿੱਥੇ ਕਿਵਾੜ ਜਿਹੜੇ ਹਨ ਦਰਸ਼ਨੀ ਡੁਏੜੀ ਦੇ, ਜਿੱਥੇ ਅੰਦਰ ਜਾਂਦੇ ਹੋ, ਹਰ ਕੀ ਪੌੜੀ ਤੱਕ ਜਾਂਦੇ ਹੋ, ਚੱਲ ਕੇ ਜਾਂਦੇ ਹੋ ਹਰਮਿੰਦਰ ਸਾਹਿਬ ਅੰਦਰ, ਇਹ ਕਿਵਾੜ ਉਹਨਾਂ ਨੇ ਪੁਜਾਰੀਆਂ ਨੇ ਬੰਦ ਕਰ ਲਿੱਤੇ ਸੋਢੀ ਹਰਜੀ ਦੇ ਕਹਿਣ ਦੇ ਉੱਤੇ.
महाराज ने बड़ियां मिन्नतां कीतियां कि सानू दर्शन करन आए हैं, सानू दर्शन करन दिओ। दर्शन नहीं होए, उन्हां दे किवाड़ बंद कर लिते गए। महाराज बाहरों ही मत्था टेक के, हुण भी स्थान है गुरु तेग बहादुर महाराज दा, जो तुसी जानदे हो, हरमंदर साहिब ते अकाल तख्त साहिब दे बिल्कुल नाल एक गोल, एक लंबी पतली जी गोल लंबी है इमारत उच्ची, जे तुसी थल्ले तक तुसी जा सकदे हो सीढ़ियां ते। उत्थे उत्थे उत्थों मत्था उन्हां ने टेकिया बाहरों, ते किवाड़ बंद होने की वजह नाल मत्था नहीं टेकन दिता गया। महाराज उत्थों ही वापस मुड़ गए। एक बुढ़ी माई सी अबाउट 9 किलोमीटर्स अवे, जिदी झोपड़ी सी, उत्थे उस बुढ़ी माई दे घर रहे 2-3 दिन, ते उत्थों वापस फिर बाबा बकाला चले गए वापस अमृतसर तो। ते जदों अमृतसर जदों पुजे वापस, जदों बाबा बकाला जांदे हन, हुण ये गल हुण मैं आई एम मूविंग बैक टू अप्रॉक्सीमेटली December of 1764, January of 1665 च आ गया मैं हुण। हां जी, सो फॉलो मी दो। मैं एक बारी अज मैं लिखांगा भी थोड़ा जिहा, आई विल राइट इट डाउन ऑन अ पीस ऑफ बोर्ड, ते मैं लिख दियांगा व्हाइट बोर्ड ते भी सारा कुछ। ते पता लग्या कि बिलासपुर दा राजा सी, राजा दीप चंद, काहलूर दे स्टेट दा, बिलासपुर दा, ते उदी डेथ हो गई। ते उदी डेथ ते राणी जेड़ी सी बिलासपुर दी, उदी जेड़ी विडो सी, उस विडो ने एक संदेशा भेजिया महाराज नू कि तुसी इहदे चौथी ते आओ, ते 13वीं ते जेड़ा ओह करदे न हिंदू जेड़ी सैरेमनी करदे न जेड़ी, कि तुसी आके ते तुसी शामिल होवो मेरे गम विच, मेरे दुख विच शामिल होवो तुसी। महाराज जो इनविटेशन जदों मिलदी है महाराज नू, तां महाराज उस वेले कीरतपुर साहब सन, कीरतपुर गए हुए सन, ते कीरतपुर ही उन्होंने इनविटेशन नहीं मिली कि उन्होंने डेथ हो गई है, तुसी बिलासपुर आओ। ये इंपॉर्टेंट है, बड़ा हिस्टोरिकल रेफरेंस, बिकॉज दिस रिलेट्स टू हिम टॉकिंग टू द विडो, द क्वीन, ऑफ गेटिंग अ पीस ऑफ लैंड इन हर एम्पायर, सो दैट जिथे फाइनली अनंदपुर साहब दी उसारी होनी है। दैट्स व्हाई दिस इज अ वेरी इंपॉर्टेंट हिस्टोरिकल इंसिडेंट। ते ये इंसिडेंट 13 मई 1665 दा है। दिस इज अबाउट 3 or 4 months आफ्टर ही विजिटेड अमृतसर। ते कीरतपुर साहब तो महाराज बिलासपुर जांदे हन, ते 3 दिन रहे हन उत्थे बिलासपुर। उन्हां दे महलां विच खराब होया। माता नानकी जी नाल हन, माता गुजरी जी नाल जांदे हन, मामा कृपाल चंद होरी नाल जांदे हन, ते ए माता सुलखणी होरी नाल हन। माता सुलखणी गुरु हर राय महाराज जी दी महल जड़े हन, ਉਹ ਵੀ ਨਾਲ ਜਾਂਦੇ ਹਨ। ਪੂਰੀ ਫੈਮਿਲੀ ਨਾਲ ਜਾਂਦੀ ਹੈ। ਬਿਲਾਸਪੁਰ ਰਹਿੰਦੇ ਹਨ 3 ਦਿਨ, ਤੇ 3 ਦਿਨ ਦੇ ਦੌਰਾਨ ਜਦੋਂ ਰਾਣੀ ਸ਼ੁਕਰੀਆ ਕਰਦੀ ਹੈ ਔਰ ਉਹਨਾਂ ਕੋਲੋਂ ਪੈਰ ਛੂੰਹਦੀ ਹੈ ਉਹਨਾਂ ਦੇ, ਤੇ ਉਹਨਾਂ ਕੋਲੋਂ ਬਲੇਸਿੰਗ ਲੈਂਦੀ ਹੈ ਗੁਰੂ ਸਾਹਿਬ ਦਾ, ਤੇ ਮਹਾਰਾਜ ਜ਼ਿਕਰ ਕਰਦੇ ਹਨ ਕਿ ਅਸੀਂ ਇੱਕ ਜਗ੍ਹਾ ਦੇਖੀ ਹੈ ਜਿਹੜੀ ਸਾਨੂੰ ਪਸੰਦ ਹੈ, ਤੇਰੇ ਰਾਜ ਵਿੱਚ ਹੈ, ਤੇ ਅਸੀਂ ਚਾਹੁੰਦੇ ਹਾਂ ਕਿ ਇਹ ਜਗ੍ਹਾ ਜਿਹੜੀ ਹੈ ਇਹ ਅਸੀਂ ਲਈਏ ਜਗ੍ਹਾ ਹੈ। ਉਸ ਵੇਲੇ ਜਗ੍ਹਾ ਦੀਆਂ ਕੀਮਤਾਂ ਘੱਟ ਹੁੰਦੀਆਂ ਸਨ। ਅੱਜ ਕੱਲ ਦਾ ਟਾਈਮ ਨਹੀਂ ਹੈ ਕਿ ਕਰੋੜਾਂ ਲੱਖਾਂ ਚ ਜਗ੍ਹਾ ਹੁੰਦੀਆਂ ਸਨ, ਘੱਟ ਕੀਮਤਾਂ ਹੁੰਦੀਆਂ ਸਨ ਜਗ੍ਹਾ ਦੀਆਂ। ਤੇ ਇਹ ਬਿਲੀਵ ਕਰੋ ਨਾ ਕਰੋ ਤੁਸੀਂ ਵੀ ਹੁਣ ਤੱਕ ਲੈਂਡ ਰਿਕਾਰਡ ਅਗਰ ਖੋਜੋਗੇ ਮੁਗਲਾਂ ਦੇ ਟਾਈਮ ਦੇ, ਤੇ ਤੁਹਾਨੂੰ ਲੈਂਡ ਰਿਕਾਰਡ ਵਿੱਚ ਉਸ ਓਰੀਜਨਲ ਵਿਲੇਜ ਦਾ ਨਾਮ, ਜਿਹਦਾ ਨਾਮ ਹੁਣ ਆਨੰਦਪੁਰ ਹੈ, ਉਹਦਾ ਪੁਰਾਣਾ ਨਾਂ ਜਿਹੜਾ ਹੈ ਉਹ ਮਾਖੋਵਾਲ ਸੀ। ਮਾਖੋਵਾਲ ਜਗ੍ਹਾ ਦਾ ਨਾਂ ਸੀ। ਤੇ ਉਹਦੀ ਰਜਿਸਟ੍ਰੇਸ਼ਨ ਜਿਹੜੀ ਹੈ ਮਹਾਰਾਜ ਨੇ 500 ਰੁਪਏ ਮੁੱਲ ਦੇ ਕੇ ਰਾਣੀ ਨੂੰ, ਤੇ ਲੈਂਡ ਰਜਿਸਟ੍ਰੇਸ਼ਨ ਜਿਹੜੀ ਹੈ ਮਾਖੋਵਾਲ ਦੀ, ਉਹ ਆਪਣੀ ਮਦਰ ਦੇ ਨਾਂ ਤੇ ਕਰਾ ਕੇ, ਤੇ ਪਿੰਡ ਦਾ ਨਾਂ ਬਦਲ ਕੇ, ਪਹਿਲੇ ਮਾਖੋਵਾਲ ਸੀ, ਪਿੰਡ ਦਾ ਨਾਂ ਬਦਲ ਕੇ ਚੱਕ ਨਾਨਕੀ ਹੋ ਗਿਆ। ਚੱਕ ਬੜਾ ਕਾਮਨ ਹੈ, ਚੱਕ ਜਗ੍ਹਾ ਦਾ ਨਾਂ ਉੱਥੇ ਵੀ ਪੰਜਾਬ ਚ, ਹੁਣ ਵੀ ਪਾਕਿਸਤਾਨ ਵਾਲੇ ਪੰਜਾਬ ਚ ਚੱਕ ਫਲਾਣਾ ਚੱਕ ਬਹੁਤ ਕਾਮਨ ਹੈ name, you know. ਤੇ ਚੱਕ ਨਾਨਕੀ, ਇਹ ਜੂਨ ਜਿਹਦਾ original deed is available by the way, ਜਿਹੜੀ transfer ownership deed ਹੈ, ਮਨੇ ਉਹਦੀਆਂ ਕਾਪੀਆਂ available ਹਨ। ਮੈਂ ਇੰਟਰਨੈਟ ਤੇ ਨਹੀਂ ਦੇਖੀਆਂ, but people who have seen it, you know. ਉਹ ਜੂਨ 1665 ਦੀ ਰਜਿਸਟ੍ਰੇਸ਼ਨ ਡੇਟ ਹੈ, ਜਦੋਂ officially ਮਹਾਰਾਜ ਨੇ ਇਹ ਮੁੱਲੇ ਜਗ੍ਹਾ ਲਿੱਤੀ ਮਾਖੋਵਾਲ ਦੀ, ਤੇ ਇਹ ਜਗ੍ਹਾ ਜਿਹੜੀ ਲੈ ਕੇ, ਤੇ ਉਹਨਾਂ ਨੂੰ ਪਸੰਦ ਆਈ ਜਗ੍ਹਾ। ਉੱਤੋਂ ਧੌਲਾ ਦੇ ਰੇਂਜ ਬੜੀ ਸੋਹਣੀ ਨਜ਼ਰ ਆਉਂਦੀ ਹੈ, ਨੈਣਾ ਦੇਵੀ ਬੜਾ ਦਾ ਮੰਦਿਰ, ਨੈਣਾ ਦੇਵੀ ਦਾ ਵਿਊ ਬੜਾ ਅੱਛਾ ਹੈ ਅਨੰਦਪੁਰ ਸਾਹਿਬ ਤੋਂ। ਤੇ ਇਹ ਇਨਸੀਡੈਂਟ ਜਿਹੜਾ ਵੇ ਜੂਨ 1665 ਦਾ ਹੈ, ਜਦੋਂ ਚੱਕ ਨਾਨਕੀ ਨਾਂ ਰੱਖਿਆ ਗਿਆ।
ਤੇ ਇਹ 500 ਰੁਪਏ ਰਜਿਸਟ੍ਰੇਸ਼ਨ ਦੇ ਕੇ ਮਹਾਰਾਜ ਉੱਥੋਂ ਚਲਦੇ ਹਨ ਤੇ ਸਿੱਧਾ ਵਾਪਸ ਅਨੰਦਪੁਰ ਸਾਹਿਬ ਆਉਂਦੇ ਹਨ। ਉਸ ਵੇਲੇ ਨਾਮ ਚੱਕ ਨਾਨਕੀ ਹੈ ਤੇ ਬਾਬਾ ਗੁਰਦਿੱਤਾ ਜੀ ਦੇ ਹੱਥੋਂ ਇੱਕ ਫਾਊਂਡੇਸ਼ਨ ਸਟੋਨ ਰੱਖਿਆ ਜਾਂਦਾ ਹੈ ਕਿ ਇੱਥੇ ਮਹਾਰਾਜ ਦੇ ਅਸਥਾਨ ਬਣਨਗੇ, ਸੰਗਤਾਂ ਵਾਸਤੇ ਅਸਥਾਨ ਬਣਨਗੇ, ਰਹਿਣ ਵਾਸਤੇ ਅਸਥਾਨ ਬਣਨਗੇ। ਗੁਰਦੁਆਰੇ ਦੀ ਕੰਸਟਰਕਸ਼ਨ ਸ਼ੁਰੂ ਕਰਵਾਈ ਉੱਥੇ। ਤੇ ਇਹ ਵੀ ਪਾਵਨ ਜਿਹੜਾ ਹੈ, ਜਿਹੜੀ ਚੀਜ਼ ਜਿਹੜੀ ਹੈ, ਇਹ ਬਾਬਾ ਗੁਰਦਿੱਤਾ ਜੀ ਦੇ ਹੱਥੋਂ, ਜਿਹੜੇ ਬਾਬਾ ਗੁਰਦਿੱਤਾ ਰੰਧਾਵਾ ਦੀ ਗੱਲ ਕਰਦਾ ਪਿਆ, ਜਿਹੜੇ ਬਾਬਾ ਬੁੱਢਾ ਜੀ ਦੇ ਅੰਸ਼ ਵਿੱਚੋਂ ਹਨ, ਜਿਹੜੇ ਮੈਂ ਉਹਨਾਂ ਦੀ ਗੱਲ ਕਰ ਰਿਹਾ। ਡੋਂਟ ਗੈਟ ਕਨਫਿਊਜ਼ਡ ਵਿਦ ਬਾਬਾ ਗੁਰਦਿੱਤਾ ਜੀ, ਜਿਹੜੇ ਗੁਰੂ ਹਰਗੋਬਿੰਦ ਮਹਾਰਾਜ, ਉਹ ਨੇਮ ਸਿਮਿਲਰ ਹਨ ਪਰ ਦੋ ਕਈ ਵਾਰੀ ਕਨਫਿਊਜ਼ਨ ਹੋ ਜਾਂਦੀ ਹੈ ਉੱਥੇ, ਯੂ نو। ਸੋ ਉਹ ਭੁੱਲਿਆ ਨਾ ਕਿ ਉਹ ਦੋਨੋਂ ਜਿਹੜੀਆਂ ਜਗ੍ਹਾ ਜਿਹੜੀਆਂ ਹਨ ਸਿਮਿਲਰ ਹਨ ਜੀ। Any questions or so many facts I threw away? So, any issues though? Any question je nahi kuch si samajh aayi hove te I'll try to explain that. Vijay, can you just repeat the Baba Gurditta? This was different, you said Yeah, so there were two Baba Gurditta ji, Jaspal ji. One was Baba Gurditta ji, ਜਿਹੜੇ ਗੁਰੂ ਹਰਗੋਬਿੰਦ ਮਹਾਰਾਜ ਦੇ ਵੱਡੇ ਬੇਟੇ ਸਨ, ਹਾਂਜੀ। ਇੱਕ ਤੇ ਉਹ ਬਾਬਾ ਗੁਰਦਿੱਤਾ ਹਨ ਤੇ ਇੱਕ ਗੁਰਦਿੱਤਾ ਰੰਧਾਵਾ ਕਹਿੰਦੇ ਆ ਜਿਨ੍ਹਾਂ ਨੂੰ, ਜਿਹੜੇ ਕਿ ਬਾਬਾ ਬੁੱਢਾ ਜੀ ਦੇ ਅੰਸ਼ ਵਿੱਚੋਂ ਹਨ, ਹਾਂਜੀ। So I want to make sure ਕਿ ਕੋਈ confusion ਨਾ ਰਹੇ। ਤੇ I'm going to take a step back here for a second. ਇਹਨਾਂ ਦਿਨਾਂ ਵਿੱਚ ਬੜੀਆਂ ਵੱਡੀਆਂ political changes ਆਣੀਆਂ ਸ਼ੁਰੂ ਹੋਈਆਂ ਇੰਡੀਆ ਵਿੱਚ। ਸਭ ਤੋਂ ਵੱਡੀ ਚੇਂਜ ਤੇ 1659 ਵਿੱਚ, I think June of 1659 ਵਿੱਚ ਔਰੰਗਜ਼ੇਬ became the new emperor of India, ਹਾਂਜੀ। ਇਹਨੇ ਦਾਰਾ ਸ਼ਿਕੋ ਆਪਣੇ ਭਰਾਵਾਂ ਨੂੰ ਮਾਰ ਕੇ, ਆਪਣੀਆਂ ਜ਼ਿੰਦਾ ਪਿਓ ਦੀਆਂ ਦੋ ਅੱਖਾਂ ਕੱਢ ਕੇ, ਮਨੇ ਜੋ ਵੀ ਕਰਨਾ ਸੀ ਇਹਨੇ ਕੰਮ ਆਪਣੇ, ਉਹ ਕੱਢ ਕੇ ਇਹ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ। ਸ਼ਾਲੀਮਾਰ ਗਾਰਡਨਸ ਦਿੱਲੀ ਵਿੱਚ ਇਹਦੀ ਤਖਤਪੋਸ਼ੀ ਹੋਈ ਬੜੀ ਜ਼ੋਰ ਸ਼ੋਰ ਨਾਲ, ਤੇ ਦੁਨੀਆ ਦੇ ਬੜੇ ਬਾਹਰੋਂ ਬੰਦੇ ਵੀ ਆਏ ਅਟੈਂਡ ਕਰਨ ਇਹਦੀ ਤਖਤਪੋਸ਼ੀ ਨੂੰ। ਤੇ ਇਹ ਹਿੰਦੁਸਤਾਨ ਦੀ ਇੰਡੀਆ ਦੇ ਐਮਪਰਰ ਜਿਹੜਾ ਵਾ ਕਰਾਰ ਕੀਤਾ ਗਿਆ। ਤੇ ਉਹਨਾਂ ਦਿਨਾਂ ਵਿੱਚ ਉੱਥੇ ਜਦੋਂ ਇਹ ਬਣਿਆ ਐਮਪਰਰ, ਤੇ ਸ਼ਿਵਾਜੀ ਨਾਲ ਵੀ ਬੜੀ, ਮਰਾਠਿਆਂ ਨਾਲ ਵੀ ਇਹਨਾਂ ਦੀ ਬੜੀਆਂ ਸਟਰਗਲ ਚਲਦੀਆਂ ਪਈਆਂ ਸਨ। ਤੇ I don't know go into too much detail about that, but it's important to understand ਰਾਜਾ ਰਾਮ ਸਿੰਘ ਹੋਰੀ ਕੌਣ ਸਨ, ਕਿਉਂਕਿ ਮਹਾਰਾਜ ਉਹਨਾਂ ਨਾਲ ਜਾਂਦੇ ਹਨ ਅਸਾਮ, ਤੇ ਉਹਨਾਂ ਦੇ ਜਾਣ ਦੇ ਪਿੱਛੇ ਕਾਰਨ ਕੀ ਸੀ ਉਹਨਾਂ ਦਾ, one should understand that part. ਤੇ ਰਾਜਾ ਰਾਮ ਸਿੰਘ ਹੋਰੀ, I think ਕਿਸੇ ਦੀ somebody is not muted again, you know. ਰਾਜਾ ਰਾਮ ਸਿੰਘ ਹੋਰੀ ਜਿਹੜੇ ਹਨ ਉਹ ਰਾਜਪੂਤ ਹਨ ਔਰੰਗਜ਼ੇਬ ਦੇ ਦਰਬਾਰ ਵਿੱਚ। ਤੇ ਇਹ ਧੋਖੇ ਨਾਲ ਬੁਲਾਉਂਦਾ ਹੈ ਸ਼ਿਵਾਜੀ ਨੂੰ, ਤੇ ਧੋਖੇ ਨਾਲ ਬੁਲਾਉਂਦਾ ਹੈ ਕਿ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ। ਜਦੋਂ ਸ਼ਿਵਾਜੀ reaches there, then he changes his mind and he imprisons them in Agra. ਤੇ ਉਹ ਸਾਰਿਆਂ ਨੂੰ ਸਟੋਰੀ ਪਤਾ ਹੈ ਕਿ ਉਹ ਕਿਸ ਤਰ੍ਹਾਂ ਉਹ ਟੋਕਰੀ 'ਚ ਬੈਠ ਕੇ, I don't want to go through the whole thing, ਤੇ ਉਹ ਸ਼ਿਵਾਜੀ ਉੱਥੋਂ ਨਿਕਲ ਗਏ ਉੱਥੇ। ਤੇ ਔਰੰਗਜ਼ੇਬ ਕਿਉਂਕਿ ਬਹੁਤ ਸ਼ੱਕੀ ਮਿਜਾਜ਼ ਦਾ ਬੰਦਾ ਸੀ ਬੜਾ, ਤੇ ਇਹਨੇ ਕਲੀਅਰਲੀ ਸੋਚਿਆ ਕਿ ਇਹਦੇ ਪਿੱਛੇ ਸਿਰਫ ਇਹ ਰਾਜਾ ਰਾਮ ਸਿੰਘ ਦਾ ਹੀ ਹੱਥ ਹੋਣਾ, ਤੇ ਇਸੀ ਦੀ ਵਜ੍ਹਾ ਦੇ ਨਾਲ ਇਹ ਨਿਕਲਿਆ ਹੈ। So he basically accused him of having a hand in the ਜਿਹੜੀ ਐਕਸੋਡਸ ਹੋਇਆ, ਜਿਹੜਾ ਸ਼ਿਵਾਜੀ ਦਾ ਜਿਹੜਾ ਨਿਕਲਿਆ ਉੱਥੋਂ, ਇਹਦਾ ਹੱਥ ਹੈ ਇਹਦੇ ਵਿੱਚ। ਤੇ ਇਹ ਸੋਚ ਕੇ ਇਹ ਨਾਰਾਜ਼ ਹੋ ਗਿਆ ਬੜਾ ਰਾਜਾ ਰਾਮ ਸਿੰਘ ਨਾਲ, ਤੇ ਇਹਨੂੰ ਇੱਕ ਸਜ਼ਾ ਇਹ ਦਿੱਤੀ ਗਈ ਇਹਨੂੰ ਕਿ ਤੂੰ ਮੇਰੀ ਆਰਮੀ ਲੈ ਕੇ ਅਸਾਮ ਜਾ, ਤੇ ਅਸਾਮ ਜਾ ਕੇ ਅਸਾਮ ਫਤਿਹ ਕਰਕੇ ਆ ਸਾਰਾ। ਜਸਟ ਟੂ ਲੈਟ ਯੂ ਨੋ ਕਿ ਉਸ ਵੇਲੇ ਅਸਾਮ ਜਿਹੜੇ ਰਾਜੇ ਜਿਹੜੇ ਸਨ, ਛੋਟੀਆਂ ਛੋਟੀਆਂ ਰਿਆਸਤਾਂ ਸਨ ਅਸਾਮ ਦੀਆਂ। ਤੇ ਹੁਣ ਵੀ ਅਹੋਮ AHOM ਇੱਕ ਕਮਿਊਨਿਟੀ ਹੈ ਟ੍ਰਾਈਬਲ, ਜਿਹੜੇ ਹੁਣ ਵੀ ਹਨ ਬੜੇ, ਉਹਨਾਂ ਦੇ ਥੱਲੇ ਸੀ ਰਾਜ ਸਾਰਾ। ਇਹ ਚਾਹੁੰਦਾ ਸੀ ਸਾਰਾ ਮੁਗਲੀਆ ਸਲਤਨਤ ਦੇ ਥੱਲੇ ਮੇਰਾ ਰਾਜ ਅਸਾਮ 'ਚ ਹੀ ਚੱਲੇ। ਤੇ ਇਸਨੇ ਇੱਕ ਛੋਟੀ ਆਰਮੀ ਦੇ ਕੇ ਰਾਜਾ ਰਾਮ ਸਿੰਘ ਨੂੰ ਅਸਾਮ ਵੱਲ ਤੋੜ ਦਿੱਤਾ। ਤੇ ਅਸਾਮ 'ਚ ਉਸ ਵੇਲੇ ਮਲੇਰੀਆ ਬੜਾ ਫੈਲਿਆ ਹੋਇਆ ਸੀ। ਉਹਦਾ ਆਪਣਾ ਜਨਰਲ ਉੱਥੇ ਉਹਦੀ ਹੁਣੇ ਹੀ ਡੈਥ ਹੋਈ ਸੀ ਉੱਥੇ। ਤੇ ਨਾਲੇ ਅਸਾਮ ਵਿੱਚ ਇਹ ਉਸ ਪਾਸੇ ਬੰਗਲਾਦੇਸ਼ ਦੇ ਪਾਸੇ ਅਸਾਮ ਵਿੱਚ ਅੱਜ ਉੱਥਲੇ ਬਲੈਕ ਮੈਜਿਕ ਦਾ ਬੜਾ ਹੁੰਦਾ ਸੀ, ਲੋਕ ਡਰਦੇ ਸਨ ਬੜਾ ਜਾਣ ਨੂੰ। ਮਹਾਰਾਜ ਜਦੋਂ ਗੁਰੂ ਨਾਨਕ ਦੇਵ ਜੀ, ਤੁਸੀਂ ਨੂਰ ਸ਼ਾਹ ਦੀ ਸਾਰੀ ਸਾਖੀ ਪੜ੍ਹੀ ਹੈ ਜਦੋਂ ਗੁਰੂ ਨਾਨਕ ਚਮਤਕਾਰ 'ਚ,
ਉਹ ਵੀ ਉੱਥੇ ਹੀ ਹੋਇਆ ਸਾਰਾ ਸਾਕਾ। ਤੇ ਇਹ ਕਿਉਂ ਰਿਲੇਟਡ ਹੈ? ਬਿਕੋਜ਼ ਰਾਜਾ ਰਾਮ ਸਿੰਘ ਜਦੋਂ ਨਿਕਲੇ ਦਿੱਲੀ ਤੋਂ ਤੇ ਮਨ ਵਿੱਚ ਸੋਚਦਾ ਹੈ ਕਿ ਇਹ ਮਰਨ ਜਾ ਰਿਹਾ, ਮੈਂ, ਮੇਰਾ ਕੋਈ ਚਾਰਾ ਨਹੀਂ ਹੈ ਹੁਣ, ਮੇਰਾ ਆਈ ਐਮ ਅ ਡੈਡ ਪਰਸਨ, ਯੂ ਨੋ। ਤੇ ਉੱਥੇ ਜਦੋਂ ਨਿਕਲਿਆ ਹੈ ਤੇ ਉਹਨੂੰ ਖਬਰ ਮਿਲਦੀ ਹੈ ਕਿ ਹਾਲੇ ਮੇਰੇ ਕੋਲ ਹੈ ਚਾਂਸ ਮੇਰਾ, ਬਿਕਾਜ਼ ਉਹਨੂੰ ਪਤਾ ਲੱਗਿਆ ਕਿ ਗੁਰੂ ਤੇਗ ਬਹਾਦਰ ਮਹਾਰਾਜ ਵੀ ਦੂਸਰੀ ਵੱਡੀ ਜਰਨੀ ਤੇ ਨਿਕਲੇ ਹਨ ਟੁਵਰਡਸ ਦ ਈਸਟ। ਹਾਂਜੀ, ਤੇ ਮਹਾਰਾਜ ਇਹ ਪਹਿਲੀ ਜਰਨੀ ਜਿਹੜੀ ਹੈ ਉਹ 1664 ਵਿੱਚ ਖਤਮ ਹੋਈ ਸੀ, ਤੇ ਦੂਸਰੀ ਜਰਨੀ ਜਿਹੜੀ ਹੈ ਉਹ 16 ਨਵੰਬਰ 8 1665 ਦੀ ਡੇਟ ਮਿਲਦੀ ਹੈ। 1665 ਵਿੱਚ ਮਹਾਰਾਜ ਦੁਬਾਰਾ ਬਾਬਾ ਬਕਾਲੇ ਤੋਂ ਈਸਟ ਦੀ ਜਰਨੀ ਲੈਂਦੇ ਹਨ ਦੁਬਾਰਾ। ਇਹ ਹੁਣ ਦੂਸਰੀ ਵੱਡੀ ਈਸਟ ਦੀ ਜਰਨੀ ਹੈ, ਐਕਚੁਅਲੀ ਤੀਸਰੀ। ਪਹਿਲੀ ਈਸਟ ਦੀ ਜਰਨੀ ਤੱਕ ਪਟਨਾ ਗਏ ਹਨ ਖਾਲੀ, बनारस तक, फिर दूसरी बारी फिर गए, वापस आ गए, उन्हें तीसरी बारी चले हैं। Am I right कि मैं गलत कह गया? I just want to double check my facts again. Third journey on the east थी। पहली journey maybe he didn't make it all the way through Patna, but maybe second journey he made it through Patna, and now the third time he's going east though। इस east की journey ਜਿਹੜੀ 1665 ਵਿੱਚ ਸ਼ੁਰੂ ਹੋਈ journey, उसी टाइम राजा राम सिंह भी दिल्ली तो निकलिया ईस्ट, दोनों कट्ठे निकले बेसिकली। तो जदों गया पहुंचते हैं, जदों बड़ी जगह तो होके मथुरा, बड़ी जगह तो रुकते हैं महाराज रस्ते, जिन्हें वड्डे तीर्थ स्थान हैं उत्थे जाके सिख संगतां नूं दर्शन करते हैं। पहले दिल्ली तो मथुरा जाते हैं, मथुरा तो आगरा, आगरा तो बनारस, बनारस तो प्रयाग, ते प्रयाग जिथे त्रिवेणी है जिथे, ਤੇ ਉੱਥੇ ਫਿਰ ਵਿਚਿਤਰ ਨਾਟਕ ਵਿੱਚ ਵਰਡ ਆਏ ਹਨ ਉੱਥੇ ਤ੍ਰਿਵੇਣੀ ਬਾਰੇ, ਕਿ ਉੱਥੇ ਕਨਸੀਵ ਹੁੰਦੇ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ। ਉੱਥੇ ਕਨਸੀਵ ਮਹਾਰਾਜ ਦੀ ਕੁੱਖ ਵਿੱਚ ਪ੍ਰੈਗਨੈਂਸੀ ਜਿਹੜੀ ਹੈ ਉਹਨਾਂ ਦੀ, ਮਾਤਾ ਗੁਜਰੀ ਜੀ ਦੀ, ਉਹ ਪ੍ਰਯਾਗ ਵਿੱਚ ਹੋਈ ਹੈ। ਦੈਟਸ ਵੇਅਰ ਸ਼ੀ ਕਨਸੀਵ। ਪਰ ਉਹ ਆਪਣੀ, ਉਹਨਾਂ ਨੂੰ ਪਤਾ ਹੈ ਮੈਂ ਕਦੋਂ ਕਨਸੀਵ ਹੋਇਆ ਹਾਂ, ਯੂ ਨੋ। ਸੋ ਉਹ ਵਿਚਿਤਰ ਨਾਟਕ ਵਿੱਚ ਮੈਂਸ਼ਨ ਆਉਂਦਾ ਉਸ ਗੱਲ ਦਾ ਉੱਥੇ। ਇਹ ਜਿਹੜੀ ਤੀਸਰੀ ਟ੍ਰਿਪ ਵਿੱਚ ਪ੍ਰਯਾਗ ਵਿੱਚ ਜਦੋਂ ਨਿਕਲਦੇ ਹਨ, ਜਦੋਂ ਇਹ ਉਹਨਾਂ ਦਿਨਾਂ ਦੀ ਗੱਲ। ਤੇ ਗਿਆ ਵਿੱਚ ਰਾਜਾ ਰਾਮ ਸਿੰਘ ਨਾਲ ਮੁਲਾਕਾਤ ਹੁੰਦੀ ਹੈ, ਤੇ ਰਾਜਾ ਰਾਮ ਸਿੰਘ ਪੈਰਾਂ ਤੇ ਗਿਰਦਾ ਹੈ ਮਹਾਰਾਜ ਦੇ, ਤੇ ਕਹਿੰਦਾ ਹੈ, ਗਿੜਗੜਾਉਂਦਾ ਹੈ, ਬਹੁਤ ਰਿਕੁਐਸਟ ਕਰਦਾ ਹੈ ਕਿ ਤੁਸੀਂ ਮੇਰੇ ਨਾਲ ਚੱਲੋ ਅਸਾਮ, ਤੇ ਤੁਸੀਂ ਮੇਰੇ ਨਾਲ ਰਹੋਗੇ ਤੇ ਇੱਕ ਤੇ ਮੈਨੂੰ ਬਲੈਕ ਮੈਜਿਕ ਦਾ ਕੋਈ ਬਾਦਰ ਨਹੀਂ ਕਰ ਸਕੇਗਾ ਮੈਨੂੰ, ਤੇ ਦੂਸਰੀ ਗੱਲ, ਜੇ ਤੁਸੀਂ ਮੇਰੇ ਨਾਲ ਰਹੋਗੇ ਤੇ ਮੇਰੀ ਜਾਨ ਬਖਸ਼ੀ ਜਾਏਗੀ। ਤੁਸੀਂ ਪ੍ਰਮਾਤਮਾ ਦੇ ਜੁੜੇ ਹੋਏ ਹੋ, ਤੁਸੀਂ ਪ੍ਰਮਾਤਮ ਰੂਪ ਹੋ। ਮਹਾਰਾਜ ਦੀ ਬੜੀਆਂ ਮਿੰਨਤਾਂ ਕਰਦਾ ਹੈ, ਮਹਾਰਾਜ ਰੈਡੀ ਹੋ ਜਾਂਦੇ ਹਨ ਉਹਨੂੰ ਮਦਦ ਕਰਨ ਵਾਸਤੇ। ਹਾਲਾਂਕਿ ਉਹਨਾਂ ਦਾ ਕੋਈ ਪਲਾਨ ਨਹੀਂ ਸੀ ਇਤਨਾ ਈਸਟ ਜਾਣ ਦਾ ਕੋਈ, ਪਰ ਇਹ ਕਹਿਣ ਤੋਂ ਬਾਅਦ ਉਹ ਐਗਰੀ ਕਰ ਜਾਂਦੇ ਹਨ ਕਿ ਅਸੀਂ ਤੁਹਾਡੀ ਹੈਲਪ ਕਰਾਂਗੇ ਜਿੱਥੇ ਤੱਕ ਹੋ ਸਕੇ। ਉਹਨਾਂ ਨਾਲ ਹੀ ਰਹਿੰਦਾ ਹੈ। ਗਿਆ ਤੋਂ ਪਟਨਾ ਜਾਂਦੇ ਹਨ, ਪਟਨਾ ਉੱਥੇ ਰੁਕਦੇ ਹਨ। ਯਾਦ ਹੋਵੇ ਗੁਰੂ ਨਾਨਕ ਚਮਤਕਾਰ ਦੇ ਪਹਿਲੇ ਚੈਪਟਰ, ਪਹਿਲੇ ਵੋਲਿਊਮ ਚੋਂ ਮਹਾਰਾਜ ਗੁਰੂ ਨਾਨਕ ਦੇਵ ਜੀ ਪਟਨਾ ਗਏ ਹੋਏ ਹਨ। ਸਾਲਸ ਰਾਏ ਦੀ ਸਾਖੀ ਉੱਥੇ ਵਾਪਰੀ ਹੈ, ਤੇ ਸਾਲਸ ਰਾਏ ਦੀ ਸਾਖੀ ਵਿੱਚ ਉੱਥੇ ਸਾਲਸ ਰਾਏ ਦੇ ਘਰ ਰਹੇ ਹਨ, ਧਰਮਸਾਲ ਬਣੀ ਹੈ। ਉਹ ਧਰਮਸਾਲ ਜਿਹੜੀ ਹੈ ਉਹ ਤੱਕ ਵੀ ਸੀ ਉਸ ਟਾਈਮ ਤੱਕ, ਸਿੱਖ ਹੈ ਸਨ ਉੱਥੇ। ਮਹਾਰਾਜ ਉੱਥੇ ਰਹਿੰਦੇ ਹਨ, ਤੇ ਥੋੜੀ ਦੇਰ ਬਾਅਦ, ਥੋੜੇ ਦਿਨ ਰਹਿਣ ਤੋਂ ਬਾਅਦ ਮਾਤਾ ਗੁਜਰੀ ਜੀ ਤੇ ਕਿਰਪਾਲ ਚੰਦ ਉਹਨਾਂ ਦੇ ਮਾਮਾ ਭਾਈ ਦਿਆਲ ਦਾਸ ਜੀ ਤੇ ਗੁਰਦਿੱਤਾ ਰੰਧਾਵਾ, ਜਿਹੜੇ ਉਹਨਾਂ ਦੇ ਅੰਸ਼ ਵਿੱਚੋਂ ਹਨ, ਬਾਬਾ ਬੁੱਢਾ ਜੀ ਦੇ ਅੰਸ਼ ਵਿੱਚੋਂ ਹਨ, ਇਹ ਚਾਰ ਬੰਦੇ ਪਟਨੇ ਰਹਿ ਜਾਂਦੇ ਹਨ। ਤੇ ਮਹਾਰਾਜ ਆਪ ਰਾਜਾ ਰਾਮ ਸਿੰਘ ਨਾਲ ਚਲੇ ਜਾਂਦੇ ਹਨ, ਤੇ ਨਾਲ ਮਤੀ ਦਾਸ ਤੇ ਸਤੀ ਦਾਸ ਜਿਹੜੇ ਗੁਰੂ ਘਰ ਦੇ ਵੱਡੇ ਪਹੁੰਚੇ ਹੋਏ ਸਿੱਖ ਹਨ ਜਿਹੜੇ, ਉਹ ਨਾਲ ਉਹਨਾਂ ਦੇ ਜਾਂਦੇ ਹਨ। ਉਹ ਪਟਨੇ ਤੋਂ ਅੱਗੇ ਚਲੇ ਜਾਂਦੇ ਹਨ। ਮਹਾਰਾਜ ਆਪਣੀ ਫੈਮਿਲੀ ਨੂੰ ਛੋੜ ਕੇ ਉੱਥੇ, ਤੇ ਉਹ ਅੱਗੇ ਰਾਜਾ ਰਾਮ ਸਿੰਘ ਨਾਲ ਅੱਗੇ ਚਲੇ ਜਾਂਦੇ ਹਨ। This is the trip that started in the year 1665, ਔਰ ਇਸੀ ਟ੍ਰਿਪ ਵਿੱਚ in December of 1666 ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਨਮ ਪਟਨੇ ਹੁੰਦਾ ਹੈ। ਜਦੋਂ ਮਹਾਰਾਜ ਉੱਥੇ ਪਟਨੇ ਹੁੰਦੇ ਨਹੀਂ ਹਨ, ਪਰ ਆਪ ਪਟਨੇ ਤੋਂ ਚਲੇ ਜਾਂਦੇ ਹਨ ਤੇ ਪਟਨਾ ਜਨਮ ਹੁੰਦਾ ਹੈ। ਹਾਂਜੀ, any questions ਜੀ so far? lot of dates, lot of events, lot of things going on। ਹਾਂਜੀ, so confusion ਨਾ ਕੋਈ ਹੋਵੇ, ਮੈਂ ਤਾਂ ਹੀ ਬਾਰ-ਬਾਰ ਰੁਕ ਜਾਂਦਾ। I'll stop for a second and see if you have any questions। ਕੋਈ question ਨਹੀਂ ਹੈ? ਠੀਕ ਹੈ।
ਉੱਥੋਂ ਚੱਲ ਕੇ ਮਹਾਰਾਜ ਫਿਰ ਅੱਗੇ ਜਦੋਂ ਪਹੁੰਚਦੇ ਹਨ ਅੱਗੇ ਤੇ ਛੋਟੀ ਜਿਹੀ ਜਗ੍ਹਾ ਹੈ ਮੁੰਗੇਰ, MONGHYR, ਹੁਣ ਵੀ ਹੈ, ਦੇਖ ਸਕਦੇ ਹੋ ਬਿਹਾਰ ਵਿੱਚ, ਨਾਰਦਰਨ ਬਿਹਾਰ ਵਿੱਚ, ਕੂਚ ਬਿਹਾਰ ਦੇ ਕੋਲ। ਤੇ ਬਲੀਵ ਮੀ অর ਨਾਟ, ਮੁੰਗੇਰ 2-2.5 ਮਹੀਨੇ ਵਾਸਤੇ ਮਹਾਰਾਜ ਨੂੰ ਰਹਿਣਾ ਪੈਂਦਾ ਉੱਥੇ, ਕਿਉਂਕਿ ਫਲੱਡਸ ਦੀ ਵਜ੍ਹਾ ਨਾਲ, ਬਾਰਿਸ਼ਾਂ ਦੀ ਵਜ੍ਹਾ ਨਾਲ ਰਸਤੇ ਬੰਦ ਹੋ ਜਾਂਦੇ ਹਨ ਉਹਨਾਂ ਦੇ ਨਾਲ। ਉੱਥੇ ਬਾਰਿਸ਼ਾਂ ਬੜੀਆਂ ਹੁੰਦੀਆਂ ਨੇ, ਹੁਣ ਵੀ ਬੜੀ ਰੇਨਫਾਲ ਬੜੀ ਹੁੰਦੀ ਹੈ, ਕਈ ਵਾਰ ਰਸਤੇ ਬੰਦ ਹੋ ਜਾਂਦੇ, ਰਸਤੇ ਨਹੀਂ ਰਹਿੰਦੇ, ਦਰਿਆ ਚੜ ਜਾਂਦੇ ਹਨ ਬੜੇ। ਸੋ ਮਹਾਰਾਜ ਉੱਥੇ ਰੁਕ ਗਏ 2-3 ਮਹੀਨੇ ਵਾਸਤੇ, ਤੇ ਉੱਥੇ ਇੱਕ ਛੋਟਾ ਜਿਹਾ ਸਥਾਨ ਹੈ ਮੁੰਗੇਰ ਹੁਣ ਵੀ। ਦੇਖ ਕੇ ਤੁਹਾਨੂੰ ਜ਼ਰਾ ਦੁੱਖ ਹੋਏਗਾ ਬੜਾ, ਮੈਂ ਕੱਲ ਇਮੇजेस ਦੇਖੀਆਂ ਉਹਦੀਆਂ ਗੂਗਲ ਤੇ ਬਹੁਤ ਛੋਟਾ ਇੱਕ ਕਮਰਾ ਜਿਹਾ ਹੈ, ਕੋਈ ਸਿੱਖ ਫੈਮਿਲੀ ਨਹੀਂ ਰਹਿੰਦੀ ਉੱਥੇ ਉਸ ਸ਼ਹਿਰ ਵਿੱਚ, ਤੇ ਉਹ ਬ੍ਰਾਹਮਣ ਹੈ, ਕੋਈ ਹਿੰਦੂ ਬ੍ਰਾਹਮਣ ਹੈ ਜਿਹੜਾ ਗੁਰਦੁਆਰੇ ਦੀ ਖਿਆਲ ਕਰਦਾ ਹੈ ਉੱਥੇ। ਤੇ ਉਸ ਘਰ ਵਿੱਚ ਜਿਹੜਾ ਛੋਟੇ ਕਮਰੇ ਵਿੱਚ ਮਹਾਰਾਜ ਦੇ ਸਰੂਪ ਹਨ ਅੰਦਰ, ਜਿੱਥੇ ਕੋਈ ਪ੍ਰਕਾਸ਼ ਸਵੇਰੇ ਉਹ ਕਰਦਾ ਹੈ ਤੇ ਸ਼ਾਮੀ ਵੀ ਕਰਦਾ ਹੈ ਪ੍ਰਕਾਸ਼। ਸਿੱਖ ਸੰਗਤਾਂ ਕਿਧਰੇ ਕਿਧਰੇ, ਕੋਈ ਵਿਰਲਾ ਟਾਵਾਂ ਹੀ ਕੋਈ ਉੱਥੇ ਮੁੰਗੇਰ ਜਾਂਦਾ ਹੈ ਦਰਸ਼ਨ ਕਰਨ, ਪਰ ਮਹਾਰਾਜ ਦਾ ਚਰਨ ਛੋਹ ਸਥਾਨ ਹੈ। 2-3 ਮਹੀਨੇ ਮਹਾਰਾਜ ਉੱਥੇ ਰਹੇ, ਉੱਥੇ ਰਾਜਾ ਰਾਮ ਸਿੰਘ ਨਾਲ, ਤੇ ਉੱਥੇ ਸੰਗਤਾਂ ਨੂੰ ਦਰਸ਼ਨ ਦਿੱਤੇ। ਉਸ ਵੇਲੇ ਸਿੱਖ ਹੈ ਸਨ ਮੁੰਗੇਰ ਵਿੱਚ, ਤੇ ਮਹਾਰਾਜ ਨੇ ਦਰਸ਼ਨ ਦਿੱਤੇ ਉੱਥੇ, ਤੇ ਉੱਥੇ 2-3 ਮਹੀਨੇ ਰਹੇ ਉੱਥੇ। ਤੇ ਉੱਥੋਂ ਫਿਰ ਮਹਾਰਾਜ ਚਲਦੇ ਹਨ ਤੇ ਡਾਊਨ ਸਾਊਥ ਟੁਵਰਡਸ, ਮੋਰ ਡੀਪਰ ਇਨਟੂ ਦ ਈਸਟਰਨ ਫਰੰਟ, ਤੇ ਮਹਾਰਾਜ ਫਿਰ ਢਾਕਾ ਪਹੁੰਚਦੇ ਹਨ। ਤੇ ਦਸੰਬਰ 1666 ਵਿੱਚ ਜਾਂ ਅਰਲੀ 1667 ਵਿੱਚ ਢਾਕਾ ਪਹੁੰਚਦੇ ਹਨ। It's a long journey. If you look at the map though, from Munger to Dhaka, it's not next door. I don't know ਕਿੰਨੀਆਂ ਮੁਸੀਬਤਾਂ ਤੇ ਕਿੰਨੇ ਪ੍ਰੋਬਲਮਸ ਆਏ ਹੋਣੇ ਉਸ ਵੇਲੇ ਇਤਨੀ ਦੂਰ ਜਾਣ ਦੀਆਂ, ਪਰ ਮਹਾਰਾਜ ਮੁੰਗੇਰ ਤੋਂ ਢਾਕਾ ਜਿਹੜੇ ਹਨ 1666 ਦੇ ਐਂਡ ਵਿੱਚ ਤੇ 1667 ਵਿੱਚ ਦੇ ਕਰੀਬ ਢਾਕਾ ਪਹੁੰਚਦੇ ਹਨ। ਹਾਂਜੀ, ਉਹ ਕਈ ਹਿਸਟੋਰੀਅਨਸ ਲਿਖਦੇ ਹਨ ਕਿ ਜਦੋਂ ਢਾਕਾ ਪਹੁੰਚਦੇ ਹਨ ਤੇ ਜਨਮ ਦੀ ਖਬਰ ਆਂਦੀ ਹੈ, ਤੇ ਕਈ ਲਿਖਦੇ ਹਨ ਮੁੰਗੇਰ ਹੀ ਪਤਾ ਲੱਗ ਗਿਆ ਸੀ ਉਹਨਾਂ ਨੂੰ ਕਿ ਮਹਾਰਾਜ ਦਾ ਜਨਮ ਹੋ ਗਿਆ ਪਟਨੇ। So though different opinions, and doesn't matter where, it's difficult to say we exactly ਕਿਹੜੇ ਜਗ੍ਹਾ ਉਹਨੂੰ ਪਤਾ ਲੱਗਿਆ ਇਸ ਬਾਰੇ, but he found out either in Munger or he reached Dhaka. ਲੇਕਿਨ ਇੱਕ ਪੁਰਾਣੀ ਗੱਲ ਮੈਂ ਤੁਹਾਨੂੰ ਪਹਿਲੇ ਵੀ ਕਹਿ ਦਿੱਤੀ ਸੀ, ਮੈਂ ਹੁਣ ਦੁਬਾਰਾ ਰਿਪੀਟ ਕਰ ਦਿੰਦਾ ਕਿ ਮਹਾਰਾਜ ਜਾਣ ਤੋਂ ਪਹਿਲੇ ਉਹਨਾਂ ਨੂੰ ਪਤਾ ਸੀ ਕਿਹਦਾ ਜਨਮ ਹੋਣਾ ਹੈ, ਉਹਨਾਂ ਨੂੰ ਸਭ ਪਤਾ ਸੀ। ਤੇ ਉੱਥੇ ਮਾਤਾ ਜੀ ਨੂੰ ਕਹਿ ਕੇ ਆਏ ਸਨ ਕਿ ਤੁਹਾਡੀ ਕੁੱਖ ਤੋਂ ਜਿਹਨੇ ਜਨਮ ਲੈਣਾ ਹੈ ਉਹ ਕੋਈ ਆਮ ਆਤਮਾ ਨਹੀਂ ਹੈ, ਕੋਈ ਆਮ ਬੰਦਾ ਨਹੀਂ ਹੈ ਕੋਈ। ਸੋ ਤੁਸੀਂ ਇਹਨਾਂ ਦੇ ਜਨਮ ਤੋਂ ਬਾਅਦ ਇਹਨਾਂ ਦੀ ਰਖਵਾਲੀ ਕਰਨੀ ਹੈ, ਤੇ ਇਹ ਜੋ ਇਹ ਕਰਨ ਇਹਨਾਂ ਨੂੰ ਕਰਨ ਦੇਣਾ ਹੈ, ਇਹਨਾਂ ਦੇ ਰਸਤੇ 'ਚ ਕੋਈ ਵਿਘਨ ਨਹੀਂ ਪਾਣੇ। ਜੋ ਚੋਜ ਕਰਨਗੇ, ਜਿਹਨੂੰ ਕਰਨਗੇ, ਜੋ ਕਹਿਣਗੇ, ਤੁਸੀਂ ਕੁਝ ਨਹੀਂ ਕਹਿਣਾ ਇਹਨਾਂ ਨੂੰ, ਤੁਸੀਂ ਜੋ ਕਰਨਾ ਹੈ ਇਹਨਾਂ ਨੇ ਕਰਨਾ ਹੈ। ਇਹਨਾਂ ਅੱਗੇ ਇਹ ਢਾਕਾ ਤੱਕ ਦੀ ਜਰਨੀ ਹੈ ਉਹਨਾਂ ਦੀ, ਜਦੋਂ ਢਾਕਾ ਪਹੁੰਚਦੇ ਹਨ। ਹਾਂਜੀ, ਐਨੀ ਕੁਐਸਚਨਸ ਜੀ ਸੋ ਫਾਰ? The journey started from Baba Bakala, ਦਿੱਲੀ, ਆਗਰਾ, ਮਥੁਰਾ, ਵੱਡੇ ਜਿਹੜੇ ਤੀਰਥ ਸਥਾਨ ਹਨ, ਗਿਆ, ਪ੍ਰਯਾਗ, ਤ੍ਰਿਵੇਣੀ ਜਿੱਥੇ ਕਨਸੀਵ ਹੋਏ ਹਨ, ਉਸ ਤੋਂ ਬਾਅਦ ਪਟਨਾ ਤੋਂ ਮੁੰਗੇਰ, ਤੇ ਮੁੰਗੇਰ ਤੋਂ ਢਾਕਾ। ਸੋ ਇਹ ਹੁਣ ਤੱਕ ਦੀ ਜਰਨੀ ਹੈ। ਹਾਂਜੀ, ਐਨੀ ਕੁਐਸਚਨਸ ਜੋ? ਤੀਸਰੀ ਲੰਬੀ ਜਰਨੀ ਉਹਨਾਂ ਦੀ ਈਸਟ ਦੀ। ਮੁੰਗੇਰ ਤੋਂ ਢਾਕਾ 250 ਮੀਲ ਹੈ ਜੀ। ਹਾਂ, ਦੂਰ ਹੈ ਵੀ ਜੀ ਕਾਫੀ, 400 ਕਿਲੋਮੀਟਰ, almost 375-400 kilometers away. ਔਰ ਉਹਨਾਂ ਦਿਨਾਂ ਵਿੱਚ ਆਣਾ ਜਾਣਾ, ਮਤਲਬ ਕਿ I can imagine, ਤੇ ਰਾਜਾ ਰਾਮ ਸਿੰਘ ਹੋਰੀ ਨਾਲ ਜਾਂਦੇ ਹਨ। ਤੇ ਜਦੋਂ ਢਾਕਾ ਪਹੁੰਚਦੇ ਹਨ ਤੇ ਇਹ ਆਪਣੇ ਕੰਮ ਵਿੱਚ ਬਿਜ਼ੀ ਹੋ ਜਾਂਦਾ ਹੈ, ਤੇ ਮਹਾਰਾਜ ਕਹਿੰਦੇ ਉਹਨਾਂ ਨੂੰ, ਮਹਾਰਾਜ ਨੂੰ ਕਹਿੰਦਾ ਤੁਸੀਂ ਮੇਰੇ ਨਾਲ ਰਹੋ, ਤੁਸੀਂ ਜਾਓ ਨਾ ਕਿਧਰੇ, ਜੇ ਗਏ ਹੋ ਤੇ ਮੇਰੀ ਜਾਨ ਨੂੰ ਬੜਾ ਖਤਰਾ ਹੈ। ਔਰੰਗਜ਼ੇਬ ਮੇਰੀ ਜਾਨ ਦੇ ਪਿੱਛੇ ਪਿਆ, ਉਹ ਚਾਹੁੰਦਾ ਕਿ ਮੈਂ ਮਰ ਜਾਵਾਂ। ਮਹਾਰਾਜ ਜਾਂਦੇ ਨਹੀਂ ਹਨ, 1-2 ਸਾਲ ਰਹਿੰਦੇ ਹਨ ਢਾਕਾ ਉੱਥੇ। ਤੇ ਲੈਟ ਮੀ ਜਸਟ ਟਾਕ ਅਬਾਊਟ ਢਾਕਾ ਵਿੱਚ 2 ਵੱਡੇ ਗੁਰਦੁਆਰੇ ਹਨ, ਐਕਚੁਅਲੀ 3 ਹਨ। 3 ਵੱਡੇ ਗੁਰਦੁਆਰਿਆਂ ਵਿੱਚੋਂ ਜਿਹੜਾ ਸਭ ਤੋਂ ਇੰਪੋਰਟੈਂਟ ਸਥਾਨ ਜਿਹੜਾ ਹੈ, ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਲ ਅਸਥੰਭਿਤ ਸਥਾਨ ਹੈ, ਜਿਹੜਾ ਉਹਨਾਂ ਦੇ ਨਾਲ। ਤੇ ਉਹ ਗੁਰਦੁਆਰਾ ਹੁਣ ਤੱਕ ਰਨਿੰਗ ਕੰਡੀਸ਼ਨ ਵਿੱਚ ਹੈ। ਉਹ ਗੁਰਦੁਆਰਾ ਜਿਹੜਾ ਗੁਰੂ ਨਾਨਕ ਦੇਵ ਜੀ ਨਾਲ ਅਸਥੰਭਿਤ ਸਥਾਨ ਹੈ, ਉਹ ਯੂਨੀਵਰਸਿਟੀ ਆਫ ਢਾਕਾ ਦੇ ਕੈਂਪਸ ਦੇ ਬਿਲਕੁਲ ਨੇੜੇ ਜਾਂ ਉਹਦੇ ਵਿੱਚ ਹੈ ਉਹ ਗੁਰਦੁਆਰਾ। ਅਗਰ YouTube ਤੇ ਜਾ ਕੇ ਟਾਈਪ ਕਰੋਗੇ ਸਿੱਖ ਗੁਰਦੁਆਰਾ ਢਾਕਾ ਬੰਗਲਾਦੇਸ਼, ਤੇ that is the ਗੁਰਦੁਆਰਾ you will see there। ਹਾਂਜੀ, ਉਹ ਗੁਰੂ ਨਾਨਕ ਦੇਵ ਜੀ ਨਾਲ ਸਥੰਭਿਤ ਸਥਾਨ ਹੈ। ਉੱਥੇ ਮਹਾਰਾਜ ਦਾ ਪ੍ਰਕਾਸ਼ ਰੋਜ਼ ਹੁੰਦਾ ਹੈ। ਉੱਥੇ ਇੱਕ ਪ੍ਰੋਪਰ ਗ੍ਰੰਥੀ ਹੈ ਜਿਹੜਾ ਇੰਡੀਆ ਤੋਂ ਗਿਆ ਹੈ,
और every 5 years is what I read, कि हर 5 साल बाद वो ਜਾਂਦਾ है, कोई बंदा 5 साल ਰਹਿੰਦਾ है और 5 साल तो बाद वापस इंडिया आ जाते हैं, तो दूसरा ग्रंथी फिर भेजते हैं बांग्लादेश। परमानेंट कोई भी नहीं है उथे। तो बांग्लादेशी गवर्नमेंट graciously has accepted that, और उन्हें वीजा वगैरह मिल जाता है, तो वो उथे एक पक्का ग्रंथी जड़ा है, और गुरु नानक देव महाराज जड़ा वड्डा जड़ा चरण छोह स्थान जड़ा है उन्हां दा, ਉਹ ਗੁਰਦੁਆਰਾ ਫੰਕਸ਼ਨਿੰਗ ਕੰਡੀਸ਼ਨ ਵਿੱਚ ਹੈ। ਹਾਲਤ ਠੀਕ ਨਹੀਂ ਹੈ ਗੁਰਦੁਆਰੇ ਦੀ, ਪਰ ਗੁਰਦੁਆਰਾ ਫੰਕਸ਼ਨਿੰਗ। तो ਤੁਸੀਂ ਜੇ ਅਗਰ ਢਾਕਾ ਜਾਓ ਕਦੀ, I don't know when will that be, ਤੇ ਤੁਸੀਂ ਦਰਸ਼ਨ ਕਰ ਸਕਦੇ ਹੋ ਗੁਰਦੁਆਰੇ। ਇਹ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਦੂਸਰੀ ਉਦਾਸੀ ਸੀ, ਜਿਹੜੀ ਸੈਕੰਡ ਉਦਾਸੀ, ਤੇ ਜਿਸ ਉਦਾਸੀ ਤੇ ਪੂਰਾ ਇੰਡੀਆ ਦਾ ਚੱਕਰ ਲਗਾਇਆ ਉਹਨਾਂ ਨੇ, ਉਸ ਜਦੋਂ ਜਗਨਨਾਥਪੁਰੀ ਗਏ ਹਨ, ਜਦੋਂ ਸਾਲਸ ਰਾਏ ਦੀ ਸਾਖੀ ਵਿੱਚ, ਇਹ ਉਸ ਸਾਖੀ ਦੇ ਦੌਰਾਨ ਢਾਕਾ ਚਰਨ ਛੋਹ ਸਥਾਨ ਹੈ, ਮਹਾਰਾਜ ਢਾਕਾ ਗਏ ਹਨ ਗੁਰੂ ਨਾਨਕ ਦੇਵ ਜੀ ਉਸ ਵੇਲੇ। ਦੂਸਰਾ ਸਥਾਨ ਜਿਹੜਾ ਵੈ ਢਾਕਾ ਵਿੱਚ, ਜਿਹੜਾ ਦੂਸਰਾ ਗੁਰਦੁਆਰਾ ਹੈ, ਜਿਹੜਾ ਗੁਰੂ ਤੇਗ ਬਹਾਦਰ ਮਹਾਰਾਜ ਨਾਲ ਸਥੰਭਿਤ ਹੈ, ਜਿੱਥੇ ਮਹਾਰਾਜ 2.5 ਸਾਲ ਰਹੇ ਹਨ, 2.5-3 years ਮਹਾਰਾਜ ਢਾਕਾ ਉੱਥੇ ਰਹੇ ਹਨ, ਉਸੇ ਸਥਾਨ ਤੇ ਰਹੇ ਹਨ, ਉਹ ਗੁਰਦੁਆਰਾ ਸੰਗਤ ਟੋਲਾ। ਮੈਂ ਲਿਖਾਂਗਾ ਨਾਮ ਦੁਬਾਰਾ, SANGAT TOLA, ਗੁਰਦੁਆਰਾ ਸੰਗਤ ਟੋਲਾ ਢਾਕਾ। Unfortunately, ਉਹ ਗੁਰਦੁਆਰਾ almost ਗਿਰ ਗਿਆ, ਸਾਰੀ ਇਮਾਰਤ ਜਿਹੜੀ, half of the building has fallen down. Somebody's mics are on, and ਉਹ ਗੁਰਦੁਆਰਾ ਜਿਹੜਾ ਹੈ ਬਹੁਤ ਬੁਰੀ ਹਾਲਤ ਹੈ, ਬੜੀ dilapidated condition ਵਿੱਚ ਹੈ ਗੁਰਦੁਆਰਾ। They are trying their best. A little bit of history on that ਗੁਰਦੁਆਰਾ, apparently was a very popular ਗੁਰਦੁਆਰਾ, ਬੜੀ ਸਿੱਖ ਸੰਗਤ ਢਾਕੇ ਹੁੰਦੀ ਸੀ। 47 ਤੋਂ ਪਹਿਲੇ ਬੜੇ ਸਿੱਖ ਸੈਟਲਡ ਸਨ ਉੱਥੇ ਢਾਕੇ ਵਿੱਚ, ਤੇ ਸੰਗਤ ਟੋਲਾ ਵਾਜ਼ ਐਨ ਇੰਪੋਰਟੈਂਟ ਗੁਰਦੁਆਰਾ, ਆਵਾਜਾਈ ਬੜੀ ਲੋਕਾਂ ਦੀ ਸੀ ਉੱਥੇ, ਮਹਾਰਾਜ ਦਾ ਪ੍ਰਕਾਸ਼ ਵੀ ਹੁੰਦਾ ਸੀ, ਕਹਿੰਦੇ ਨੇ ਇੱਕ ਫੇਅਰ ਵੀ ਲੱਗਦਾ ਸੀ ਢਾਕਾ ਉਸ ਵੇਲੇ ਉੱਥੇ ਸੰਗਤ ਟੋਲੇ ਗੁਰਦੁਆਰੇ। ਹੁਣ 1945 ਤੱਕ ਉੱਥੇ ਗ੍ਰੰਥੀ ਸਨ, ਉੱਥੇ ਜਿਹੜੇ ਮਤਲਬ ਕਿ ਪਰਮਾਨੈਂਟਲੀ ਜਿਹੜੇ ਐਸੋਸੀਏਟਡ ਗ੍ਰੰਥੀ। 1947 ਵਿੱਚ ਜਦੋਂ ਪਾਰਟੀਸ਼ਨ ਤੋਂ ਬਾਅਦ ਉਹ ਗ੍ਰੰਥੀ ਜਿਹੜਾ ਹੈ ਉਹ ਵਾਪਸ ਚਲੇ ਗਏ, ਕਲਕੱਤੇ ਆ ਗਏ ਉਹ ਲੋਕ ਢਾਕਾ ਤੋਂ। ਤੇ ਗ੍ਰੰਥੀ ਦੀ ਮਮ, ਕਿਉਂਕਿ because I am from Bengal originally, ਤੇ ਮੇਰੀ I can read Bengali pretty well, you know, so ਕੱਲ ਮੈਂ ਜਦੋਂ ਦੇਖਦਾ ਪਿਆ ਸੀ ਤੇ ਬੰਗਾਲੀ ਚ ਮੈਨੂੰ ਇੱਕ ਨਿਕਲੇ, ਇੱਕ I saw a paper, you know, ਉਹਦੇ ਚ ਹਿਸਟਰੀ ਥੋੜੀ ਮਿਲ ਗਈ ਉਸ ਗੁਰਦੁਆਰੇ ਦੀ, ਬੰਗਾਲੀ ਚ ਲਿਖੀ ਹੋਈ ਸੀ ਸਾਰੀ। तो I read it and I understood it, you know, ਤੇ ਉੱਥੇ ਉਹਨੂੰ ਸਿਖੇਰ ਮਾਂ ਕਹਿੰਦੇ, ਮੈਂ ਸਿੱਖ ਦੀ ਮਾਂ ਹੈ, ਸਿਖੇਰ ਮਾਂ। ਸੋ ਉਹ ਮਾਂ ਜਿਹੜੀ ਹੈ ਉਹ 1952, 53, 54 ਤੱਕ ਢਾਕਾ ਰਹੀ, you know, ਤੇ ਤਦ ਤੱਕ ਗੁਰਦੁਆਰਾ ਚੱਲਦਾ ਰਿਹਾ, ਫੰਕਸ਼ਨਿੰਗ ਕੰਡੀਸ਼ਨ ਵਿੱਚ ਸੀ ਸੰਗਤ ਟੋਲਾ ਗੁਰਦੁਆਰਾ। ਉਹਨਾਂ ਦੇ ਮਾਤਾ ਜੀ ਦੇ ਵਾਪਸ ਕਲਕੱਤੇ ਆਉਣ ਤੋਂ ਬਾਅਦ ਗੁਰਦੁਆਰੇ ਦੀ ਹਾਲਤ ਬਹੁਤ ਵਿਗੜ ਗਈ, ਕੋਈ ਕੇਅਰ ਟੇਕਰ ਨਾ ਰਿਹਾ, ਆਸ-ਪਾਸ ਢਾਕਾ ਵੀ ਬੜਾ ਕੰਜਸਟਡ ਹੋ ਗਿਆ, ਆਸ-ਪਾਸ ਬੜੀਆਂ ਅਪਾਰਟਮੈਂਟ ਬਿਲਡਿੰਗਸ ਬਣ ਗਈਆਂ। ਤੇ ਹੁਣ ਅਗਰ ਤੁਸੀਂ ਦੇਖੋਗੇ, ਅਗਰ YouTube ਤੇ 2-3 ਵੀਡੀਓਜ਼ ਹਨ, ਯੂ ਆਰ ਵੈਲਕਮ ਟੂ ਲੁੱਕ ਐਟ ਇਟ। ਉਸ ਗੁਰਦੁਆਰੇ ਦੀ ਇਮਾਰਤ ਜਿਹੜੀ ਹੈ, ਉਹ ਇਮਾਰਤ ਬਸ ਸਮਝ ਲਓ ਕਿ ਗੁਰਦੁਆਰੇ ਦਾ ਅੰਦਰ ਕੋਈ ਇਮਾਰਤ ਦਾ ਪ੍ਰਕਾਸ਼ ਨਹੀਂ ਹੁੰਦਾ, ਅੰਦਰ ਜਗ੍ਹਾ ਹੈ, 4 ਦੀਵਾਰਾਂ ਹਨ, ਇੱਕ ਦੀਵਾਰ ਟੁੱਟੀ ਹੋਈ ਹੈ। ਤੇ ਪਰ ਤੁਹਾਨੂੰ ਇੱਕ ਬਹੁਤ ਸਾਡੇ ਵਾਸਤੇ ਬਹੁਤ ਇੰਪੋਰਟੈਂਟ ਸਥਾਨ ਹੈ, ਗੁਰੂ ਤੇਗ ਬਹਾਦਰ ਮਹਾਰਾਜ ਤੇ 2-3 ਸਾਲ ਢਾਕਾ ਉਸ ਸਥਾਨ ਤੇ ਰਹੇ ਹਨ। ਤੇ what I heard was ਕਿ there are talks going on right now of rebuilding that ਗੁਰਦੁਆਰਾ again, but ਢਾਕਾ ਵਿੱਚ ਸਿੱਖ ਸੰਗਤਾਂ ਇੰਨੀਆਂ ਨਹੀਂ ਹਨ ਕਿ you know, so ਬਾਹਰੋਂ ਪੈਸਾ ਜਾਏਗਾ। ਤੇ ਹੁਣ ਜਿਹੜਾ ਹੈ somebody from Singapore has sponsored apparently for the money though that they are rebuilding the Gurdwara Sangat Tola. Thank you. So any questions so far though? Just a little bit of history of Bangladesh, the Gurdwara and the ਜਿਹੜੇ current ਜਿਹੜੇ ਸਥਾਨ ਜਿਹੜੇ ਹਨ ਤੁਸੀਂ ਦੇਖ ਸਕਦੇ ਹੋ ਸੰਗਤ ਟੋਲਾ। ਅਗਰ ਤੁਸੀਂ ਰਿਸਰਚ ਕਰੋਗੇ ਗੂਗਲ ਤੇ ਸੰਗਤ ਟੋਲਾ ਗੁਰਦੁਆਰੇ ਬਾਰੇ ਤੁਹਾਨੂੰ ਥੋੜੀ ਬਹੁਤ ਰਾਈਟ ਅਪ ਮਿਲ ਜਾਏਗੀ ਉਸ ਗੁਰਦੁਆਰੇ ਬਾਰੇ। ਥੈਂਕ ਯੂ। ਬਾਈ ਦਾ ਵੇ ਭਾਈ ਕਾਨ ਸਿੰਘ ਨਾਭਾ ਨੇ ਮਹਾਨਕੋਸ਼ ਵੀ ਸੰਗਤ ਟੋਲੇ ਗੁਰਦੁਆਰੇ ਬਾਰੇ ਲਿਖਿਆ ਹੈ। ਉਸ ਵੇਲੇ ਮਹਾਰਾਜ ਸਥਾਨ ਉਸ ਵੇਲੇ ਫੰਕਸ਼ਨਿੰਗ ਗੁਰਦੁਆਰਾ ਸੀ। ਜਦੋਂ ਮਹਾਨਕੋਸ਼ ਲਿਖਿਆ ਗਿਆ 1928, 29, 32, 33 ਵਿੱਚ, ਤੇ that was a functioning ਗੁਰਦੁਆਰਾ, ਮਹਾਰਾਜ ਦਾ ਪ੍ਰਕਾਸ਼ ਹੁੰਦਾ ਸੀ। ਤੇ ਇੱਕ ਗੱਲ ਮੈਂ ਹੋਰ ਕਹਿ ਦਿਆਂ, ਸੰਗਤ ਟੋਲੇ ਗੁਰਦੁਆਰੇ 2 ਅਤ ਪੁਰਾਤਨ ਬੀੜਾਂ ਹਨ ਜੀ, ਜਿਹੜੀਆਂ 2 ਪੁਰਾਤਨ ਬੀੜਾਂ ਪ੍ਰਿਧ ਹਨ। ਉਹ ਬੀੜਾਂ ਚੁੱਕ ਕੇ ਹੁਣ ਗੁਰੂ ਨਾਨਕ ਦੇਵ ਮਹਾਰਾਜ ਦੇ ਸਥਾਨ ਵਾਲੇ ਉੱਥੇ ਲੈ ਗਏ ਹਨ।
ਤੇ ਉਸ ਬੀੜ ਦੋਨੋਂ ਬੀੜ ਸਾਹਿਬ ਦੀ ਰੈਸਟੋਰੇਸ਼ਨ ਚਲਦੀ ਪਈ ਹੈ। ਕੋਈ ਮਿਸਟਰ ਪੰਕਜ ਸ਼ਰਮਾ ਹੈ ਦਿੱਲੀ ਵਿੱਚ ਕੋਈ ਰੈਸਟੋਰੇਸ਼ਨ ਐਕਸਪਰਟ, ਉਹਨਾਂ ਨੂੰ ਸਿੱਖਾਂ ਨੇ ਉਹ ਜਿਹੜੀ ਫੈਮਿਲੀ ਜਿਹੜੀ ਹੈ, ਜਿਹੜੀ ਸਿੰਗਾਪੁਰ ਦੀ ਫੈਮਿਲੀ ਜਿਹੜੇ ਸਪਾਂਸਰ ਕੀਤਾ, ਜਿਨ੍ਹਾਂ ਨੇ ਕੋਈ ਫੈਮਿਲੀ ਹੈ ਸਿੰਗਾਪੁਰ ਵਿੱਚ, ਕੋਈ ਵੈਲ ਟੂ ਡੂ ਫੈਮਿਲੀ ਹੈ ਜਿਨ੍ਹਾਂ ਨੇ ਸਪਾਂਸਰ ਕੀਤਾ, ਤੇ ਉਹ ਰੈਸਟੋਰੇਸ਼ਨ ਵਾਸਤੇ ਹਰ ਮਹੀਨੇ ਜਾਂਦੇ ਹਨ ਢਾਕਾ ਤੇ ਜਾ ਕੇ ਉਸ ਬੀੜ ਨੂੰ ਰਿਸਟੋਰ ਕਰਨ ਦੀ ਕੋਸ਼ਿਸ਼ ਕਰਦੇ ਹਨ। We believe ਕਿ ਇਹ ਇਤਨੀ ਪੁਰਾਤਨ ਬੀੜ ਹੈ ਕਿ ਮਹਾਰਾਜਾ ਬਾਬਾ ਦੀਪ ਸਿੰਘ ਜੀ ਦੀ ਹੱਥ ਲਿਖਤ ਬੀੜ ਹੈ, is what we believe, ਜਿਹੜੀ ਢਾਕਾ ਪਈ ਹੋਈ ਹੈ ਇਸ ਵੇਲੇ, believe me or not। ਤੇ ਉਸ ਬੀੜ ਦੀ ਰੈਸਟੋਰੇਸ਼ਨ ਵਰਕ ਜਿਹੜਾ ਵਾ ਉਹ ਢਾਕਾ ਚੱਲਦਾ ਪਿਆ ਹੈ। ਇੱਕ ਹੋਰ ਅਤ ਪੁਰਾਤਨ ਬੀੜ ਵੀ ਉੱਥੇ ਪਈ ਹੋਈ ਹੈ। ਇਸ ਗੱਲ ਤੋਂ ਤੁਹਾਨੂੰ ਅੰਦਾਜ਼ਾ ਹੋਏਗਾ ਕਿ ਕਿਤਨੇ ਸਿੱਖ ਉਸ ਵੇਲੇ 300-400 ਸਾਲਾਂ ਤੱਕ ਉਸ ਪਾਸੇ ਰਹਿੰਦੇ ਸਨ। ਤਾਂ ਹੀ ਕਿਤਨੇ ਹੁਕਮਨਾਮੇ ਮਿਲਦੇ ਹਨ ਢਾਕਾ ਦੇ ਸੰਗਤ ਦੇ ਨਾਂ ਤੇ, ਸਿਲਟ ਦੀ ਸੰਗਤ ਦੇ ਨਾਂ ਤੇ, ਮੇਮਨ ਸਿੰਘ ਸੰਗਤ ਦੇ ਨਾਂ ਤੇ, ਚੱਟੋਗ੍ਰਾਮ ਸੰਗਤ ਦੇ ਨਾਂ ਤੇ ਜਿਹੜੇ ਹਨ ਇਹ ਹੁਕਮਨਾਮੇ ਮਿਲਦੇ ਹਨ ਹੁਣ ਤੱਕ। ਜੀ any questions so far? Little bit of history on the Bangladeshis gurdwaras, and it's also good to know ਕੀ ਹੋ ਰਿਹਾ ਉੱਥੇ, you know, ਕਿਹੜੇ ਸਥਾਨ ਉੱਥੇ ਮਹਾਰਾਜ ਗਏ ਹਨ, ਇਹਨਾਂ ਤੇ ਪਤਾ ਹੈ ਤੁਹਾਨੂੰ ਜ਼ਰੂਰ। I'll stop for a second. Thank you. Anybody has any comments or questions? Okay, no comments, no questions ਜੀ, ਠੀਕ ਹੈ। 1668 ਤੱਕ ਮਹਾਰਾਜ ਢਾਕਾ ਰਹਿੰਦੇ ਹਨ। ਰਿਮੈਂਬਰ ਜਨਵਰੀ 1667 ਚ ਆਉਂਦੇ ਹਨ ਤੇ 1668 ਦੇ ਬਿਗਨਿੰਗ ਵਿੱਚ ਰਾਜਾ ਰਾਮ ਸਿੰਘ ਹੋਰੀ ਰਿਕੁਐਸਟ ਕਰਦੇ ਹਨ ਕਿ ਔਰੰਗਜ਼ੇਬ ਦਾ ਨਵਾਂ ਹੁਕਮ ਆਇਆ ਕਿ ਤੂੰ ਬੜੀ ਦੇਰ ਦਾ ਆਇਆ, ਤੂੰ ਕੁਝ ਕੀਤਾ ਨਹੀਂ, ਤੂੰ ਜਾ ਕੇ ਕਿਧਰੇ ਹਮਲਾ ਕਰ ਤੇ ਜਿਹੜੀਆਂ ਜਗ੍ਹਾ ਜਿਹੜੀਆਂ ਲੈਣੀਆਂ ਤੂੰ ਲੈ ਜਾ ਕੇ। ਤੇ ਇਹ ਫਿਰ ਇੱਕ ਉੱਥੇ ਦੇ ਧੁਬੜੀ is a town which is about 300 kilometers north of Dhaka. It is in India right now on the banks of river Brahmaputra. I'm both fortunate, I don't know who else in the group might have visited that Gurdwara, but I have visited Dhubri. The easternmost place to gay and Maharaj 300 kilometers north hai Dhaka to, on right on the border of India and Bangladesh, on the river Brahmaputra. On the northern banks of Brahmaputra, not on the southern banks of Brahmaputra. मैं दर्शन कीते हैं बचपन च, मैं को 13-14 साल ਦੀ ਉਮਰ ਹੋਣੀ ਹੈ ਜਦੋਂ ਮੈਂ ਗੁਹਾਟੀ ਗਿਆ ਸੀ ਇੱਕ ਵਾਰੀ ਫੈਮਿਲੀ ਵਿਜ਼ਿਟ ਤੇ, ਕਿ ਮੇਰੇ ਰਿਲੇਟਿਵਸ ਰਹਿੰਦੇ ਸਨ ਉੱਥੇ, ਸਾਰੇ ਨਾਲ ਗਏ ਸੀ। ਉੱਥੋਂ ਫਿਰ ਉਹ ਸਾਨੂੰ ਕਾਰ ਤੇ ਲੈ ਕੇ ਗਏ ਸੀ ਧੁਬੜੀ ਦਰਸ਼ਨ ਕਰਾਉਣ ਵਾਸਤੇ। ਮੇਰਾ ਉਸ ਵੇਲੇ ਵੀ ਬੜਾ ਮਨ ਸੀ, ਮੈਨੂੰ ਹਿਸਟਰੀ ਦਾ ਪਤਾ ਸੀ ਥੋੜਾ ਬਹੁਤ ਆਪਣੇ ਡੈਡ ਕੋਲੋਂ, ਤੇ I always wanted go and visit Dhubri, and I remember as a 14-year-old kid, you know, visiting Gurdwara from Guwahati to, from Assam ਦੇ ਹੋਰ ਇਲਾਕਿਆਂ ਤੋਂ, Dibrugarh ਵਗੈਰਾ ਤੋਂ ਬੜੀ ਸਿੱਖ ਸੰਗਤ ਜਿਹੜੀ ਹੈ ਧੁਬੜੀ ਜਾਂਦੀ ਹੈ। ਤੇ ਧੁਬੜੀ ਕਿਉਂ ਗਏ? ਕਿਉਂਕਿ ਧੁਬੜੀ ਜਿਹੜੇ ਲੋਕਲ ਜਿਹੜੇ ਐਸਐਮਈਜ਼ ਜਿਹੜੀ ਪਾਪੂਲੇਸ਼ਨ ਸੀ, ਉਹਨਾਂ ਨਾਲ ਰਾਜਾ ਰਾਮ ਸਿੰਘ ਦੀ ਗੱਲਬਾਤ ਹੋਈ ਤੇ ਉਹਨਾਂ ਨੇ ਆਪਣੇ ਆਪ ਨੂੰ ਸਰੈਂਡਰ ਆਲਮੋਸਟ ਕਰ ਲਿੱਤਾ ਮੁਗਲ ਇੰਪਾਇਰ ਦੇ ਕੋਲ। ਤੇ ਇੱਥੇ ਇੱਕ ਹੋਰ ਬੜਾ ਇੰਪੋਰਟੈਂਟ ਇਨਸੀਡੈਂਟ ਹੋਇਆ ਗੁਰੂ ਤੇਗ ਬਹਾਦਰ ਮਹਾਰਾਜ ਦੀ ਲਾਈਫ ਨੇ, ਜਿਹੜੀ ਗੁਰੂ ਨਾਨਕ ਚਮਤਕਾਰ ਦੇ ਕਲਗੀਧਰ ਚਮਤਕਾਰ ਦੇ ਪਹਿਲੀ ਵੋਲਿਊਮ ਦੇ 4 ਚੈਪਟਰ ਦੇ ਉੱਪਰ, ਰਿਮੈਂਬਰ ਵੀ ਰੈਡ ਦੈਟ ਚੈਪਟਰ ਕਾਲਡ ਰਾਜਾ ਰਤਨ ਰਾਏ, ਇਫ ਯੂ ਰਿਮੈਂਬਰ ਦੈਟ। ਰਾਜਾ ਰਤਨ ਰਾਏ ਦਾ ਚੈਪਟਰ ਆਇਆ ਸੀ ਕਲਗੀਧਰ ਚਮਤਕਾਰ ਵਿੱਚ, ਜਦੋਂ ਉਹ ਬੜੇ ਗਿਫਟ ਲੈ ਕੇ ਜਾਂਦਾ ਆਪਣੀ ਮਾਂ ਦੇ ਨਾਲ ਅਨੰਦਪੁਰ ਸਾਹਿਬ ਦਰਸ਼ਨ ਕਰਨ ਵਾਸਤੇ। Yeah, this happened here in Dhubri. Now you can relate the two incidents together. ਜਦੋਂ ਮਹਾਰਾਜ ਉੱਥੇ ਗਏ ਹਨ ਤੇ ਰਾਜਾ ਰਤਨ ਰਾਏ ਦੇ ਫਾਦਰ ਰਾਜਾ ਰਾਮ ਰਾਏ, ਉਹਨਾਂ ਨਾਲ ਮੁਲਾਕਾਤ ਮਹਾਰਾਜ ਦੀ ਹੁੰਦੀ ਹੈ ਤੇ ਉਹ ਆਪਣੇ ਮਹਿਲਾਂ ਵਿੱਚ ਲੈ ਕੇ ਜਾਂਦਾ ਇਹਨਾਂ ਨੂੰ ਨਾਲ, ਉੱਥੇ ਰਹਿੰਦੇ ਹਨ ਮਹਾਰਾਜ ਨਾਲ। ਉੱਥੇ ਫਿਰ ਉਹ ਸਿੱਖ ਬਣਦਾ ਹੈ ਤੇ ਉਹਦੇ ਘਰ ਔਲਾਦ ਨਹੀਂ ਹੁੰਦੀ। ਮਹਾਰਾਜ ਅਰਦਾਸ ਕਰਦੇ ਹਨ ਕਿ ਤੇਰੇ ਘਰ ਔਲਾਦ ਹੋਏਗੀ। ਫਿਰ ਉਹ ਜਿਹੜੀ ਨੈਕਸਟ ਜਿਹੜੀ ਔਲਾਦ ਜਿਹੜੀ ਹੁੰਦੀ ਹੈ ਰਤਨ ਰਾਏ, ਉਹੀ ਹੈ ਜਿਹੜਾ ਜਾਂਦਾ ਹੈ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ। ਇਹ ਗੱਲ ਧੁਬੜੀ ਦੀ ਹੈ, ਧੁਬੜੀ ਹੋਈ ਹੈ ਗੱਲ ਸਾਰੀ ਹੈ। ਇਹ 16 ਫਰਵਰੀ 1669 ਤੋਂ ਲੈ ਕੇ ਮਿਡ ਜੂਨ 1669 ਤੱਕ ਧੁਬੜੀ ਰਹਿੰਦੇ ਹਨ। ਜਦੋਂ ਰਾਜਾ ਰਾਮ ਰਾਏ ਦੇ ਨਾਲ ਮੁਲਾਕਾਤ ਹੁੰਦੀ ਹੈ, ਉਹਨੂੰ ਉਪਦੇਸ਼ ਦਿੰਦੇ ਹਨ ਤੇ ਉਹਨੂੰ ਸਿੱਖ ਬਣਦਾ ਹੈ ਉਹ। ਤੇ ਮਹਾਰਾਜ ਵਾਪਸ ਜਿਹੜੇ ਹਨ ਫਿਰ 1670 ਵਿੱਚ ਮਹਾਰਾਜ ਵਾਪਸ ਜਿਹੜੇ ਹਨ ਉਹ ਢਾਕਾ ਚਲੇ ਜਾਂਦੇ ਹਨ।
we are in the year 1670 now. 1670 ਵਿੱਚ ਤੁਬੜੀ ਤੋਂ ਵਾਪਸ ਢਾਕਾ ਚਲੇ ਜਾਂਦੇ ਹਨ ਉਪਦੇਸ਼ ਦੇ ਕੇ, ਤੇ ਜਦੋਂ ਢਾਕਾ ਪਹੁੰਚਦੇ ਹਨ ਤੇ ਉਹਨਾਂ ਨੂੰ ਖਬਰ ਆਂਦੀ ਹੈ ਕਿ ਔਰੰਗਜ਼ੇਬ ਨੇ ਅੱਤ ਚੁੱਕੀ ਹੋਈ ਹੈ ਪੰਜਾਬ ਤੇ ਕਸ਼ਮੀਰ ਵਿੱਚ। ਬਹੁਤ ਬੁਰਾ ਹਾਲ ਹੈ ਹਿੰਦੁਸਤਾਨ ਦਾ, ਹਾਹਾਕਾਰ ਹਰ ਜਗ੍ਹਾ ਮੰਨੀ ਹੋਈ ਹੈ, ਸਾਰੇ ਹਿੰਦੂਆਂ ਦੇ ਮੰਦਿਰ ਢਾਏ ਜਾ ਰਹੇ ਹਨ, ਬੁਰਾ ਹਾਲ ਹੈ ਹਰ ਜਗ੍ਹਾ। ਤੇ ਮਹਾਰਾਜ ਨੂੰ ਰਿਕੁਐਸਟ ਆਈ ਪੰਜਾਬ ਤੋਂ ਕਿ ਤੁਸੀਂ ਹੁਣ ਵਾਪਸ ਫੌਰਨ ਪੰਜਾਬ ਵਾਪਸ ਪਹੁੰਚੋ। ਤੇ ਇਹ ਗੱਲ ਜਿਹੜੀ ਹੈ early 1670 ਦੀ ਗੱਲ ਹੈ ਜੀ, somewhere in that age. Any questions though? Give me my voice a break a little bit. Sorry, lot of facts, but ਜੇ history ਸਮਝ ਨਹੀਂ ਹੈ ਤੇ so far ਉਹ ਗੁਰੂ ਗੋਬਿੰਦ ਸਿੰਘ ਜੀ ਨਾਲ ਨਹੀਂ ਮਿਲੇ? ਨਹੀਂ, ਹਾਲੇ ਤੱਕ ਨਹੀਂ ਮਿਲੇ। ਅੱਛਾ, ਹਾਲੇ ਤੱਕ ਨਹੀਂ ਮਿਲੇ, ਹਾਲੇ ਤੱਕ ਮੁਲਾਕਾਤ ਨਹੀਂ, ਹੁਣ ਹੋਏਗੀ ਫੌਰਨ, ਪਰ ਹਾਲੇ ਤੱਕ ਨਹੀਂ ਮਿਲੇ। ਹਾਲੇ ਮਹਾਰਾਜ ਕਿਸ਼ੋਰ ਛੋਟੀ ਅਵਸਥਾ ਵਿੱਚ ਬਚਪਨ ਉਹਨਾਂ ਦਾ ਪਟਨਾ ਬੀਤਦਾ ਪਿਆ ਹੈ, ਤੇ ਮਹਾਰਾਜ ਇੱਥੇ ਢਾਕਾ ਤੇ ਧੁਬੜੀ ਵਿੱਚ ਮਹਾਰਾਜ ਨੂੰ ਬੜੀਆਂ ਸਿੱਖ ਸੰਗਤਾਂ ਆਉਂਦੀਆਂ ਹਨ ਦੂਰੋਂ ਦੂਰੋਂ। ਮਨਜੀਤ ਜੀ, ਇੱਕ ਗੱਲ ਦਾ ਧਿਆਨ ਰੱਖਣਾ ਕਿ ਉਸ ਵੇਲੇ ਸਿੱਖ ਸੰਗਤਾਂ ਚਿਟਾਗ੍ਰਾਮ, ਜਿਹੜਾ ਕਿ British named it Chittagong, the Bengali pronunciation Chattogram. मैं क्योंकि मेरी Bengali is pretty fluent and born and brought up there, I can read and write also. So ਉਸ ਵੇਲੇ ਚਿਟਾਗ੍ਰਾਮ ਵਿੱਚ ਵੀ ਬੜੀ ਵੱਡੀ ਸਿੱਖ ਪਾਪੂਲੇਸ਼ਨ ਸੀ। ਮਹਾਰਾਜ ਗਏ ਹੋਏ, ਭਾਈ ਝੰਡਾ ਜੀ ਦੀ ਸਾਖੀ ਉੱਥੇ ਬੀਤੀ, ਸਾਰਾ ਕੁਝ ਉੱਥੇ ਹੋਇਆ। Sylhet is a big city, SYHELLET in Bangladesh. ਤੇ Sylhet ਚ ਗੁਰੂ ਨਾਨਕ ਦੇਵ ਜੀ ਬੜੀ ਦੇਰ ਰਹੇ ਨੇ ਉੱਥੇ Sylhet, by the way, it's a very sad story here ਕਿ Sylhet ਦਾ ਗੁਰਦੁਆਰਾ ਬਿਲਕੁਲ ਖਤਮ ਹੋ ਗਿਆ ਸਾਰਾ। Sylhet ਬਹੁਤ ਵੱਡਾ ਗੁਰਦੁਆਰਾ ਸੀ। Until 1960s ਤੱਕ ਦੀਆਂ ਪਿਕਚਰ ਸਾਨੂੰ ਅਵੇਲੇਬਲ ਹਨ Sylhet ਗੁਰਦੁਆਰੇ ਦੀਆਂ। ਗੁਰੂ ਨਾਨਕ ਦੇਵ ਜੀ ਦਾ ਬਹੁਤ ਵੱਡਾ ਸਥਾਨ ਸੀ, ਬੜੇ ਸਿੱਖ ਸੰਗਤ ਸੀ Sylhet। ਲੇਕਿਨ ਹੁਣ Sylhet ਦੇ ਉਹ ਸਥਾਨ, not only, sad part is not only the gurdwara is gone and there somebody took over and they built something, a mall or a building there, but ਸਾਨੂੰ exactly pinpoint ਵੀ ਨਹੀਂ ਕਰ ਸਕਦੇ ਕਿ ਮਹਾਰਾਜ ਦਾ ਸਥਾਨ, ਚਰਨ ਛੋਹ ਸਥਾਨ ਕਿਹੜਾ ਸੀ ਉਸ ਵੇਲੇ, ਨਹੀਂ ਪਤਾ ਸਾਨੂੰ ਉਸ ਵੇਲੇ। ਤਾਂ Sylhet ਦਾ ਗੁਰਦੁਆਰਾ has been lost forever. ਇਸ ਮੇਰੀ ਟੀਰੀ ਆਈਜ਼ ਮੈਨੂੰ ਵੀ ਹੋ ਗਈਆਂ। ਕੱਲ ਜਦੋਂ ਮੈਂ ਪੜ੍ਹਨਾ ਸ਼ੁਰੂ ਕੀਤਾ, ਮੈਂ ਕਿਹਾ ਦੇਖੋ ਮਹਾਰਾਜ ਦੇ ਸਥਾਨ ਕਿਤਨੇ ਹੋਣੇ ਨੇ ਉਸ ਵੇਲੇ, ਕਿੱਥੇ ਕਿੱਥੇ ਮਹਾਰਾਜ ਗਏ ਹਨ ਦੇਖੋ। ਤੇ ਗੁਰੂ ਤੇਗ ਬਹਾਦਰ ਮਹਾਰਾਜ ਵੀ Sylhet ਗਏ ਹਨ, ਉੱਥੇ ਸੰਗਤਾਂ ਨੂੰ ਉਪਦੇਸ਼ ਕਰਨ ਵਾਸਤੇ ਰਹੇ ਵੀ ਹਨ, ਕਿਉਂਕਿ ਜਦੋਂ 2 ਸਾਲ ਢਾਕੇ ਰਹਿੰਦੇ ਹਨ ਤੇ ਕਦੀ Sylhet ਜਾਂਦੇ ਹਨ ਤੇ ਕਦੀ ਚਿਟਾਗਾਂਗ ਜਾਂਦੇ ਹਨ, ਤੇ ਤੀਸਰੀ ਜਗ੍ਹਾ ਜਾਂਦੇ ਹਨ ਮੈਮਨ ਸਿੰਘ, MENSINGH, ਜਿਹਨੇ ਨਾਂ ਦੇਖਣਾ ਹੋਵੇ। It's a small town not that far from Dhaka. ਤੇ ਬਲੀਵ ਕਰੋ ਨਾ ਕਰੋ, ਉਹ ਛੋਟਾ ਸਥਾਨ ਮੈਮਨ ਸਿੰਘ ਵਾਲਾ, ਉਸ ਗੁਰੂ ਦੀ ਕਿਰਪਾ ਨਾਲ ਉਹ ਸਥਾਨ ਹਾਲੇ ਵੀ ਹੈ। ਮਹਾਰਾਜ ਦੀ, ਗੁਰੂ ਤੇਗ ਬਹਾਦਰ ਮਹਾਰਾਜ ਦਾ ਤੇ ਗੁਰੂ ਨਾਨਕ ਦੇਵ ਜੀ, ਗੁਰੂ ਨਾਨਕ ਦੇਵ ਜੀ ਦਾ ਚਰਨ ਛੋਹ ਸਥਾਨ ਮੈਮਨ ਸਿੰਘ ਹੁਣ ਵੀ ਮੌਜੂਦ ਹੈ। YouTube ਵਿੱਚ ਤੁਸੀਂ ਉਸ ਗੁਰਦੁਆਰੇ ਦੇ ਦਰਸ਼ਨ ਕਰ ਸਕਦੇ ਹੋ। ਮਹਾਰਾਜ ਦਾ ਪ੍ਰਕਾਸ਼ ਨਹੀਂ ਹੁੰਦਾ ਗੁਰਦੁਆਰੇ ਰੋਜ਼ ਉੱਥੇ, ਲੇਕਿਨ ਇੱਕ ਗ੍ਰੰਥੀ ਸਾਹਿਬ ਉੱਥੇ ਮਹੀਨੇ ਵਿੱਚ 7-8 ਦਿਨ ਬਿਤਾਉਂਦੇ ਹਨ। ਲੋਕਲ ਪਾਪੂਲੇਸ਼ਨ ਜਿਹੜੀ ਹੈ ਆਸ-ਪਾਸ ਦੀ, ਉਹ ਬੜੀ ਰਿਸਪੈਕਟਫੁਲ ਹੈ, ਤੇ ਗੁਰਦੁਆਰੇ ਦੇ ਨਾਂ ਤੇ ਬੜੀ ਜ਼ਮੀਨ ਹੈ ਆਸ-ਪਾਸ ਦੀ। ਪਹਿਲੇ ਉਦਾਸੀ ਸੰਤਾਂ ਦੇ ਥੱਲੇ ਸੀ, ਤੇ ਹੁਣ ਉਹ ਢਾਕਾ ਤੋਂ ਜਾਂਦੇ ਹਨ ਭਾਈ ਸਾਹਿਬ 7-8 ਦਿਨਾਂ ਵਾਸਤੇ, ਉਹਨਾਂ ਦਾ ਛੋਟਾ ਉੱਥੇ ਘਰ ਹੈ ਨਾਲ, ਤੇ ਉਹ ਫਿਰ ਜਦੋਂ ਜਾਂਦੇ ਹਨ ਤੇ ਉੱਥੇ ਫਿਰ ਇਕੱਲੇ ਹੀ ਸਿੱਖ ਹੁੰਦੇ ਹਨ, ਉੱਥੇ ਕੋਈ ਨਹੀਂ ਹੁੰਦਾ ਨਾਲ, ਤੇ ਉੱਥੇ ਮਹਾਰਾਜ ਦਾ ਪ੍ਰਕਾਸ਼ ਕਰਦੇ ਹਨ ਤੇ ਇਕੱਲੇ ਹੀ ਬੈਠਦੇ ਹਨ ਤਾਬਿਆਂ ਤੇ, ਇਕੱਲੇ ਹੀ ਕੀਰਤਨ ਕਰਦੇ ਹਨ। ਤੇ ਇਹੋ ਜਿਹੇ ਗੁਰਦੁਆਰੇ ਵੀ ਹਨ, ਲੇਕਿਨ ਇੰਪੋਰਟੈਂਟ ਜਗ੍ਹਾ ਹੈ ਤੇ ਉਸ ਸਥਾਨ ਦੇ ਦਰਸ਼ਨ ਤੁਸੀਂ ਕਰ ਸਕਦੇ ਹੋ। ਉਸ ਸਥਾਨ ਦੀਆਂ and the condition is also not that bad of the Gurdwara. It's in a decent condition, which MMN Singh, MYMENSINGH. ਇਹ ਤੀਸਰੀ ਜਗ੍ਹਾ ਹੈ other than Chittagong. Chittagong 2 ਗੁਰਦੁਆਰੇ ਹਨ, ਗੁਰੂ ਨਾਨਕ ਦੇਵ ਦੀ ਚਰਨ ਛੋਹ ਸਥਾਨ ਹੈ ਤੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨ ਛੋਹ ਸਥਾਨ ਹੈ। Lot of talk on the Bangladesh Gurdwaras today. So, but it's good to know. It's good to know कि ਉੱਥੇ ਕੀ ਹੈ, ਕਿ ਕਿਹੜੇ ਸਥਾਨ ਕਿੱਥੇ ਛੋੜ ਕੇ ਆਏ ਹੈ। ਖਾਲੀ ਪਾਕਿਸਤਾਨ ਨਹੀਂ, ਬੰਗਲਾਦੇਸ਼ ਵਿੱਚ ਹੀ ਮਹਾਰਾਜ ਦੇ ਚਰਨ ਛੋਹ ਸਥਾਨ ਬੜੇ ਹਨ। ਹਾਂਜੀ, any questions so far? ਤੇ 1670 ਦੇ ਜੂਨ ਵਿੱਚ, early ਜੂਨ ਵਿੱਚ, ਰਾਜਾ ਰਾਮ ਸਿੰਘ ਇਹਨਾਂ ਨੂੰ ਕਹਿੰਦੇ ਹਨ ਕਿ ਹੁਣ ਅਸੀਂ ਤੇਰਾ ਸਾਥ ਨਹੀਂ ਦੇ ਸਕਦੇ ਤੇ ਤੂੰ ਹੁਣ
you have to do what you have to do alone. ਅਸੀਂ ਵਾਪਸ ਪੰਜਾਬ ਜਾਣਾ ਚਾਹੁੰਦੇ ਹਾਂ ਫੌਰਨ, ਅਸੀਂ ਵੇਟ ਨਹੀਂ ਕਰਨਾ ਚਾਹੁੰਦੇ। ਔਰੰਗਜ਼ੇਬ ਦਾ ਜ਼ੁਲਮ ਜਿਹੜਾ ਵਾ ਹੱਦ ਤੋਂ ਪਰੇ ਨਿਕਲ ਗਿਆ ਹੈ। ਤੇ ਇਹ ਬੜੇ ਪ੍ਰੂਫ ਮਿਲਦੇ ਹਨ ਇਸ ਗੱਲ ਦੇ, ਬੜੇ ਸ਼ਾਹੀ ਫਰਮਾਨ ਮਿਲਦੇ ਹਨ ਇਸ ਦੇ ਉੱਤੇ। ਉਹ ਸ਼ਾਹੀ ਫਰਮਾਨ ਬਾਈ ਦ ਵੇ ਜਿਹੜੇ ਆਰਡਰ ਮੁਗਲ ਗਵਰਨਮੈਂਟ ਦੇ ਹਨ ਉਹ ਸਾਰੇ ਦੇ ਸਾਰੇ ਅਵੇਲੇਬਲ ਹਨ ਆਰਕਾਈਵ ਵਿੱਚ ਇੰਡੀਆ 'ਚ। ਸਭ ਤੋਂ ਵੱਡੀ ਆਰਕਾਈਵ ਦਿੱਲੀ ਪਈ ਹੋਈ ਹੈ, ਦਿੱਲੀ ਜਿਹੜੇ ਮਿਊਜ਼ੀਅਮ ਵਿੱਚ, ਜਿਹੜੀ ਇੰਡੀਆ ਦੇ ਨੈਸ਼ਨਲ ਮਿਊਜ਼ੀਅਮ ਪਈ ਹੋਈ ਹੈ। ਤੇ ਦੂਸਰੀਆਂ ਵੱਡੀਆਂ ਆਰਕਾਈਵ ਜੈਪੁਰ ਪਈਆਂ ਹੋਈਆਂ ਬੜੀਆਂ ਆਰਕਾਈਵ, ਸਾਰੇ ਦੇ ਸਾਰੇ ਸ਼ਾਹੀ ਫਰਮਾਨ। ਕੋਈ ਮੁਨਕਰ ਨਹੀਂ ਹੋ ਸਕਦਾ ਕਿ ਉਹ ਜੀ ਉਹ ਝੂਠੀਆਂ ਗੱਲਾਂ ਜੀ ਇਹ ਕੁਝ ਨਹੀਂ ਹੋਇਆ। ਦਿਸ ਇਜ਼ ਆਲ देयर, ਵਨ ਕੈਨ ਗੋ ਰੀਡ ਇਟ ਐਂਡ ਕਈ ਜਗ੍ਹਾ ਹਰੀਰਾਮ ਗੁਪਤਾ ਨੇ ਉਹਨਾਂ ਨੂੰ ਕੋਟ ਵੀ ਕੀਤਾ ਹੋਇਆ, ਫਰਮਾਨ ਨੰਬਰ 109, ਫਰਮਾਨ ਨੰਬਰ 110। ਸੋ ਮਹਾਰਾਜ ਨੂੰ ਇਸ ਗੱਲ ਦਾ ਪਤਾ ਲੱਗਿਆ, ਮਹਾਰਾਜ ਉੱਥੋਂ ਨਿਕਲੇ। ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੇਰਾ ਹੋਮ ਟਾਊਨ, ਬਚਪਨ ਜਿਹੜਾ ਮੇਰਾ ਜਿੱਥੇ ਬੀਤਿਆ ਕੈਲਕਟਾ, ਮਹਾਰਾਜ ਢਾਕੇ ਤੋਂ ਨਿਕਲ ਕੇ ਕਲਕੱਤੇ ਆਉਂਦੇ ਹਨ। ਤੇ ਕਲਕੱਤੇ ਉਹਨਾਂ ਦੇ 2 ਚਰਨ ਛੋਹ ਸਥਾਨ ਹਨ, 3 ਐਕਚੁਅਲੀ। ਮੈਂ ਬੜੀ ਵਾਰੀ ਦਰਸ਼ਨ ਕੀਤੇ ਹਨ ਕਿਉਂਕਿ ਮੇਰਾ ਜਨਮ ਉੱਥੇ ਦਾ, ਆਈ ਵਾਸ 20 years old when I came to the US। ਤੇ ਉਹ 20 ਸਾਲ ਮੈਂ ਉੱਥੇ ਜਿਹੜੇ ਬਿਤਾਏ ਹਨ ਕਲਕੱਤੇ ਜਿਹੜੇ, ਉਹ ਬੜੀ ਵਾਰੀ hundreds of times I visited this ਗੁਰਦੁਆਰਾ। ਸਭ ਤੋਂ ਵੱਡਾ ਗੁਰਦੁਆਰਾ ਜਿਹੜਾ ਗੁਰੂ ਤੇਗ ਬਹਾਦਰ ਮਹਾਰਾਜ ਦਾ ਔਰ ਗੁਰੂ ਨਾਨਕ ਦੇਵ ਜੀ ਦਾ ਦੋਨੋਂ ਚਰਨ ਛੋਹ ਸਥਾਨ ਗੁਰਦੁਆਰਾ, ਬੜਾ ਸਿੱਖ ਸੰਗਤ, ਬੜਾ ਬਾਜ਼ਾਰ ਗੁਰਦੁਆਰਾ, ਸਭ ਤੋਂ ਵੱਡਾ ਗੁਰਦੁਆਰਾ ਕਲਕੱਤੇ ਦਾ। ਉੱਥੇ ਉਹ ਇਤਿਹਾਸਿਕ ਜਗ੍ਹਾ ਹੈ ਜਿੱਥੇ ਮਹਾਰਾਜ ਨੇ ਇਹ ਸੂਰਜ ਪ੍ਰਕਾਸ਼ ਲਿਖਿਆ, ਜਿੱਥੇ ਕਿ ਮਹਾਰਾਜ ਨੇ ਇਹ ਸ਼ਬਦ ਹੀ ਉੱਥੇ ਉਚਾਰਿਆ, ਹਰ ਕੀ ਗਤ ਨਾ ਕੋ ਜਾਣੇ, ਜਿਹੜਾ ਸ਼ਬਦ ਹੈ ਮਹੱਲੇ 9ਵਾਂ ਦਾ, ਇਹ ਸ਼ਬਦ ਕਲਕੱਤੇ ਉਸ ਗੁਰਦੁਆਰੇ ਉਸ ਸਥਾਨ ਤੇ ਉਚਾਰਿਆ ਗਿਆ ਸ਼ਬਦ। ਕਲਕੱਤੇ ਰਹਿੰਦੇ ਹਨ 1.5-2 ਮਹੀਨੇ, ਸੰਗਤਾਂ ਨੂੰ ਉਪਦੇਸ਼ ਦਿੰਦੇ ਹਨ। 2 ਹੋਰ ਛੋਟੇ ਗੁਰਦੁਆਰੇ ਹਨ ਕਲਕੱਤੇ ਮਹਾਰਾਜ ਨਾਲ ਸਥੰਭਿਤ, ਇੱਕ ਬੜਾ ਸਿੱਖ ਸੰਗਤ, ਇੱਕ ਛੋਟਾ ਸਿੱਖ ਸੰਗਤ ਜਿਹੜਾ ਕਾਟਨ ਸਟਰੀਟ ਦੇ ਉੱਤੇ ਹੈ। ਤੇ ਉਹਦੇ ਨਾਲ ਇੱਕ ਆਊਟਸਕਰਟਸ ਆਫ ਕੈਲਕਟਾ, ਹੁਣ ਕਲਕੱਤੇ ਸ਼ਹਿਰ ਦੇ ਵਿੱਚ ਹੈ ਗੁਰਦੁਆਰਾ ਬਾਗਮਾਰੀ, ਜਿੱਥੋਂ ਗੁਰੂ ਨਾਨਕ ਦੇਵ ਜੀ ਦੀ, ਹੁਣ ਵੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਟਾਈਮਸ ਜਿਹੜੀ ਜਲੂਸ ਨਿਕਲਦਾ ਸੀ, ਜਿਹੜਾ ਉਹ ਜਲੂਸ ਦੇ ਐਂਡ ਜਿਹੜਾ ਹੈ ਉੱਥੇ ਬਾਗਮਾਰੀ ਗੁਰਦੁਆਰੇ ਹੁੰਦਾ ਸੀ। ਆਈ ਹੈਵ ਵਿਜ਼ਿਟਡ ਦੈਟ ਗੁਰਦੁਆਰਾ ਬਹੁਤ ਵਾਰੀ, ਗੁਰਦੁਆਰੇ ਸਾਲ ਬੜੀ ਵਾਰੀ ਜਾਣਾ, ਮੱਥਾ ਟੇਕਣਾ। ਮੈਨੂੰ ਯਾਦ ਹੈ ਮਾਈ ਫਾਦਰ ਯੂਜ਼ਡ ਟੂ ਟੈਲ ਮੀ ਦ ਹਿਸਟਰੀ ਪੂਰੀ ਉੱਥੇ। ਉਹ ਗੁਰੂ ਤੇਗ ਬਹਾਦਰ ਮਹਾਰਾਜ ਨਾਲ ਸਥੰਭਿਤ ਸਥਾਨ ਹੁਣ ਵੀ ਮੌਜੂਦ ਹਨ, ਤਿੰਨੋਂ ਗੁਰਦੁਆਰੇ ਜਿਹੜੇ ਹਨ। ਬੜਾ ਸਿੱਖ ਸੰਗਤ ਤੇ ਬਹੁਤ ਵੱਡਾ ਗੁਰਦੁਆਰਾ ਹੈ, ਇਜ਼ ਅ ਹਿਊਜ। ਉੱਥੇ ਰਹਿਣ ਦੀ ਜਗ੍ਹਾ ਵੀ ਹੈ, ਸਿੱਖ ਸੰਗਤਾਂ ਰਹਿੰਦੀਆਂ ਵੀ ਹਨ, ਜਾ ਕੇ ਲੰਗਰ ਦੀ ਸੇਵਾ ਹੈ ਪੂਰੀ, ਐਂਡ ਐਵਰੀਥਿੰਗ ਫੁੱਲੀ ਫੰਕਸ਼ਨਿੰਗ, ਫੁੱਲ ਫਲੈਜਡ ਗੁਰਦੁਆਰਾ ਹੈ ਉਹ ਪੂਰਾ। ਤੇ ਬਾਗਮਾਰੀ ਗੁਰਦੁਆਰਾ ਛੋਟਾ ਹੈ, ਸਵੇਰੇ ਸ਼ਾਮ ਕੀਰਤਨ ਹੁੰਦਾ ਹੈ, ਲੇਕਿਨ ਬੜਾ ਸਿੱਖ ਸੰਗਤ ਇਜ਼ ਅ ਬਿਗਰ ਗੁਰਦੁਆਰਾ ਇਨ ਕਲਕੱਤਾ। ਮਹਾਰਾਜ 1-2 ਮਹੀਨੇ ਉੱਥੇ ਰਹਿੰਦੇ ਹਨ, ਉੱਥੋਂ ਫਿਰ ਨਾਰਥ ਜਾਂਦੇ ਹਨ। ਤੇ ਮਾਲਦਾ ਵਿੱਚ ਵੀ ਗੁਰਦੁਆਰਾ ਹੈ, ਰਸਤੇ 'ਚ ਬੜੇ ਚਰਨ ਛੋਹ ਸਥਾਨ ਮਹਾਰਾਜ ਦੇ ਹਨ। ਵਾਪਿਸ ਪਟਨਾ ਪਹੁੰਚਦੇ ਹਨ ਤੇ ਪਟਨਾ ਪਹਿਲੀ ਵਾਰੀ ਜਿਹੜੇ ਪਟਨਾ ਦਰਸ਼ਨ ਕੀਤੇ ਨੇ, ਪਟਨਾ ਇੱਕ ਹੋਰ ਗੁਰਦੁਆਰਾ ਹੈ ਗੁਰੂ ਕਾ ਬਾਗ, ਪਟਨਾ ਜਿਹੜੀ ਰੇਲਵੇ ਲਾਈਨ ਦੇ ਉੱਤੇ ਹੈ ਜਿਹੜਾ, ਉੱਥੇ ਮਹਾਰਾਜ ਪਹਿਲੇ ਰੁਕਦੇ ਹਨ। ਤੇ ਉੱਥੇ ਛੋਟੇ ਗੁਰੂ ਗੋਬਿੰਦ ਰਾਏ, ਮਾਤਾ ਗੁਜਰੀ ਨਾਲ ਮਾਮਾ ਕਿਰਪਾਲ ਚੰਦ ਨਾਲ ਆਪਣੇ ਪਿਤਾ ਗੁਰੂ ਦੇ ਦਰਸ਼ਨ ਪਹਿਲੀ ਵਾਰੀ ਗੁਰੂ ਕਾ ਬਾਗ ਪਟਨਾ ਉਹਨਾਂ ਦੇ ਦਰਸ਼ਨ ਹੁੰਦੇ ਹਨ। ਮਹਾਰਾਜ ਗਲਵਕੜੀ ਵਿੱਚ ਰਹਿੰਦੇ ਨੇ, ਉਹਨਾਂ ਨੂੰ ਪਿਆਰ ਕਰਦੇ ਹਨ। ਤੇ ਉੱਥੇ ਇਹ ਫਸਟ ਇਨਸੀਡੈਂਟ ਜਿਹੜੇ ਆਪਣੀ ਫੈਮਿਲੀ ਨੂੰ ਦੁਬਾਰਾ ਜਦੋਂ ਛੋੜ ਕੇ ਆਏ ਸਨ 1666 ਵਿੱਚ, ਜਦੋਂ ਫੈਮਿਲੀ ਨੂੰ, ਤੇ 4 ਸਾਲਾਂ ਬਾਅਦ ਮਹਾਰਾਜ ਦੁਬਾਰਾ ਆਪਣੀ ਫੈਮਿਲੀ ਨੂੰ ਮੁਲਾਕਾਤ ਜਿਹੜੀ ਹੈ ਪਟਨੇ ਦੁਆਰਾ ਹੁੰਦੀ। Now I think you can relate ਕਿ ਸੁਣਿਆ ਸੀ ਪਟਨਾ ਮਹਾਰਾਜ ਜਨਮ ਹੋਇਆ, now you know why it happened, ਸੁਣਿਆ ਸੀ ਇਹ ਸਭ ਚੀਜ਼ਾਂ ਹੋਈਆਂ, now you can put all the connections together, it's good to know all this stuff। ਹਾਂਜੀ, any questions? ਗੁਰੂ ਕਾ ਬਾਗ ਗੁਰਦੁਆਰਾ ਜਿਹਨਾਂ ਨੇ ਦਰਸ਼ਨ ਨਹੀਂ ਕੀਤੇ ਹੋਏ, ਬਹੁਤ ਸੋਹਣਾ ਗੁਰਦੁਆਰਾ ਹੈ, ਬੜੀ ਵੱਡੀ ਜਗ੍ਹਾ ਹੈ ਗੁਰਦੁਆਰੇ ਦੀ। ਤੇ ਉੱਥੇ ਇੱਕ ਲੋਕਲ ਮੁਸਲਿਮ ਚੀਫਟੇਨ ਸੀ ਜਿਹੜਾ, ਜਿਨ੍ਹਾਂ ਨੇ ਉਹ ਬਾਗ ਜਿਹੜਾ ਹੈ ਮਹਾਰਾਜ ਨੂੰ ਦਾਨ, ਇੱਕ ਕਿਸਮ ਦਾ ਤੁਹਾਡਾ ਹੈ ਹੋ ਗਿਆ, ਬਾਗ ਤੁਹਾਡਾ ਹੈ। ਕਹਿੰਦੇ ਉੱਥੇ ਬਗੀਚੇ ਜਿਹੜੇ ਸਨ ਹਰੇ ਭਰੇ ਨਹੀਂ ਸਨ ਮਹਾਰਾਜ ਦੇ ਆਉਣ ਨਾਲ। ਇੱਕ ਪਲਾਂਟ ਹਾਲੇ ਵੀ ਹੈ ਉੱਥੇ ਜਿਹੜਾ ਮਹਾਰਾਜ ਦਾ ਆਪ ਲਗਾਇਆ ਹੋਇਆ ਹੈ, ਗੁਰੂ ਕਾ ਬਾਗ, ਜਿਨ੍ਹਾਂ ਨੇ ਦਰਸ਼ਨ ਕੀਤੇ ਹਨ ਪਟਨੇ। ਇਹ ਪਟਨਾ ਸਾਹਿਬ ਦੀ ਗੱਲ ਹੈ ਜੀ। ਮਹਾਰਾਜ ਥੋੜੀ ਦੇਰ ਹੀ ਪਟਨਾ ਰਹਿੰਦੇ ਹਨ, ਹਿਸਟੋਰੀਕਲ ਰਿਕਾਰਡ ਦੇ ਹਿਸਾਬ ਨਾਲ ਹਫ਼ਤੇ 2 ਹਫ਼ਤੇ ਸਿਰਫ ਪਟਨਾ ਰਹਿੰਦੇ ਹਨ, ਤੇ ਪਟਨੇ ਤੋਂ ਵਾਪਸ ਫਿਰ ਪੰਜਾਬ ਦੀ ਤਰਫ ਕੂਚ ਕਰ ਜਾਂਦੇ ਹਨ। ਮਹਾਰਾਜ ਪਹਿਲੇ ਨਿਕਲ ਕੇ ਬਨਾਰਸ ਤੋਂ ਪ੍ਰਯਾਗ, ਤੇ ਪ੍ਰਯਾਗ ਹੁੰਦੇ ਹੋਏ ਰਸਤੇ ਚੋਂ, ਤੇ ਉੱਥੋਂ ਹੁੰਦੇ ਹੋਏ ਤੇ ਵਾਪਸ ਜਿਹੜੇ ਉਹ ਆਗਰਾ ਪਹੁੰਚਦੇ ਹਨ। ਆਗਰਾ ਹੁਣ ਇੱਥੇ ਇੱਕ ਛੋਟੀ ਜੀ ਕੰਟਰੋਵਰਸੀ ਤੇ ਨਹੀਂ ਹੈ, ਬਟ many historians believe ਕਿ 2 ਵਾਰੀ ਅਰੈਸਟ ਹੋਏ ਹਨ, ਕਈ ਕਹਿੰਦੇ 3 ਵਾਰੀ ਅਰੈਸਟ ਹੋਏ ਹਨ।
ਪਹਿਲੀ ਵਾਰੀ ਜਦੋਂ ਅਰੈਸਟ ਹੋਏ ਹਨ ਉਹ ਆਗਰੇ ਅਰੈਸਟ ਹੋਏ ਹਨ, ਉਸ ਵੇਲੇ ਉਹ ਛੁੱਟ ਜਾਂਦੇ ਹਨ ਉਹਨੂੰ, ਔਰੰਗਜ਼ੇਬ 2 ਮਹੀਨੇ ਬਾਅਦ ਹੀ ਰਿਲੀਜ਼ਸ ਹਿਮ, ਯੂ ਨੋ। ਕਈ ਹਿਸਟੋਰੀਅਨਸ ਕਹਿੰਦੇ ਨਹੀਂ ਹੋਇਆ, whichever it is, it's hard for me to say। ਸੂਰਜ ਪ੍ਰਕਾਸ਼ ਦੇ ਹਿਸਾਬ ਨਾਲ 2 ਵਾਰੀ ਹੋਇਆ ਹੈ ਕੰਮ, ਕਈ ਕਹਿੰਦੇ 3 ਵਾਰੀ ਹੋਇਆ ਹੈ। ਤੇ ਲੈਟ ਮੀ ਸੀ, ਆਮ ਗੋਇੰ ਟੇਕ ਅ ਬ੍ਰੇਕ। ਤੋਂ ਆਗਰੇ ਕਿੰਨੇ ਗੁਰਦੁਆਰੇ ਦਰਸ਼ਨ ਕੀਤੇ ਹੁਣ ਕਿਸੇ ਨੇ ਤੇ ਫਤਿਹ ਬੁਲਾਏ ਮੇਰੇ ਨਾਲ? ਗੁਰੂ ਕਾ ਤਾਲ ਗੁਰਦੁਆਰਾ ਆਗਰਾ ਵੱਡਾ ਵਾਹਿਗੁਰੂ ਜੀ ਕਾ ਜਿਹੜਾ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਕਲ ਜੀ ਮੈਂ ਗਿਆ ਅੰਕਲ ਜੀ ਉੱਥੇ ਕਾਫੀ ਸਾਲ ਹੋ ਗਏ ਵੈਸੇ ਗਏ ਨੂੰ। ਹਾਂਜੀ। ਹਾਂਜੀ ਸੋ ਵੱਡਾ ਸਥਾਨ ਹੈ ਗੁਰੂ ਦਾ, ਗੁਰੂ ਤੇਗ ਬਹਾਦਰ ਮਹਾਰਾਜ ਦਾ ਚਰਨ ਛੋਹ ਸਥਾਨ ਗੁਰਦੁਆਰਾ ਗੁਰੂ ਕਾ ਤਾਲ, ਬਹੁਤ ਵੱਡਾ ਸਥਾਨ ਹੈ। ਔਰ ਉੱਥੇ ਮਹਾਰਾਜ ਰਹਿੰਦੇ ਹਨ, ਸੰਗਤਾਂ ਨੂੰ ਦਰਸ਼ਨ ਦਿੰਦੇ ਹਨ ਆਗਰੇ। ਤੇ ਉੱਥੇ ਉਹ ਸਾਕਾ ਵਰਤਿਆ ਜਿੱਥੇ ਯੂ ਨੋ ਪ੍ਰਵਾਹ ਸੀ, ਜਿਹੜਾ ਗਰੀਬ ਸੀ ਬੜਾ, ਤੇ ਮਹਾਰਾਜ ਕਹਿੰਦੇ ਹਨ ਤੈਨੂੰ ਪੈਸੇ ਦੀ ਲੋੜ ਹੈ ਬੜੀ, ਕਹਿੰਦੇ ਨੇ ਹਾਂ ਮੈਨੂੰ ਪੈਸੇ ਦੀ ਬੜੀ ਲੋੜ ਹੈ, ਗਰੀਬ ਸੀ। ਮਹਾਰਾਜ ਆਪਣੀ ਮੁੰਦਰੀ ਉਤਾਰ ਕੇ ਦਿੰਦੇ ਹਨ ਤੇ ਆਪਣੀ ਰਿੰਗ ਜਿਹੜੀ ਹੈ ਉਤਾਰ ਕੇ ਦਿੰਦੇ ਹਨ, ਤੇ ਉਹ ਰਿੰਗ ਕਹਿੰਦੇ ਹਨ ਜਾਏ ਵੇਚਾ, ਤੇ ਆਪਣੀ ਸ਼ਾਲ ਵੀ ਦਿੰਦੇ ਹਨ ਤੇ ਸ਼ਾਲ ਦੇ ਉੱਤੇ ਉਹ ਰਿੰਗ ਰੱਖਦੇ ਨੇ ਆਪਣੀ, ਕਿ ਜਾ ਕਿਸੇ ਵੇਚ ਕੇ ਤੂੰ ਪੈਸੇ ਖੱਟਾ। ਤੇ ਇਤਿਹਾਸ ਲਿਖਿਆ ਹੈ ਕਿ ਜਦੋਂ ਵੇਚਣ ਜਾਂਦਾ ਹੈ ਮੁੰਦਰੀ ਆਪਣੀ, ਤੇ ਜਦੋਂ ਸੁਨਿਆਰੇ ਨੂੰ ਦਿਖਾਉਂਦਾ ਤਾਂ ਉਹ ਪਹਿਚਾਣ ਜਾਂਦਾ ਕਿ ਆਮ ਨਹੀਂ ਹੈ ਕੋਈ ਚੀਜ਼ ਹੈ। ਤੇ ਉਹ ਫਿਰ ਉਹਨੂੰ ਕੁਐਸਚਨ ਕਰਦਾ ਉਸਨੂੰ ਵੀ ਤੂੰ ਕਿੱਥੋਂ ਲੈ ਕੇ ਆਇਆ ਹੈ ਸਾਰਾ, ਇਹ ਬੇਸ਼ੁਮਾਰ ਕੀਮਤੀ ਚੀਜ਼ ਕਿਹਦੀ ਹੈ, who does it belong to? ਉਹ ਪਹਿਲੇ ਦੱਸਦਾ ਨਹੀਂ, ਫਿਰ ਉਹਨੂੰ ਕੋਤਵਾਲੀ ਲੈ ਜਾਂਦੇ ਨੇ ਪੁਲਿਸ ਸਟੇਸ਼ਨ ਤੇ, ਉਹ ਪੁਲਿਸ ਤੇ ਫਿਰ ਥੋੜਾ ਡਰ ਪੈਂਦਾ ਤੇ ਉਹ ਸਾਰਾ ਦੱਸ ਦਿੰਦਾ ਹੈ ਕਿ ਇਹ ਤਾਂ ਸਿੱਖ ਗੁਰੂ ਆਏ ਹੋਏ ਹਨ। ਜਦੋਂ ਪਤਾ ਲੱਗਦਾ ਹੈ ਕਿ ਗੁਰੂ ਤੇਗ ਬਹਾਦਰ ਮਹਾਰਾਜ ਆਗਰੇ ਹਨ, ਕੋਤਵਾਲ ਜਿਹੜਾ ਜਾ ਕੇ ਫੌਰਨ ਮਹਾਰਾਜ ਨੂੰ ਅਰੈਸਟ ਕਰਦਾ ਹੈ। ਉੱਥੇ ਗੁਰੂ ਕਾ ਤਾਲ ਅਰੈਸਟ ਹੁੰਦੇ ਹਨ, ਜੋ ਲਿਖਿਆ ਹੋਇਆ ਪਹਿਲੇ, ਤੇ ਗੁਰੂ ਕਾ ਤਾਲ ਅਰੈਸਟ ਹੋ ਕੇ ਦਿੱਲੀ ਜਾਂਦੇ ਹਨ। Now the reason he went to Delhi, he could have bypassed Delhi, ਇੱਕ ਰਾਜਾ ਰਾਮ ਸਿੰਘ ਦੀ ਸਪੈਸ਼ਲ ਰਿਕੁਐਸਟ ਹੈ ਕਿ ਤੁਸੀਂ ਮੇਰੀ ਵਾਈਫ ਤੇ ਮੇਰੀ ਮਦਰ ਨੂੰ ਦਿੱਲੀ ਜ਼ਰੂਰ ਮਿਲੋ ਤੇ ਉਹਨਾਂ ਨੂੰ ਕਹੋ ਕਿ ਮੈਂ ਠੀਕ ਠਾਕ ਹਾਂ, ਮੈਂ ਬਿਲਕੁਲ ਮੈਂ ਸਹੀ ਸਲਾਮਤ ਆ ਸਾਰਾ ਕੁਝ। ਹਾਂਜੀ। ਉੱਥੇ ਫਿਰ ਜਦੋਂ ਅਰੈਸਟ ਹੋ ਕੇ ਦਿੱਲੀ ਪਹੁੰਚਦੇ ਹਨ, ਤੇ ਦਿੱਲੀ ਪਹੁੰਚ ਕੇ ਉੱਥੇ ਇੱਕ ਧਰਮਸਾਲ ਵਿੱਚ ਉਹਨਾਂ ਨੂੰ ਇੱਕ ਬੰਦ ਕੀਤਾ ਜਾਂਦਾ ਉਹਨਾਂ ਨੂੰ। there is a Persian term called, and see let me you know what nazarband means? Ya nazarband ਕੀ ਹੁੰਦਾ? You know what nazarband is? Let me see who understand what the word nazarband is. ਹਾਂਜੀ 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 ਕਮਲ ਜੀ ਜੀ। ਦਾ ਮਤਲਬ ਹੁੰਦਾ ਹੈ ਕਿ ਯੂ نو ਉੱਥੇ ਅੱਗੇ ਪਿੱਛੇ ਮਤਲਬ ਪਹਿਰੇਦਾਰ ਹੈਗੇ ਨੇ ਜੋ ਤੁਹਾਡੇ ਤੇ ਨਜ਼ਰ ਰੱਖਦੇ ਨੇ, ਤੁਸੀਂ ਕੈਦ ਹੋ ਅੰਦਰ, you cannot move out, you are in a room only, you know, it's like that, confined in a room, like it's like a house arrest. House arrest. That's right. Under surveillance. Yeah under ਉੱਥੇ ਤੇ ਸ਼ਾਹੀ ਫਰਮਾਨ ਵਿੱਚ ਹਰੀਰਾਮ ਗੁਪਤਾ ਨੇ ਜਿਹੜਾ ਵਰਡ ਯੂਜ਼ ਕੀਤਾ ਉੱਥੇ, ਉਹ ਹੈ ਸ਼ਾਹੀ ਨਜ਼ਰਬੰਦੀ ਵਿੱਚ ਸਨ, ਇੰਪੀਰੀਅਲ ਨਜ਼ਰਬੰਦੀ ਵਿੱਚ ਸਨ, ਨਜ਼ਰਬੰਦ ਸਨ। ਮਤਲਬ ਕਿ ਨਜ਼ਰ ਦੇ ਥੱਲੇ ਰਹੋਗੇ, ਘਰ 'ਚ ਫਿਰ ਸਕਦੇ ਹੋ ਆਸ-ਪਾਸ, ਲੇਕਿਨ ਬਾਹਰ ਨਹੀਂ ਜਾ ਸਕਦੇ ਕਿਧਰੇ। ਤੇ ਹਿਸਟੋਰੀਕਲ ਰਿਕਾਰਡ ਦੇ ਹਿਸਾਬ ਨਾਲ 2 ਮਹੀਨੇ ਨਜ਼ਰਬੰਦ ਰਹੇ ਉੱਥੇ। ਉਸ ਤੋਂ ਬਾਅਦ ਫਿਰ somehow they released him, and ਮਹਾਰਾਜ ਉੱਥੋਂ ਚੱਲ ਕੇ, ਲੇਕਿਨ ਆਗਰੇ ਪਹੁੰਚਣ ਤੋਂ ਬਹੁਤ ਪਹਿਲੇ ਉਹਨਾਂ ਨੇ ਇੱਕ ਹੁਕਮਨਾਮਾ ਲਿਖਿਆ ਪਟਨਾ, ਤੇ ਮਾਮਾ ਕਿਰਪਾਲ ਚੰਦਰਾ ਨੂੰ ਲਿਖ ਕੇ ਕਿਹਾ ਕਿ ਗੋਬਿੰਦ ਰਾਏ ਨੂੰ ਫੌਰਨ ਪੰਜਾਬ ਵਾਪਸ ਭੇਜਿਆ ਜਾਏ ਬਗੈਰ ਕਿਸੇ ਫਰਦਰ ਡਿਲੇ ਤੋਂ। We do not want the family to live in Patna anymore. We want them to move back to Punjab. ਤੇ ਇਹ ਗੱਲ ਉੱਥੋਂ ਜਦੋਂ 1671 ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ, ਗੋਬਿੰਦ ਰਾਏ ਹੋਰੀ 1675 ਵਿੱਚ 1671 ਵਿੱਚ ਉਹ ਚੱਲੇ ਉੱਥੋਂ। ਮਹਾਰਾਜ ਦੀ ਉਮਰ 5-6 ਸਾਲ ਦੀ ਹੋਣੀ ਹੈ ਜਦੋਂ ਪਟਨਾ ਤੋਂ ਨਿਕਲੇ। 6 ਸਾਲ ਪਹਿਲੇ ਪਟਨਾ ਰਹੇ ਹਨ ਜਿਹੜੇ ਬਚਪਨ ਚ ਉਹਨਾਂ ਦੇ। ਤੇ there is a north of Delhi near Ambala, there is a small town ਹੁਣ ਵੀ ਹੈ, ਲਖਨੌਰ, LAKHNOUR, still there. ਉੱਥੇ ਗੁਰਦੁਆਰੇ ਹਨ ਬੜੇ ਲਖਨੌਰ। ਮਹਾਰਾਜ ਲਖਨੌਰ ਰਹਿੰਦੇ ਹਨ ਥੋੜੀ ਦੇਰ, ਤੇ ਆਪਣੇ ਸਿੱਖਾਂ ਨੂੰ ਭੇਜਦੇ ਹਨ ਪਹਿਲੇ ਚੱਕ ਨਾਨਕੀ, ਕਿ ਜਾ ਕੇ ਉੱਥੇ ਪਹਿਲੇ ਠੀਕ ਠਾਕ ਕਰੋ ਸਾਰਾ ਕੁਝ, ਅਸੀਂ ਸਾਡੇ ਆਉਣ ਤੋਂ ਪਹਿਲੇ ਉੱਥੇ ਸਾਰਾ ਜਾ ਕੇ ਉਹ ਇੰਤਜ਼ਾਮ ਕਰਨਾ ਸ਼ੁਰੂ ਕਰਦੇ ਹਨ ਸਿੱਖ। ਮਹਾਰਾਜ ਥੋੜੀ ਦੇਰ ਲਖਨੌਰ ਰਹਿੰਦੇ ਹਨ, ਤੇ ਉੱਥੇ ਜਿਹੜੇ ਪਟਨਾ ਵੀ ਇਹ ਜਿਹੜਾ ਸੰਦੇਸ਼ ਚਲਾ ਜਾਂਦਾ ਹੈ ਕਿ ਲਖਨੌਰ ਆ ਜਾਣਾ ਹੈ, ਤੇ ਆਲੇ ਅਨੰਦਪੁਰ ਨਹੀਂ ਆਉਣਾ ਜਦ ਤੱਕ ਅਸੀਂ ਬੁਲਾਈਏ ਨਾ, ਤੁਸੀਂ ਲਖਨੌਰ ਹੀ ਰਹਿਣਾ ਹੈ। ਚਲਗੀ ਦਾ ਚਮਤਕਾਰ ਦੇ ਜਦੋਂ ਪੜ੍ਹੀ ਸੀ ਚੈਪਟਰ, ਉਹਦੇ ਵਿੱਚ ਹੀ ਬੜੀ ਲਖਨੌਰ ਦੀ ਗੱਲ ਆਈ ਹੈ। ਲਖਨੌਰ ਰਹੇ ਹਨ ਮਹਾਰਾਜ ਬੜੀ ਦੇਰ ਉੱਥੇ, ਜਦੋਂ ਪਰਿਵਾਰ ਨਾਲ ਆਏ ਹਨ, ਮਾਮਾ ਕਿਰਪਾਲ ਸਿੰਘ ਉਹਨਾਂ ਨਾਲ
ਮਾਤਾ ਗੁਜਰੀ ਜੀ ਦੇ ਨਾਲ ਤੇ ਲਖਨਊ ਰਹੇ ਹਨ। ਆਪ ਮਹਾਰਾਜ ਜੀ ਗੁਰੂ ਤੇਗ ਬਹਾਦਰ ਮਹਾਰਾਜ ਲਖਨਊ ਰਹਿ ਕੇ ਤੇ ਅਪ੍ਰੋਕਸੀਮੇਟਲੀ ਵਿਸਾਖੀ 1671 ਦੀ ਵਿਸਾਖੀ ਜਿਹੜੀ ਹੈ April 1671 ਦੇ ਕਰੀਬ ਮਹਾਰਾਜ ਚੱਕ ਨਾਨਕੀ ਦੁਬਾਰਾ ਪਹੁੰਚ ਜਾਂਦੇ ਹਨ। ਇਹ ਜਰਨੀ 1665 ਵਿੱਚ ਸ਼ੁਰੂ ਹੋਈ ਸੀ ਤੇ 1671 ਦੀ ਵਿਸਾਖੀ ਦੇ ਕਰੀਬ ਇਹ ਜਰਨੀ ਐਂਡ ਹੁੰਦੀ। ਦੀਵਾਲੀ ਦੇ ਬਾਅਦ ਗਏ ਹਨ ਤੇ ਵਿਸਾਖੀ ਤੇ ਆਏ ਹਨ। ਇਹ ਦੋ ਵੱਡੇ ਹੁੰਦੇ ਸਨ ਪੁਰਬ ਮਨਾਉਣ ਵਾਲੇ। ਵਿਸਾਖੀ ਤੇ ਦੀਵਾਲੀ ਮਨਾਈ ਜਾਂਦੀ ਸੀ ਜੋਰਾਂ ਸ਼ੋਰਾਂ ਨਾਲ ਉਸ ਵੇਲੇ ਪੰਜਾਬ ਵਿੱਚ। ਤੇ ਵਾਪਸ ਮਹਾਰਾਜ ਚੱਕ ਨਾਨਕੀ ਪਹੁੰਚਦੇ ਹਨ ਤੇ ਉੱਥੇ ਫਿਰ ਕੰਸਟਰਕਸ਼ਨ ਦਾ ਕੰਮ ਆਪਣੀ ਅੱਖਾਂ ਦੇ ਥੱਲੇ ਸਾਰਾ ਕੰਸਟਰਕਸ਼ਨ ਦਾ ਕੰਮ ਜਿਹੜਾ ਸ਼ੁਰੂ ਹੁੰਦਾ। ਗੁਰਦੁਆਰੇ ਦੀ ਇਮਾਰਤ ਦਾ ਥੋੜਾ ਬਹੁਤ, ਆਪਣੇ ਰਹਿਣ ਦੇ ਸਥਾਨ, ਗੁਰੂ ਦੇ ਮਹਿਲ ਦੇ ਰਹਿਣ ਦੇ ਸਥਾਨ, ਸੰਗਤਾਂ ਦੇ ਰਹਿਣ ਦੇ ਸਥਾਨ, ਇਹ ਸਾਰੇ ਜਿਹੜੀ ਕੰਮ ਜਿਹੜਾ ਵੈ ਇਹ ਅਨੰਦਪੁਰ ਸਾਹਿਬ ਸ਼ੁਰੂ ਹੁੰਦਾ ਸਾਰਾ ਕੰਮ। I'll wait for a second. My mouth is also tired now. So, let's see if anybody ਕਿੰਨੀ has ਦੇਰ any- ਬਾਅਦ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕੀਤੇ ਮਹਾਰਾਜ ਨੇ? ਤੁਸੀਂ ਦੇਖ ਲਓ ਕਿ ਉਹਨਾਂ ਦਾ ਜਨਮ 1666 ਦਾ ਸੀ ਤੇ 1670 4 ਸਾਲਾਂ ਬਾਅਦ, ਆਲਮੋਸਟ 3.5-4 ਸਾਲਾਂ ਬਾਅਦ, ਉਹਨਾਂ ਦੇ ਜਨਮ ਤੋਂ 3.5-4 ਸਾਲਾਂ ਬਾਅਦ ਪਹਿਲੀ ਵਾਰੀ ਮੁਲਾਕਾਤ ਉਹਨਾਂ ਦੀ ਪਟਨਾ ਸੀ। Veer ji, I have a question. 1666 to ਨਿਕਲੇ ਤੇ 1671 ਵਿੱਚ ਵਾਪਸ ਪੰਜਾਬ ਆਏ। So how was the Punjab? 1665 ਵਿੱਚ ਨਿਕਲੇ, 65 December 16 ਨਵੰਬਰ 1665 ਤੋਂ ਲੈ ਕੇ। ਹਾਂਜੀ। ਤੇ ਫਿਰ ਇਹ ਪੰਜਾਬ ਦੀ ਸੰਗਤਾਂ ਕਿੱਦਾਂ, how are they connected to the Guru and how was that? Through the Shabad Guru, like we all do now. Amazing, right? How? Yeah, like we all do. ਤੇ ਜਦੋਂ ਮਹਾਰਾਜ ਢਾਕਾ ਤੇ 2 ਸਾਲ ਗਏ ਤੇ ਬਾਕੀ ਗੁਰੂ ਤੇ ਕੋਈ ਗਿਆ ਹੀ ਨਹੀਂ। ਗੁਰੂ ਨੇ ਮਹਾਰਾਜ ਢਾਕਾ ਨਹੀਂ ਗਏ, ਗੁਰੂ ਹਰਗੋਬਿੰਦ ਮਹਾਰਾਜ ਢਾਕਾ ਨਹੀਂ ਗਏ ਤੇ ਤਾਂ ਵੀ ਸਿੱਖ ਸੰਗਤਾਂ ਸਨ ਨਾ, ਤੇ ਸ਼ਬਦ ਗੁਰੂ ਨਾਲ ਕਨੈਕਟਡ ਸਨ ਨਾ। ਆਸਾ ਦੀ ਵਾਰ ਦਾ ਕੀਰਤਨ ਤੇ ਸਵੇਰੇ ਰੋਜ਼ ਹੁੰਦਾ ਸੀ ਗੁਰਦੁਆਰੇ, ਜਪਜੀ ਸਾਹਿਬ ਪੜ੍ਹੀ ਜਾਂਦੀ ਸੀ, ਸੁਖਮਨੀ ਪੜ੍ਹੀ ਜਾਂਦੀ ਸੀ, ਗੁਟਕੇ ਤੇ ਸਨ ਨਾ। ਮਹਾਰਾਜ ਦੀ ਬੀਣਾ ਨਹੀਂ ਸਨ ਪੁੜੀਆਂ, ਨਹੀਂ ਤਾਂ ਵੀ ਪੁਰਾਤਨ ਬੀਣਾ ਤੇ ਮਿਲਦੀਆਂ ਹੁਣ ਵੀ। ਲੇਕਿਨ ਇਹ ਪੁਰਾਤਨ ਬੀਣਾ ਜਿਹੜੀ ਡੇਟ ਜਿਹੜੀ ਹੈ ਪਬਲਿਕੇਸ਼ਨ ਦੀ अर्ਲੀ 1700s ਦੀ ਹੈ ਸਾਰਿਆਂ ਦੀ। ਸੋ ਦਮਦਮੀ ਬੀੜ ਹਨ ਦੋਨੋਂ ਦਮਦਮੀ ਬੀੜ ਹਨ, ਦਮਦਮਾ ਸਾਹਿਬ ਦੀ ਵਰਜਨ ਵਾਲੀਆਂ ਬੀੜ ਹਨ ਦੋਨੋਂ। Okay. ਕਨਵੀਰ ਜੀ ਤੁਸੀਂ ਕੁਝ ਕਹਿ ਰਹੇ ਸੀ? ਵੀਰ ਜੀ ਰਿਕੁਐਸਟ ਕਰਨੀ ਸੀ, ਥੈਂਕ ਯੂ। ਅਬਾਊਟ ਦ ਲੈਂਗੁਏਜਸ ਜਿਹੜੀਆਂ ਗੁਰੂ ਸਾਹਿਬ ਉਹ ਤੋਂ ਸਪੀਕ ਕਰਦੇ ਸੀ, ਬਿਕਾਜ਼ ਹੀ ਇਜ਼ ਟ੍ਰੈਵਰਸਿੰਗ ਥਰੂ heartland of Hindi, Braj, then into Bihar, then Bangladesh, also the Bangladesh nahi si. So ਇਹ ਕੋਈ ਮੈਂਸ਼ਨ ਮਿਲਦਾ ਹੈ ਕਿ ਲੈਂਗੁਏਜਸ ਜਿਹੜੀਆਂ ਨੇ ਗੁਰੂ ਸਾਹਿਬ ਕਿਹੜੀਆਂ ਬੋਲਦੇ ਸਨ ਜਾਂ ਕਿਸ ਤਰ੍ਹਾਂ? ਐਨੀ ਮੈਂਸ਼ਨ ਆਫ ਦੈਟ? ਬੰਗਾਲੀ ਦਾ ਤੇ ਕੋਈ ਮਤਲਬ ਕਿ ਬ੍ਰਜ ਵਿੱਚ ਤੇ ਮਹਾਰਾਜ ਦੀ ਸਾਰੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਆਲਮੋਸਟ ਸਾਰੀ ਬਾਣੀ ਬ੍ਰਜ ਵਿੱਚ ਵੀ ਆਲ ਨੋ ਹੈ ਨਾ। ਜੈ ਜੈਵੰਤੀ ਦੇ ਸ਼ਬਦ ਨਾਨਕ ਜਨ ਕਹਿਤ ਬਾਤ ਥੋੜੀ ਨਾ ਕੋਈ ਪੰਜਾਬੀ ਹੈ, ਇਹ ਤੇ ਬਿਲਕੁਲ ਬ੍ਰਜ ਬਿਹਾਰ ਦੀ ਲੈਂਗੁਏਜ ਹੈ ਸਾਰੀ। So you can always see ਕਿ ਈਸਟ ਦਾ ਤੇ ਇਫੈਕਟ ਹੋਇਆ ਉਹਨਾਂ ਨੂੰ ਡੈਫੀਨਿਟਲੀ। There is no, ਉਹਨਾਂ ਦੀ ਆਪਣੀਆਂ ਰਾਈਟਿੰਗਸ ਵਿੱਚ ਨਵੇਂ ਮਹੱਲੇ ਦੇ ਸ਼ਲੋਕ ਦੇਖ ਲਓ, ਸਾਰੇ ਬ੍ਰਜ ਵਿੱਚ ਹਨ, ਸਾਰੇ ਸ਼ਲੋਕ ਬ੍ਰਜ ਵਿੱਚ ਹਨ ਸਾਰੇ ਨਾ। ਬਹਿ ਕਾਹੂ ਕੋ ਦੇਤ ਨਾ ਭੈ, ਇਹ ਬ੍ਰਜ ਹੈ, ਪੰਜਾਬੀ ਨਹੀਂ ਹੈ, ਯੂ ਨੋ। ਸੋ ਬਟ ਬੰਗਾਲੀ ਵਿੱਚ ਉਹਨਾਂ ਦੀ ਫਲੂਐਂਸੀ ਸੀ ਕਿ ਨਹੀਂ ਸੀ, ਐਸਮੀਜ਼ ਵਿੱਚ ਉਹਨਾਂ ਦੀ ਫਲੂਐਂਸੀ ਸੀ ਕਿ ਨਹੀਂ ਸੀ, ਕਹਿਣਾ ਮੁਸ਼ਕਿਲ ਹੈ ਵੀਰ ਜੀ ਬੜਾ। ਪਰ ਨਾਲ ਬੰਦੇ ਚਲਦੇ ਸਨ ਉਹਨਾਂ ਦੇ, ਸ਼ਾਇਦ ਇੰਟਰਪ੍ਰੀਟਰਸ ਨਾਲ ਚਲਦੇ ਹੋਣੇ ਬੰਦੇ। ਰਿਮੈਂਬਰ ਹੀ accompanied ਰਾਜਾ ਰਾਮ ਸਿੰਘ ਹੋਰੀ ਦੇ ਨਾਲ accompany ਕੀਤਾ ਉਹਨਾਂ ਨੇ। ਸੋ ਉਹ ਨਾਲ ਗਏ ਹਨ, ਰਾਜਾ ਰਾਮ ਸਿੰਘ ਹੋਰੀ ਨਾਲ ਸਨ ਤੇ ਉਹਨਾਂ ਨਾਲ ਫਿਰ accompany ਕੀਤਾ ਹੋਣਾ। ਤੇ ਮੇ ਬੀ ਕੋਈ ਬੰਦੇ ਅਫੀਸ਼ੀਅਲ ਹੋਣੇ ਜਿਹੜੇ ਕਿ ਹੁਣ ਗੁਰੂ ਨਾਨਕ ਦੇਵ ਜੀ ਤੇ ਬੜੀ ਜਗ੍ਹਾ ਗਏ ਹੋਏ ਨੇ, ਪਰ ਉਹਨਾਂ ਦੀ ਫਾਰਸੀ ਤੇ ਅਰਬੀ ਵਾਸ ਵੈਰੀ ਫਲੂਐਂਟ। ਉਹਨਾਂ ਦੀ he could speak those languages, you know. I mean, so that was not surprising at all. But this is Eastern India. Aur main dassan veer ji gal, you'll be surprised. I'm born and brought up there in Bengal. Hun bhi agar tusi if you leave Calcutta and go like 50 kilometers either way, with north south either way, thoda dur nikal jao mane shahar to, chote gran chale jao, agar tonu Bengali nahi aandi na, agar, boy are you in trouble. I mean, English ਸਮਝਣ ਵਾਲੇ ਘੱਟ ਮਿਲਣਗੇ ਤੁਹਾਨੂੰ, ਜਿਹੜੇ ਥੋੜੇ ਬਹੁਤ ਪੜ੍ਹੇ ਲਿਖੇ ਪਿੰਡ ਚ ਹੋਣੇ ਲੋਕ।
ਤੇ ਉਹਨਾਂ ਨੇ ਕਦੀ ਸਰਦਾਰ ਦੇਖੇ ਹੀ ਨਾ ਹੋਣ, ਕਦੀ ਕੋਈ ਵੱਡੀ ਗੱਲ। ਹਾਂਜੀ, ਹਿੰਦੀ ਤੇ ਬਿਲਕੁਲ ਹੀ ਨਹੀਂ ਸਮਝਦੇ ਨਾ, ਜ਼ੀਰੋ, ਬਿਲਕੁਲ ਕੋਈ ਅੰਡਰਸਟੈਂਡਿੰਗ ਨਹੀਂ ਹੈ ਹਿੰਦੀ। ਸੋ ਅਗਰ ਤੁਹਾਨੂੰ ਬੰਗਾਲੀ ਨਹੀਂ ਆਉਂਦੀ ਤੇ ਯੂ ਵਿਲ ਹੈਵ ਅ ਟਫ ਟਾਈਮ ਕਮਿਊਨੀਕੇਟਿੰਗ ਵਿਦ them। ਅਗਰ ਮੈਂ ਹੁਣ ਦੀ ਹਾਲਤ ਹੈ ਤੇ ਉਸ ਵੇਲੇ ਤੇ ਯੂ ਕੈਨ ਇਮੇਜਿਨ ਦੈਨ ਯੂ ਨੋ ਵਾਟ ਵੁੱਡ ਹੈਵ ਬੀਨ ਦ ਕੰਡੀਸ਼ਨ। ਪਰ ਇਹ ਹੈ ਕਿ ਮੁਸਲਮਾਨਾਂ ਦਾ ਰਾਜ ਸੀ, ਥੋੜਾ ਬਹੁਤ ਫਰਕ ਪੈਂਦਾ ਹੋਣਾ ਜ਼ਰੂਰ, ਯੂ ਨੋ ਸ਼ਾਇਦ ਅਰਬੀ ਫਾਰਸੀ ਨਾਲ ਥੋੜੇ ਬਹੁਤ ਫੈਮਿਲੀਅਰ ਹੋਵਣ, ਕਿਉਂਕਿ 800-900 ਸਾਲ ਤੋਂ ਮੁਸਲਿਮ ਰੂਲ ਰਿਹਾ ਹੈ ਬੰਗਾਲ 'ਚ। ਬੰਗਾਲ ਦਾ ਰੂਲ ਬੜਾ ਪੁਰਾਣਾ ਹੈ, you know, it's an old rule in Bengal for a long time, which is in this part of fascinating history है। देखो कितने कितने महाराज गए, कितने कितने दूर दूर कितने कितने दर्शन किए हैं संगतां ने। ਵੀਰ ਜੀ ਇੱਕ ਹੋਰ ਜ਼ਹਿਨ ਦੇ ਵਿੱਚ ਕੁਐਸਚਨ ਆ ਰਿਹਾ ਸੀ, ਜਦੋਂ ਤੁਸੀਂ ਗੁਰੂ ਸਾਹਿਬ ਦਾ ਦੱਸਦੇ ਪਏ ਸੀ ਅਬਾਊਟ ਜਦੋਂ ਉਹ ਕਰਦੇ ਸਨ, ਤਪ ਕਰਦੇ ਸਨ। ਸੋ ਵੈਨ ਵੀ ਟਾਕ ਅਬਾਊਟ ਤਪ, ਤੇ ਜਦੋਂ ਅਸੀਂ ਹੁਣ ਜਿਵੇਂ ਪਾਠ ਕਰਨੇ ਆ, is there mention or is there any conceptualization ਕਿ ਜਿਹੜਾ ਗੁਰੂ ਸਾਹਿਬ ਦਾ ਤਪ, ਉਹਨਾਂ ਦੇ ਵਾਸਤੇ specifically a word use ਕੀਤਾ ਜਾਂਦਾ, is that a different form of taking or is there name involved ਕਿ ਕਿਸ ਤਰ੍ਹਾਂ ਦਾ ਕੋਈ ਪਾਰਟਿਕੂਲਰ ਨਹੀਂ ਮਿਲਦਾ। ਔਰ ਇਸ ਤਰ੍ਹਾਂ ਦਾ ਤਪ ਨਹੀਂ ਸੀ ਉਹਨਾਂ ਦਾ ਕਿ ਉਹ ਅੰਦਰ ਗਏ ਤੇ ਫਿਰ 20 ਸਾਲ ਬਾਹਰ ਨਹੀਂ ਆਏ। It was not like that at all. It was that he was totally involved with the Nirgun form of God. It's not like he went to his pora, I didn't come out for 20 days or something. He used to eat every day. He used to come out and Santan Darshan bhi dene unhone, sab kuch karna unhone, everything used to go on. But वो deep meditative state with some internal. और कहना मुश्किल है भी क्यों मेरे हिसाब नाल, क्योंकि उस महान आत्मा ਨੂੰ जन्म देना उन्होंने, वो फिर लग्या टाइम ना बड़ा, it's not a small thing, you know। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਨਮ ਕੋਈ ਛੋਟੀ ਮੋਟੀ ਗੱਲ ਨਹੀਂ। ਭੀਖਣ ਸ਼ਾਹ ਦੀ ਰਾਈਟਰ ਪੜ੍ਹ ਕੇ ਦੇਖੋ ਵੀਰ ਜੀ, ਤੁਹਾਨੂੰ ਪਤਾ ਲੱਗੇਗਾ ਵੀ ਜਦੋਂ ਕੀ ਹੋਇਆ, ਉਹਨੂੰ ਤੇ ਪਤਾ ਲੱਗ ਗਿਆ ਨਾ ਕਿ ਇਸ ਤੋਂ ਵਿੱਚ ਕੋਈ ਵੱਡੀ ਆਤਮਾ ਪੈਦਾ ਹੋਈ ਹੈ। 33 ਸਾਲ ਮੈਰਿਜ ਦੇ 33 ਇਅਰਸ ਤੋਂ ਬਾਅਦ ਉਹਨਾਂ ਦਾ ਜਨਮ ਹੋਇਆ, ਔਰ ਕਿਸ ਸਰਕਮਸਟੈਂਸਸ ਹੋਇਆ ਜਨਮ ਉਹਨਾਂ ਦਾ, ਕਿੱਥੇ ਹੋਇਆ ਜਨਮ ਉਹਨੇ। ਉਹ ਜਿਹਾ ਤਪ ਨਹੀਂ ਸੀ ਜਿਹੜਾ ਰਾਵਣ ਵਾਲਾ ਤਪ, ਯੂ ਨੋ, ਕਿ ਉਹ ਇੱਕ ਜਗ੍ਹਾ ਬੈਠ ਗਿਆ ਤੇ ਉਹ ਫਿਰ ਉਹ ਅੱਖਾਂ ਮੂੰਹ ਲਿੱਤੀਆਂ ਤੇ ਫਿਰ 100 ਸਾਲ 50 ਸਾਲ ਲੱਗਿਆ ਰਿਹਾ। ਉਹ ਜਿਹਾ ਤਪ ਨਹੀਂ ਹੈ। ਮੇਬੀ ਆਈ ਸ਼ੁਡ ਹੈਵ ਐਕਸਪਲੇਨਡ ਇਟ ਫਰਦਰ, ਯੂ ਨੋ। ਇਹ ਉਹ ਜਿਹਾ ਤਪ ਹੈ ਕਿ ਤੁਸੀਂ ਆਪਣੀ ਨਿਰਗੁਣ ਫਾਰਮ ਆਫ ਗॉड ਨਾਲ ਇੱਕਮਿਕ ਹੋਏ ਹੋ, ਜਾਂ ਤੁਹਾਡਾ ਧਿਆਨ ਉਸ ਪਾਸੇ ਹੈ ਸਾਰਾ, ਯੂ ਨੋ। ਉਹ ਜ਼ਰੂਰੀ ਸੀ ਉਸ ਵੇਲੇ, ਉਹਨਾਂ ਨੇ ਉਹ ਕਰਨਾ ਸੀ ਉਹ ਵਾਲੇ। he had to reach that point, you know, ਗੁਰੂ ਸ਼ੁਭ ਤੋਂ ਪਹਿਲੇ। ਨਾਲੇ ਉਹਨਾਂ ਨੇ ਫਿਰ ਅਗਲੇ ਗੁਰੂ ਨੂੰ, ਉਸ ਮਹਾਨ ਆਤਮਾ ਨੂੰ ਜਨਮ ਦੇਣਾ ਸੀ। ਜੀ, ਥੈਂਕ ਯੂ। No problem. Any other questions before I move forward? ਜਦੋਂ ਮਹਾਰਾਜ ਪਹੁੰਚਦੇ ਹਨ, ਜਦੋਂ ਵਾਪਸ ਅਨੰਦਪੁਰ ਸਾਹਿਬ ਪਹੁੰਚਦੇ ਹਨ, ਪੁਰਾਣਾ ਨਾਂ ਹਾਲੇ ਅਨੰਦਪੁਰ ਬਣਿਆ ਨਹੀਂ ਹੈ, ਨਾ ਹਾਲੇ ਨਾਂ ਚੱਕ ਨਾਨਕੀ ਹੈ। ਚੱਕ ਨਾਨਕੀ ਜਦੋਂ ਪਹੁੰਚਦੇ ਹਨ ਤੇ ਥੋੜੇ ਦਿਨਾਂ ਬਾਅਦ ਉੱਥੇ ਫਿਰ ਗੁਰੂ ਗੋਬਿੰਦ ਸਿੰਘ ਜੀ ਦੀ ਉਹ ਆਉਂਦੇ ਹਨ, ਛੋਟੇ ਬਾਲਕ ਗੋਬਿੰਦ ਰਾਏ, ਉਹਨਾਂ ਦੇ ਮਾਮਾ ਜੀ ਕਿਰਪਾਲ ਚੰਦ ਹੋਰੀ, ਨਾਲ ਪੂਰੀ ਫੈਮਿਲੀ ਜਿਹੜੀ ਗਈ ਸੀ, ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ, ਉਹਨਾਂ ਦੇ ਆਪਣੀ ਮਦਰ, ਇਹ ਸਾਰੇ ਜਿਹੜੇ ਹਨ ਵਾਪਸ ਪੰਜਾਬ ਪਹੁੰਚ ਜਾਂਦੇ ਹਨ। ਵੀ ਬਿਲੀਵ ਕਿ ਬਾਈ 1671 ਤੱਕ ਪੰਜਾਬ ਵਿੱਚ the family is reunited in Chak Nanki, which was very close to Kiratpur. ਮਹਾਰਾਜ ਦੇਖੋ ਬੜਾ ਵੀ ਸਥਾਨ ਵੀ ਉਹਨਾਂ ਨੇ ਚੂਜ਼ ਕੀਤਾ ਜਿਹੜੇ ਕੀਰਤਪੁਰ ਤੋਂ ਦੂਰ ਨਾ ਹੋਵੇ। ਕੀਰਤਪੁਰ ਸਾਰੀ ਫੈਮਿਲੀ ਸੀ ਉਹਨਾਂ ਦੀ ਆਪਣੀ, ਉਥੋਂ ਵੀ ਦੂਰ ਨਾ ਜਾਣ ਤੇ ਕਰਤਾਰਪੁਰ ਤੋਂ ਦੂਰ ਨਾ ਜਾਣ, ਅੰਮ੍ਰਿਤਸਰ ਤੋਂ ਵੀ ਬਹੁਤ ਨੇੜੇ ਕੋ ਬਹੁਤਾ ਦੂਰ ਨਹੀਂ। ਉਹਨਾਂ ਨੇ ਉਹ ਸਥਾਨ ਉਹਨਾਂ ਨੇ ਫਿਕਸ ਕੀਤਾ। ਉਹਨਾਂ ਨੇ ਇਹਨਾਂ ਦਿਨਾਂ ਵਿੱਚ ਇੰਡੀਆ 'ਚ ਇੱਕ ਹੋਰ ਬੜੀ ਵੱਡੀ ਇਸ਼ੂ ਆਇਆ ਕਿ 1672 ਵਿੱਚ there's a big incident that took place in India. Does anybody know what that incident is? Historically, Sikhism ਨਾਲ relationship ਨਹੀਂ ਹੈ ਕੋਈ, ਪਰ Indian history ਨਾਲ ਜ਼ਰੂਰ ਹੈ। Anybody take a wild guess? There is a big challenge that was imposed to the Mughal Empire. Huge challenge that came, you know. ਪਹਿਲੀ ਵਾਰੀ ਕੋਈ serious challenge ਕਿਸੇ ਨੇ Mughal Empire ਨੂੰ challenge ਕੀਤਾ, which the Mughals were very worried, including Aurangzeb. Ultimately, they overcame, but initially the conditions were not very good, you know. Does anybody does anybody know what that is? Anybody take a wild guess? ਮਰਾਠੇ ਹੋ ਸਕਦੇ ਨੇ ਜੀ? ਨਹੀਂ, ਮਰਾਠੇ ਨਹੀਂ ਸਨ। ਮਰਾਠੇ ਦਾ ਥੋੜਾ ਬਹੁਤ ਚੱਲਦਾ। ਮਰਾਠਿਆਂ ਨੂੰ ਕਦੀ ਸੀਰੀਅਸਲੀ ਲਿੱਤਾ ਨਹੀਂ ਉਹਨਾਂ ਨੇ।
ਕਿਉਂਕਿ ਉਹਨਾਂ ਦੀ ਕੋਈ ਆਰਮੀ ਬਹੁਤ ਵੱਡੀ ਨਹੀਂ ਸੀ, ਕੋਈ ਜ਼ਬਰਦਸਤ ਟ੍ਰੇਨਿੰਗ ਨਹੀਂ ਸੀ, ਕੋਈ ਜ਼ਬਰਦਸਤ ਉਂਝ ਨਹੀਂ ਸੀ। ਇਹ ਉਸ ਤੋਂ ਜ਼ਿਆਦਾ ਵੱਡੀ ਚੈਲੰਜ ਸੀ। ਹਾਂਜੀ ਨਹੀਂ, I'll spill the beans। ਹਾਂਜੀ ਇੰਦਰਜੀਤ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਬ੍ਰਿਟਿਸ਼ ਨਾਲ ਕੋਈ ਰਿਲੇਟਡ ਹੋਇਆ ਸੀ ਇਨਸੀਡੈਂਟ? ਹਾਂਜੀ ਬ੍ਰਿਟਿਸ਼ ਨਹੀਂ ਬ੍ਰਿਟਿਸ਼ ਬਹੁਤ ਬਾਅਦ ਵਿੱਚ ਆਏ, ਬਹੁਤ ਈਸਟ ਇੰਡੀਆ ਕੰਪਨੀ ਦੀ ਐਸਟੈਬਲਿਸ਼ਮੈਂਟ ਬਹੁਤ ਬਾਅਦ ਚ ਹੋਈ। ਵਿੱਚ ਸਾਊਥ ਦੇ ਨਿਜ਼ਾਮ ਦੇ ਨਾਲ? ਨਹੀਂ, ਉਹ ਵੀ ਨਹੀਂ, ਐਗਜ਼ੈਕਟਲੀ ਦੀ ਆਪੋਜ਼ਿਟ ਨਾਰਥ ਵਿੱਚ ਹੋਇਆ, ਨੀਅਰ ਪੇਸ਼ਾਵਰ। North West, ਸਾਰੀ North West revolt ਵੀਰ ਜੀ। huge revolt in the Northwest। ਸਾਰੀ ਪਠਾਣਾ ਦੀ ਕਮਿਊਨਿਟੀ, ਥੈਂਕ ਯੂ ਬਵਰਾਜ, ਤੇ ਅਫਰੀਦੀ ਕਮਿਊਨਿਟੀ ਜਿਹੜੀ ਹੈ ਸਾਰੀ ਪਠਾਣਾ ਦੀ, ਇਹਨਾਂ ਨੇ 1 ਲੱਖ ਤੋਂ ਉੱਤੇ ਦੀ ਆਰਮੀ ਇਕੱਠੀ ਕਰਕੇ ਤੇ ਕੰਧਾਰ ਤੋਂ ਚੱਲ ਕੇ ਇਹਨਾਂ ਬਿਲੀਵ ਮੀ অর ਨਾਟ, ਮੁਗਲ ਗਵਰਨਮੈਂਟ ਦੀਆਂ ਸਮਝ ਲਓ ਕਿ ਗਰਦਨ ਹੀ ਕੱਟ ਦਿੱਤੀ ਇਹਨਾਂ ਨੇ। ਦੇ ਚੋਕਡ ਆਫ ਦ ਐਮਪਾਇਰਸ ਮੇਨ ਆਰਟਰੀ ਜਿਹੜੀ ਸੀ ਐਮਪਾਇਰ ਦੀ, ਵਿਚ ਵਾਸ ਦੀ ਖਾਈਬਰ ਪਾਸ। ਇਹਨਾਂ ਨੇ ਖਾਈਬਰ ਪਾਸ ਨੂੰ ਚੋਕ ਕਰਕੇ ਦੇ ਟੁਕ ਓਵਰ ਦਾ ਖਾਈਬਰ ਪਾਸ। ਮੈਂ ਤੁਹਾਨੂੰ ਇੱਕ ਦੁਬਾਰਾ ਹਿਸਟਰੀ ਦਾ ਇੱਕ ਲੈਸਨ ਦਿੰਦੇ ਆ ਕਿ ਮੁਗਲ ਐਮਪਾਇਰ ਦੀਆਂ ਹੱਦਾਂ ਜਿਹੜੀਆਂ ਹਨ ਇਹ ਹੁਣ ਦੀਆਂ ਐਮਪਾਇਰ ਜਿਸਾ ਨਹੀਂ ਹਨ, ਇਹ ਬੜੀ ਵੱਡੀ ਐਮਪਾਇਰ ਸੀ which encompassed several countries of modern day countries, the entire India, the entire Bangladesh, parts of eastern Burma, entire Pakistan, entire Afghanistan, little bit part of Tibet, Ladakh, Kashmir ਜਿਹੜਾ ਹੁਣ ਚਾਈਨਾ ਦਾ ਹਿੱਸਾ ਹੈ, little bit of Tajikistan, little bit of Kazakhstan, little northern areas of Iran। ਮੈਂ ਤੁਸੀਂ ਅੰਦਾਜ਼ਾ ਲਗਾਓ ਕਿਤਨੀ ਵੱਡੀ ਇੰਪਾਇਰ ਹੋਣੀ ਹੈ। ਤੇ ਜਸਟ ਤੁਸੀਂ ਜ਼ਹਿਨ ਚ ਲੈ ਕੇ ਆਓ ਇਸ ਨੂੰ। ਹਾਂਜੀ, ਤੇ ਖੁਰਾਸਾਨ ਤੱਕ ਇਹਨਾਂ ਦਾ ਸੀ। ਲੇਕਿਨ ਖੁਰਾਸਾਨ ਤੋਂ ਅਗਰ ਕਿਸੇ ਨੇ ਖੁਰਾਸਾਨ ਤੋਂ ਹਿੰਦੁਸਤਾਨ ਆਉਣਾ ਹੋਵੇ ਤੇ ਉਹ ਸਭ ਤੋਂ ਵੱਡੀ ਜਿਹੜੇ ਇੰਪੋਰਟੈਂਟ ਜਿਹੜਾ ਸੀ ਉਹ ਖਾਈਬਰ ਪਾਸ ਸੀ। ਖਾਈਬਰ ਦੇ ਰਸਤੇ ਵਿੱਚੋਂ ਹੀ ਤੁਸੀਂ ਆ ਸਕਦੇ ਸੀ ਇੰਡੀਆ, ਹੋਰ ਕੋਈ ਤਰੀਕਾ ਨਹੀਂ ਸੀ ਆਉਣ ਦਾ। ਤੇ ਇਹਨਾਂ ਦੀ ਆਰਮੀ ਨੇ ਮੁਗਲਾਂ ਦੀ ਆਰਮੀ ਨੂੰ ਬਹੁਤ ਪਰੇਸ਼ਾਨ ਕੀਤਾ ਤੇ ਕੁਝ ਮਹੀਨਿਆਂ ਤੱਕ ਇਹਨਾਂ ਨੇ ਖਾਈਬਰ ਦੇ ਉੱਤੇ ਪੂਰਾ ਕੰਟਰੋਲ ਇਹਨਾਂ ਦੇ ਆ ਗਿਆ। ਤੇ ਤੁਸੀਂ ਹੈਰਾਨ ਰਹੋਗੇ ਸੁਣ ਕੇ ਕਿ ਇਤਨੇ ਡਰ ਗਏ ਮੁਗਲ ਕਿ ਔਰੰਗਜ਼ੇਬ had to leave Delhi and he himself had to come to Punjab। ਹਸਨ ਅਬਦਾਲ ਉਹ ਘੱਟੋ ਘੱਟ 6 ਮਹੀਨੇ ਸਾਲ ਹਸਨ ਅਬਦਾਲ ਰਿਹਾ ਜਿੱਥੇ ਪੰਜਾ ਸਾਹਿਬ ਗੁਰਦੁਆਰਾ ਹੈ। ਤੇ ਹਸਨ ਅਬਦਾਲ ਦੀ ਇੰਪੋਰਟੈਂਸ ਇਸ ਵਾਸਤੇ ਹੈ ਕਿ ਹਸਨ ਅਬ ਦੇ ਨਾਲ ਅਟਕ ਹੈ ਤੇ ਅਟਕ ਦੇ ਨਾਲ ਰਿਵਰ ਇੰਡਸ ਹੈ। ਰਿਵਰ ਇੰਡਸ ਇਜ਼ the border between Punjab and Pakistan, the northwestern frontier, ਉਸ ਵੇਲੇ ਅਫਗਾਨਿਸਤਾਨ। that was a different province ਸੀ ਇੰਡੀਆ ਦਾ ਉਸ ਵੇਲੇ। ਤੇ ਰਿਵਰ ਇੰਡਸ was the border of that province। ਪੰਜਾਬ ਉੱਤੇ ਖਤਮ ਹੋ ਜਾਂਦਾ ਸੀ ਅਟਕ ਉੱਤੇ। ਇਹ ਆਪ ਹਸਨ ਅਬਦਾਲ ਗਿਆ ਰਿਵੋਲਟ ਨੂੰ ਕੁਐਂਚ ਕਰਨ ਵਾਸਤੇ। ਪਰ ਇਹ ਵੀ ਜ਼ਾਲਮਾਂ ਤੋਂ ਵੱਡਾ ਜ਼ਾਲਮ ਸੀ। ਇਹ ਕਿਹੜਾ ਘੱਟ ਸੀ ਪਠਾਣਾ ਤੋਂ। ਇਹਨੇ ਜਾਣਿਆ ਸਾਰ ਸਿਚੁਏਸ਼ਨ ਚ ਕੰਟਰੋਲ ਨੂੰ ਕੀਤਾ ਤੇ ਫਿਰ ਉਹ ਮਾਰ ਪਾਈ ਪਠਾਣਾ ਨੂੰ ਕਿ ਪਠਾਨ ਵਿਚਾਰੇ ਭੁੱਲੇ ਨਹੀਂ ਬੜੇ ਸਾਲ ਕਿ ਔਰੰਗਜ਼ੇਬ ਦੀ ਮਾਰ ਕੀ ਹੁੰਦੀ ਹੈ। ਇਹਨੇ ਆਪਣੇ ਵੱਡੇ ਜਨਰਲ ਲੈ ਕੇ ਇਹਨੇ ਫਿਰ ਪੂਰਾ ਪਿਸ਼ਾਵਰ ਅੱਗੇ ਜਾ ਕੇ ਇਹਨੇ ਸਾਰਾ ਦੁਬਾਰਾ he conquered back the Khyber Pass। He didn't stop there, he went to Kandahar, he butchered them there also and quelled the rebellion forever। I mean, he is not you couldn't take this guy not seriously। ਤੇ ਜਦੋਂ ਇਹ ਪੰਜਾਬ ਵਿੱਚ ਰਿਹਾ ਤੇ ਇਸਨੇ ਅੰਦਾਜ਼ਾ ਲਗਾਇਆ ਕਿ ਵਾਕਈ ਯਾਰ ਸਿੱਖਾਂ ਦਾ ਬੜਾ ਜ਼ੋਰ ਹੈ ਇੱਥੇ। ਜਦੋਂ ਹਸਨ ਅਬਦਾਲ ਪਤਾ ਲੱਗਿਆ ਕਿ ਇੱਥੇ ਵੀ ਗੁਰਦੁਆਰਾ ਹੈ, ਸਿੱਖਾਂ ਦਾ ਬੜਾ ਜ਼ੋਰ ਹੈ ਇੱਥੇ, ਤੇ ਮਨ ਵਿੱਚ ਇਹਦੀ ਗੱਲ ਆਈ ਕਿ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਮੈਨੂੰ ਰਿਲੀਜ਼ ਨਹੀਂ ਕਰਨਾ ਚਾਹੀਦਾ ਸੀ। I should have killed him। ਤੇ ਇਹਨਾਂ ਦੇ ਮਨ 'ਚ ਇਹ ਵੀ ਗੱਲ ਆਈ ਕਿ ਹੁਣ ਕੋਈ ਨੈਕਸਟ ਕੋਈ ਮੌਕਾ ਮਿਲਿਆ ਤੇ ਛੋੜਾਂਗੇ ਨਹੀਂ ਅਸੀਂ। ਤੇ 1673, 74 ਤੇ 1704, 75 ਤੱਕ, then I'm going to stop after that, so I'm going to continue my discussion next week। ਇਹ ਦੋ ਛੋਟੇ ਟ੍ਰਿਪ ਮਹਾਰਾਜ ਨੇ ਹੋਰ ਲਿੱਤੇ। ਗੁਰੂ ਤੇਗ ਮਾਲਵੇ ਦਾ ਟ੍ਰਿਪ ਲਿੱਤਾ, ਸਦਨ ਪੰਜਾਬ ਦਾ। 2 ਮਾਲਵੇ ਦੇ 16 ਤੋਂ 73, 74 ਦਾ ਮਾਲਵੇ ਦਾ ਟ੍ਰਿਪ ਲਿੱਤਾ, ਫਿਰ 74, 75 ਤੇ ਦੂਸਰਾ ਮਾਲਵੇ ਦਾ ਟ੍ਰਿਪ ਲਿੱਤਾ। ਇਹਨਾਂ ਟ੍ਰਿਪਸ ਵਿੱਚ ਮਹਾਰਾਜ ਨੇ ਬੜੇ ਜਗ੍ਹਾ ਖੂਹ ਖੁਦਵਾਏ, ਮਾਲਵੇ ਵਿੱਚ ਸਕੂਲ ਨਵੇਂ ਖੁਲਵਾਏ, ਗੁਰਦੁਆਰੇ ਨਵੇਂ ਐਸਟੈਬਲਿਸ਼ ਕੀਤੇ, ਧਰਮਸਾਲ ਨਵੇਂ ਐਸਟੈਬਲਿਸ਼ ਕੀਤੇ। ਤੇ ਸਾਰੀ ਖਬਰਾਂ ਔਰੰਗਜ਼ੇਬ ਨੂੰ ਜਾਣਦੀਆਂ ਰਹੀਆਂ ਸਾਰੀਆਂ ਕਿ ਕੀ ਸਭ ਚੱਲਦਾ ਪਿਆ। ਤੇ ਸ਼ਾਹੀ ਫਰਮਾਨ ਵੀ ਜਾਰੀ ਹੋਏ ਕਿ ਇਹਨਾਂ ਤੇ ਨਜ਼ਰ ਰੱਖੋ ਇਹਨਾਂ ਤੇ।
ਤੁਸੀਂ ਬਲੀਵ ਨਹੀਂ ਕਰੋਗੇ ਉਹਨਾਂ ਦਿਨਾਂ ਵਿੱਚ ਬਹੁਤ ਜਾਸੂਸ ਹੁੰਦੇ ਸਨ ਮੁਗਲ ਇੰਪਾਇਰ ਦੇ, ਜਿਹੜੇ ਹਰ ਜਗ੍ਹਾ ਬੈਠੇ ਹੁੰਦੇ ਸਨ, ਹਰ ਜਗ੍ਹਾ ਦੇਖਦੇ ਸਨ ਮਹਾਰਾਜ ਕੀ ਕਰਦੇ ਪਏ ਹਨ, ਕਿਤੇ ਕੀ। ਅਨੰਦਪੁਰ ਸਾਹਿਬ ਵੀ ਬੈਠੇ ਹੁੰਦੇ ਸਨ, ਅਨੰਦਪੁਰ ਸਾਹਿਬ ਵੀ ਜਾਸੂਸ ਹੁੰਦੇ ਸਨ ਉਹਨਾਂ ਦੇ ਆਪਣੇ, ਹਰ ਚੀਜ਼ ਪਤਾ ਲੱਗਦੀ ਰਹਿੰਦੀ ਸੀ। ਤੇ 1674 ਵਿੱਚ 1675 ਵਿੱਚ ਇਹ ਦੋ ਜਦੋਂ ਟ੍ਰਿਪ ਲਿੱਤੇ ਮਾਲਵੇ ਦੇ, ਤੇ ਬਾਏ ਦ ਵੇ ਅਗਰ ਕਿਸੇ ਨੇ ਡਿਟੇਲ ਚਾਹੀਦੀ ਹੋਵੇ ਤੇ ਮਾਲਵੇ ਦੇ ਜਿੱਥੇ ਗਏ ਹਨ ਮਹਾਰਾਜ, ਉੱਥੇ ਸਭ ਜਗ੍ਹਾ ਮਹਾਰਾਜ ਦੇ ਆਪਣੇ ਸਥਾਨ ਹਨ। ਸਾਬੂ ਕੀ ਤਲਵੰਡੀ ਜਿੱਥੇ ਮਹਾਰਾਜ ਨੇ ਬੀੜ ਲਿਖਵਾਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਉੱਥੇ ਵੀ ਉਹ ਵੀ ਚਰਨ ਛੂਹ ਸਥਾਨ ਗੁਰੂ ਤੇਗ ਬਹਾਦਰ ਮਹਾਰਾਜ ਦਾ ਹੈ ਉੱਥੇ, ਜਿੱਥੇ ਮਹਾਰਾਜ ਰਹੇ ਹਨ ਮੰਜੀ ਸਾਹਿਬ ਗੁਰਦੁਆਰੇ, ਜਿੱਥੇ ਸੰਗਤਾਂ ਨੂੰ ਦਰਸ਼ਨ ਕਰਦੇ ਹਨ ਤੇ ਸਿੱਖੀ ਬਾਰੇ ਪ੍ਰੇਰਦੇ ਹਨ ਇਸ ਵਾਸਤੇ। ਤੇ 1675 ਤੋਂ ਬਾਅਦ 1675 ਵਿੱਚ ਅਰਲੀ ਜਦੋਂ ਪਹੁੰਚਦੇ ਹਨ ਤੇ ਉੱਥੇ ਫਿਰ ਮਈ 1675 ਵਿੱਚ ਜਿਹੜਾ ਇੰਪੋਰਟੈਂਟ ਇਨਸੀਡੈਂਟ ਹੋਇਆ ਹੈ, ਜਦੋਂ ਨਵਾਬ ਇਫਤਿਖਾਰ ਖਾਨ ਗਵਰਨਰ ਬਣਿਆ ਕਸ਼ਮੀਰ ਦਾ, ਤੇ ਇਸਨੇ ਉਹ ਇੰਤਹਾ ਚੁੱਕ ਲਿੱਤੀ। ਕਹਿੰਦੇ ਹਨ ਇਤਿਹਾਸ ਲਿਖਿਆ ਹੈ ਕਿ 5000 ਤੋਂ ਜ਼ਿਆਦਾ ਬ੍ਰਾਹਮਣ ਇਸਨੇ ਔਰੰਗਜ਼ੇਬ ਨੇ ਕਤਲ ਕਰਵਾਏ ਪੰਜਾਬ ਵਿੱਚ, ਤੇ ਬ੍ਰਾਹਮਣਾਂ ਨੂੰ ਕੈਦ ਕਰਨਾ ਸ਼ੁਰੂ ਕਰ ਦਿੱਤਾ। ਯੂ ਨੋ why would anybody do that? You know, why did he pick out the Brahmin community? He purposely did that. Hanji, it was done by design. They were the intellectuals of the... That's right. कि अगर ये कन्वर्ट हो गए, अगर प्रीस्टली क्लास इन्हां दी कन्वर्ट हो गई ते फिर अगली क्लास ਨੂੰ ਕਨਵਰਟ ਕਰਨਾ ਈਜ਼ੀ ਹੋਏਗਾ ਬੜਾ। ਸੋ ਇਹ ਉਹਨਾਂ ਦੀ ਸਾਜ਼ਿਸ਼ ਸੀ ਬਹੁਤ ਵੱਡੀ, ਬਹੁਤ ਇੰਤਹਾ ਪੰਜਾਬ 'ਚ ਫੈਲੀ ਹੋਈ ਸੀ, ਬਹੁਤ ਬੁਰਾ ਹਾਲ ਸੀ ਪੰਜਾਬ ਦਾ। ਮਤਲਬ ਕਿ ਤੁਸੀਂ ਕਹਿਣ ਦੇ ਤੁਸੀਂ ਯੂ ਵਿਲ ਨਾਟ ਬੀ ਏਬਲ ਟੂ ਇਮੈਜਿਨ ਕਿਹੜੇ ਤਸੀਹੇ ਪੰਜਾਬੀਆਂ ਨੂੰ ਕਸ਼ਮੀਰ ਵਿੱਚ ਹਰ ਜਗ੍ਹਾ ਦਿੱਤੇ ਜਾ ਰਹੇ ਸਨ। ਤੇ ਇੱਕ ਹੋਰ ਮੈਂ ਚੀਜ਼ ਤੁਹਾਨੂੰ ਸ਼ੇਅਰ ਕਰ ਲਾਂ, I don't know whether you know that. Do you know in the Mughal records which what did they call a gurdwara? Does anybody have a clue though? Mughal record ਵਿੱਚ ਗੁਰਦੁਆਰੇ ਨੂੰ ਕੀ ਕਹਿੰਦੇ ਸਨ? Even though it's not related, but these things intrigue me a lot. I just want to share that. ਸ਼ਾਹੀ ਫਰਮਾਨਾਂ ਵਿੱਚ ਕਈ ਗੁਰਦੁਆਰਿਆਂ ਦਾ ਜ਼ਿਕਰ ਆਇਆ ਹੈ। ਪਟਿਆਲੇ ਵਿੱਚ 2 ਗੁਰਦੁਆਰਿਆਂ ਦਾ ਜ਼ਿਕਰ ਆਇਆ ਹੈ ਜਿਹੜੇ ਗੁਰਦੁਆਰੇ ਉਹਨਾਂ ਨੇ ਢਾਏ ਹਨ ਔਰੰਗਜ਼ੇਬ ਨੇ। ਤੇ ਪਹਿਲੇ ਦੱਸੋ ਹਿੰਦੂ ਮੰਦਿਰਾਂ ਨੂੰ ਕੀ ਕਹਿੰਦੇ ਸਨ? ਮੁਗਲ ਰੈਕੋਰਡ ਵਿੱਚ ਹਿੰਦੂ ਮੰਦਿਰਾਂ ਦਾ ਕੀ ਨਾਂ ਦਿੱਤਾ ਜਾਂਦਾ ਸੀ? Does anybody know that? ਧਰਮਸ਼ਾਲਾ ਨਹੀਂ, ਫਾਰਸੀ ਦਾ ਵਰਡ ਹੈ ਜੀ, ਬੁੱਧ ਪ੍ਰਸਤੀ। ਬੁੱਤ ਪ੍ਰਸਤੀ ਨਹੀਂ ਹੈ, ਬਟ ਬੁੱਤ ਤੋਂ ਸ਼ੁਰੂ ਹੁੰਦਾ ਹੈ। ਬੁੱਤਖਾਨਾ ਹੈ ਹਿੰਦੂਆਂ, ਬੁੱਤਖਾਨਾ। That was the name in the official Mughal records ਵਿੱਚ ਹਿੰਦੂਆਂ ਦੇ ਜਿਹੜੇ ਮੰਦਿਰਾਂ ਦੇ ਨਾਮ ਸਾਰੇ ਬੁੱਤਖਾਨਾ ਤੋਂ ਸ਼ੁਰੂ। ਬੁੱਤਖਾਨਾ ਹੈ ਹਿੰਦੂਆਂ ਜਾਂ ਬੁੱਤਖਾਨਾ ਸਿਰਫ ਜਿੱਥੇ ਬੁੱਤ ਰੱਖੇ ਜਾਣ, ਜਿੱਥੇ ਤੇ ਆਈਡਲ ਵਰਸ਼ਿਪਿੰਗ ਹੋਵੇ, ਉਹ ਬੁੱਤ ਹੈ। ਪਰ ਇਹਨਾਂ ਮੂਰਖਾਂ ਨੂੰ ਦੇਖੋ, ਸਿੱਖਾਂ ਦੇ ਗੁਰਦੁਆਰੇ ਦੇ ਤੋਂ ਮੈਂਸ਼ਨ ਕਰਦੇ ਹਨ, ਜਦੋਂ ਸਿੱਖਾਂ ਦੇ ਗੁਰਦੁਆਰੇ ਦੇ ਨਾਂ ਜਦੋਂ ਮੁਗਲ ਰੈਕੋਰਡ ਜਿਹੜੇ ਆਏ ਉਹ ਵੀ ਬੁੱਤਖਾਨੇ ਤੋਂ ਸ਼ੁਰੂ ਹੁੰਦੇ ਹਨ। ਬੁੱਤਖਾਨਾ ਹੈ ਨਾਨਕ ਪ੍ਰਸਤਾਂ, ਨਾਨਕ ਪੰਥੀਆਂ ਦੇ ਬੁੱਤਖਾਨੇ, ਪਰ ਬੁੱਤਖਾਨਾ ਤੇ ਹੈ ਹੀ ਨਹੀਂ ਸਾਡੇ ਤੇ ਕੋਈ ਆਈਡਲ ਵਰਸ਼ਿਪਿੰਗ ਹੁੰਦੀ ਹੀ ਨਹੀਂ। ਗੁਰਮੀਤ ਸਿੰਘ ਮਹਾਰਾਜ ਨੇ ਜ਼ਫਰਨਾਮੇ ਵਿੱਚ ਲਿਖਿਆ ਔਰੰਗਜ਼ੇਬ ਨੂੰ ਕਿ ਮੈਂ ਬੁੱਤਾਂ ਦਾ ਪੁਜਾਰੀ ਨਹੀਂ ਹਾਂ, ਮੈਂ ਕੋਈ ਪੱਥਰ ਨੂੰ ਪੂਜਣ ਵਾਲਾ ਨਹੀਂ ਹਾਂ, ਮੈਂ ਵੀ ਤੇਰੇ ਜਿਸਾ ਇੱਕ ਪਰਮਾਤਮਾ ਤੇ ਵਿਸ਼ਵਾਸ ਕਰਨ ਵਾਲਾ, ਪਰ ਤੂੰ ਰੱਬ ਦਾ ਬੰਦਾ ਨਹੀਂ ਹੈ। ਤੂੰ ਜੋ ਤੂੰ ਕਰਦਾ ਪਿਆ, ਤੂੰ ਸੋਚ ਰਿਹਾ ਹੈ ਤੂੰ ਰੱਬੀ ਬੰਦਾ ਹੈ, ਤੂੰ ਰੱਬੀ ਨਹੀਂ ਹੈ, ਤੂੰ ਰੱਬ ਤੇਰੇ ਕੋਲ ਵੀ ਨਹੀਂ ਹੈ ਨੇੜੇ ਤੇੜੇ ਕਿਤੇ। ਤੇ ਬੁੱਤ ਖਾਨਾ ਹੈ ਨਾਨਕ ਪ੍ਰਸਤਾਂ ਨਾ ਆਏ ਹਨ ਸ਼ਾਹੀ ਫਰਮਾਨਾਂ ਵਿੱਚ, ਜਿਹੜੇ ਗੁਰਦੁਆਰੇ ਉਸ ਵੇਲੇ ਪੰਜਾਬ 'ਚ ਢਾਏ ਗਏ, ਮਾਲਵੇ ਦੇ ਇਲਾਕੇ ਵਿੱਚ, ਮਾਝੇ ਦੇ ਇਲਾਕੇ ਵਿੱਚ। Somehow, and don't tell me how or why, it's amazing to me ਕਿ ਔਰੰਗਜ਼ੇਬ ਉਸ ਵੇਲੇ ਔਰੰਗਜ਼ੇਬ ਨੇ ਵੀ ਹਰਮੰਦਰ ਸਾਹਿਬ ਨੂੰ ਨਹੀਂ ਢਾਇਆ। ਔਰੰਗਜ਼ੇਬ ਨੇ somehow ਮੁਗਲਾਂ ਨੇ ਨਹੀਂ ਕੁਝ ਕੀਤਾ ਉੱਥੇ ਖਾਸ, until way later on ਜ਼ਾਕਰੀਆ ਖਾਨ ਦੀ ਗਵਰਨਮੈਂਟ ਦੇ ਥੱਲੇ ਸਾਰਾ ਕੁਝ ਹੋਇਆ। ਤੇ ਉਸ ਵੇਲੇ ਔਰੰਗਜ਼ੇਬ ਨਹੀਂ ਸੀ, ਉਸ ਵੇਲੇ ਗਵਰਨਮੈਂਟ ਜਿਹੜੀ ਹੈ ਥੱਲੇ ਚੇਂਜ ਹੋ ਗਈ ਸੀ ਥੱਲੇ। ਉਸ ਵੇਲੇ ਸ਼ਾਹ ਆਲਮ ਦੇ ਟਾਈਮ ਦੀ ਗੱਲ ਮੈਂ ਕਰਦਾ, ਮੈਂ ਲੇਟਰ ਔਨ ਇਨ 1730 30s ਵਿੱਚ ਦੀ ਗੱਲ ਕਰਦਾ ਮੈਂ, 30 ਸਾਲ ਬਾਅਦ ਪਹਿਲੀ ਵਾਰੀ ਮੁਗਲ ਗਵਰਨਮੈਂਟ ਨੇ ਹਰਮੰਦਰ ਸਾਹਿਬ ਦਾ ਨੁਕਸਾਨ ਜਿਹੜਾ ਪਹੁੰਚਾਇਆ ਜਾ ਕੇ। ਉਸ ਤੱਕ ਕੋਈ ਹਰਮੰਦਰ ਸਾਹਿਬ ਨੂੰ ਨੁਕਸਾਨ ਪਹੁੰਚਣ ਦੀ ਖਬਰ ਮੈਂ ਨਹੀਂ ਕਿਧਰੇ ਪੜ੍ਹੀ, ਕਿਧਰੇ ਜਾਂ ਔਰੰਗਜ਼ੇਬ ਨੇ ਕਿਧਰੇ ਕੋਈ ਅਟੈਂਪਟ ਕੀਤੀ ਹੋਵੇ ਉੱਥੇ ਕਿਧਰੇ। ਐਂਡ ਵਨ ਆਫ ਦ ਰੀਜ਼ਨਸ ਪੀਪਲ ਗਿਵ ਦੋ ਫॉर दैट because he knew ਕਿ ਜਿਹੜੀ ਕਰੰਟ ਐਡਮਿਨਿਸਟ੍ਰੇਸ਼ਨ ਹੈ ਹਰਮੰਦਰ ਸਾਹਿਬ ਦੀ, ਉਹਨਾਂ ਦੀ ਤੇ ਸਿੱਖ ਗੁਰੂਆਂ ਦੀ ਆਪਸ ਬਣਦੀ ਨਹੀਂ ਹੈ। ਦੇ ਆਰ ਔਨ ਦੀ ਆਪੋਜ਼ਿਟ ਸਾਈਡ। ਇਨਫੈਕਟ ਹਸੋੜੀ ਹਰਜੀ ਵਗੈਰਾ ਮਿਹਰਬਾਨ ਇਹ ਸਾਰੇ
ਮੁਗਲ ਗਵਰਨਮੈਂਟ ਦੇ ਹੱਕ ਵਿੱਚ ਸਨ ਸਾਰੇ, ਇਹ ਕਦੀ ਕੁਝ ਨਹੀਂ ਬੋਲਦੇ ਸਨ। ਐਂਡ ਆਈ ਥਿੰਕ ਦੈਟ ਵਾਸ ਅ ਰੀਜ਼ਨ ਹੀ ਲੈਫਟ them alone। ਉਹਨਾਂ ਨੇ ਦੂਸਰੇ ਗੁਰਦੁਆਰੇ ਢਾਏ ਬਟ ਹਰਮੰਦਰ ਸਾਹਿਬ ਤੇ ਕਦੀ ਜ਼ੁਲਮ ਨਹੀਂ ਕੀਤਾ ਉਹਨੇ। I'm going to end my talk here। May 25 1675 May 25 1675 ਵਿੱਚ ਕਸ਼ਮੀਰੀ ਪੰਡਤਾਂ ਦਾ ਅਨੰਦਪੁਰ ਸਾਹਿਬ ਆਣਾ, ਮਟਨ ਤੋਂ, ਮਟਨ ਕਸ਼ਮੀਰ ਵਿੱਚ ਹੁਣ ਵੀ ਹੈ ਜਗ੍ਹਾ, ਦਰਸ਼ਨ ਕਰ ਸਕਦੇ ਹੋ। ਮਟਨ ਗੁਰਦੁਆਰੇ ਵੀ ਹਨ, ਗੁਰੂ ਨਾਨਕ ਸਾਹਿਬ ਦਾ ਚਰਨ ਛੋਹ ਸਥਾਨ ਮਟਨ ਹੈ। ਔਰ ਹੁਣ ਵੀ ਪੰਡਤਾਂ ਦਾ ਬਹੁਤ ਵੱਡਾ ਸਥਾਨ ਹੈ ਜਿੱਥੇ ਹਰ ਜਗ੍ਹਾ ਦੱਸਦੇ ਹਨ ਤੁਹਾਡੇ ਜਨਮ ਪੱਤਰੀਆਂ ਖੋਲ ਕੇ everything they can tell you where you were born and everything। ਮਟਨ ਤੋਂ ਚੱਲ ਕੇ ਇਹ ਜਿਹੜਾ ਹੈ ਕਸ਼ਮੀਰੀ ਪੰਡਤਾਂ ਦਾ ਜਿਹੜਾ ਜੱਥਾ ਜਿਹੜਾ ਹੈ ਇਹ ਅਨੰਦਪੁਰ ਸਾਹਿਬ ਪਹੁੰਚਦਾ ਹੈ ਫਰਿਆਦ ਲੈ ਕੇ ਗੁਰੂ ਨਾਨਕ ਦੇ ਘਰ ਕਿ ਸਾਡੇ ਧਰਮ ਦੀ ਰੱਖਿਆ ਕਰੋ, ਤੁਸੀਂ ਸਾਨੂੰ ਬਚਾਓ, ਤੁਸੀਂ ਸਾਡੀ ਰੱਖਿਆ ਕਰੋ, ਤੇ ਜੇ ਤੁਸੀਂ ਨਹੀਂ ਬਚਾਓਗੇ ਤੇ ਕੌਣ ਬਚਾਏਗਾ ਸਾਨੂੰ। ਤੇ ਮੈਂ ਜਦੋਂ ਅੱਜ ਤੋਂ ਕੋਈ 3-4 ਸਾਲ 3-4 ਮਹੀਨੇ 5 ਮਹੀਨੇ ਪਹਿਲੇ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਦੀ ਗੁਰਪੁਰਬ ਤੇ ਵੀ ਬੋਲਿਆ, ਮੈਂ ਕਿਹਾ ਸੀ ਤਾਂ ਹੁਣ ਵੀ ਕਹਿ ਰਿਹਾ, ਭਾਈ ਸਾਹਿਬ ਭਾਈ ਵੀਰ ਸਿੰਘ ਵੀ ਲਿਖਦੇ ਹਨ ਇਹਦੇ ਉੱਤੇ ਕਿ ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਇਹ 1675 ਦੀ ਗੱਲ ਹੈ, 1675 ਦੀ, 1666 ਦਾ ਜਨਮ ਹੈ, 9 ਸਾਲ ਦੀ ਉਮਰ ਹੋਣੀ ਹੈ, 8 8.5 9 9.25 ਇਸ ਤੋਂ ਉੱਤੇ ਦੀ ਉਮਰ ਨਹੀਂ ਹੋਣੀ, ਲੈਸ ਦੈਨ 10 ਫॉर श्योर, between 8 and 9 ਉਹਨਾਂ ਦੀ ਏਜ ਹੋਣੀ ਹੈ ਉਸ ਵੇਲੇ ਜਦੋਂ ਇਹ ਪੰਡਿਤ ਫਰਿਆਦ ਲੈ ਕੇ ਆਏ। ਤੇ ਜਦੋਂ ਪੰਡਿਤ ਫਰਿਆਦ ਪੜ੍ਹਦੇ ਹਨ ਜਦੋਂ, ਤੇ ਮਹਾਰਾਜ ਦੇ ਨਾਲ ਖੜੇ ਹੋਏ ਹਨ 9 ਸਾਲ ਦੇ ਗੋਬਿੰਦ ਰਾਏ, ਤੇ ਜਦੋਂ ਉਹ ਪੰਡਿਤ ਕਹਿੰਦੇ ਹਨ ਕਿ ਸਵਾ ਮਣ ਜੰਜੂ, ਸਵਾ ਮਣ ਕੋਈ ਛੋਟੀ ਮਣ, ਇੱਕ ਮਣ ਆਈ ਥਿੰਕ 40 ਕਿਲੋਗ੍ਰਾਮਸ ਹੁੰਦਾ ਇਫ ਆਮ ਨਾਟ ਰੋਂਗ, ਤੇ 50 ਕਿਲੋ 50 ਕਿਲੋਗ੍ਰਾਮਸ ਆਫ ਜੰਜੂ ਜੰਜੂ ਦਾ ਵਜਨ ਕੁਝ ਨਹੀਂ ਹੁੰਦਾ ਖਾਸ, ਆਈ ਡੋਨਟ ਨੋ ਹਾਊ ਮਚ, ਇਟ ਪ੍ਰੋਬਬਲੀ ਫਿਊ ਗ੍ਰਾਮਸ ਆਫ weight ਹੋਏਗਾ ਉਹਦਾ। ਤੇ ਕਹਿੰਦੇ ਸਵਾ ਮਣ ਜੰਜੂ ਇੱਕ ਦਿਨ ਚ ਲਾਂਦਾ ਸੀ ਔਰੰਗਜ਼ੇਬ ਕਸ਼ਮੀਰ ਵਿੱਚ। ਇਹ ਹਾਲਤ ਸੀ ਕਸ਼ਮੀਰ ਵਿੱਚ। ਜਿਹੜੀਆਂ ਕਨਵਰਜਨਸ ਹੋਈਆਂ ਬੜੀਆਂ ਬਹੁਤ ਤੇਜ਼ੀ ਨਾਲ ਕਨਵਰਜਨਸ ਹੋਈਆਂ ਕਸ਼ਮੀਰ ਵਿੱਚ, ਤੇ ਮਹਾਰਾਜ ਫਰਿਆਦ ਲੈ ਕੇ ਪਹੁੰਚਦੇ ਹਨ। ਤੇ ਦੇਖੋ ਯੰਗ ਗੋਬਿੰਦ ਰਾਏ ਛੋਟੇ ਹਨ 9 ਸਾਲ ਦੇ, ਤੇ ਹਿਸਟੋਰੀਅਨ ਮੈਂ ਪਹਿਲੇ ਵੀ ਕੀਤਾ ਸੀ, ਮੈਂ ਹੁਣ ਵੀ ਕਹਿ ਰਿਹਾ, ਇੱਕ 9 ਸਾਲ ਦੇ ਗੁਰੂ ਨਾਨਕ ਹਨ ਤਲਵੰਡੀ, ਸਾਰੇ ਪਰਿਵਾਰ ਦੇ ਸਾਹਮਣੇ ਕਹਿੰਦੇ ਹਨ ਕਿ ਜੰਜੂ ਨਹੀਂ ਪਹਿਨਣਾ ਮੈਂ। ਹਾਂਜੀ, ਆਸਾ ਦੀ ਆਵਾਜ਼ ਬੜਾ ਲੰਬਾ ਸ਼ਲੋਕ ਹੈ ਜੀ ਕਿ ਇੱਕ ਪੈਣ ਨਾਲ ਕਿ ਕੰਨ ਵਿੱਚ ਪਾਏ ਬੰਦਾ, ਨੱਕ ਵਿੱਚ ਅੱਖਾਂ ਚ ਪਾਏ, ਅੱਖਾਂ ਜੰਜੂ ਪਾਏ, ਅਸੀਂ ਨਹੀਂ ਪਹਿਨਣੇ ਜੰਜੂ। ਤੇ ਇੱਕ 9 ਸਾਲ ਦੇ ਗੋਬਿੰਦ ਆਏ ਹਨ, ਕਹਿੰਦੇ ਜੰਜੂ ਅਸੀਂ ਪਹਿਨਣੇ ਨਹੀਂ, ਲੇਕਿਨ ਉਤਰਾਣੇ ਵੀ ਨਹੀਂ ਦੇਣੇ ਅਸੀਂ। ਕੋਈ ਪਹਿਨਣਾ ਚਾਹੇ, ਅਗਰ ਕੋਈ ਪਾਣਾ ਚਾਹੇ ਜੰਜੂ, ਉਹ ਜ਼ਬਰਦਸਤੀ ਉਤਰਵਾਣੇ ਵੀ ਨਹੀਂ ਦੇਣੇ, ਅਸੀਂ ਨਹੀਂ ਪਾਣਨੇ। ਅਸੀਂ ਤਾਂ ਹੀ ਵਿਚਿਤ ਨਾਟਕ ਵਰਡ ਆਏ ਤਿਲਕ ਜੰਦੂ ਰਾਖਾ ਪ੍ਰਭਤਾ ਕਾ ਕਿ ਉਹ ਕਲੂ ਮੈਂ ਸਾਕਾ। ਇਹ ਵਿਚਿਤ ਨਾਟਕ ਦੀ ਗੱਲ ਰਿਕਾਰਡਡ ਹੈ ਸਾਰੀ। ਹਾਂਜੀ, ਤਿਲਕ ਜੰਜੂ ਵਾਸਤੇ ਕੀਤਾ ਉਹਨਾਂ ਨੇ, ਤਿਲਕ ਜੰਜੂ ਆਪ ਨਹੀਂ ਪਾਏ ਉਹਨਾਂ ਨੇ, ਸਾਨੂੰ ਮਨਾਈ ਹੈ ਪਾਣ ਦੀ ਜੰਜੂ। ਲੇਕਿਨ ਇਸ ਤੋਂ ਵੱਡੀ ਕੋਈ ਹੈ ਹਿਊਮਨ ਰਾਈਟ ਦੀ ਸਟਰਗਲ ਵੱਡੀ ਕਿ ਕਿਸੇ ਹੋਰ ਨੂੰ ਪਾਣ ਨੂੰ ਤੁਸੀਂ ਵਰਜਿਆ ਤੇ ਅਸੀਂ ਤਲਵਾਰਾਂ ਕੱਢ ਲਾਂਗੇ ਆਪਣੀਆਂ, ਤੇ ਅਸੀਂ ਆਪਣੀਆਂ ਜਾਨਾਂ ਦੇ ਦਿਆਂਗੇ, ਲੇਕਿਨ ਤੁਹਾਡੇ ਧਰਮ ਦੀ ਰੱਖਿਆ ਕਰਾਂਗੇ ਅਸੀਂ। ਇਹ ਇੱਕ ਮਿਸਾਲ ਦੁਨੀਆ ਛੋੜ ਕਿਧਰੇ ਵੀ ਨਹੀਂ ਹੈ, ਹੋਰ ਕਿਸੇ ਜਗ੍ਹਾ ਵੀ ਨਾ ਹਿਸਟਰੀ ਚ ਪਹਿਲੇ ਹੋਈ ਹੈ ਨਾ ਅੱਗੇ ਹੋਣੀ ਹੈ ਕਿਧਰੇ। ਉੱਥੇ 9 ਸਾਲ ਦੇ ਗੋਬਿੰਦ ਰਾਏ ਖੜੇ ਹੋ ਕੇ ਬੋਲੇ ਉੱਥੇ ਕਿ ਮਹਾਰਾਜ ਪਿਤਾ ਗੁਰੂ ਨੂੰ ਕਿਹਾ ਕਿ ਇਹ ਜੰਜੂ ਅਸੀਂ ਪਹਿਨਣੇ ਨਹੀਂ, ਪਰ ਜੇ ਉਹ ਤੁਰਵਾਉਂਦੇ ਹਨ ਤੇ ਅਸੀਂ ਇਹਨਾਂ ਦੇ ਨਾਲ ਹਾਂ, ਅਸੀਂ ਇਹਨਾਂ ਦੀ ਰੱਖਿਆ ਕਰਾਂਗੇ। ਅਸੀਂ ਇਸ ਇਨਸੀਡੈਂਟ ਦੀ ਇੱਥੋਂ ਅਸੀਂ we will pick it up next time and ਸ਼ਹੀਦੀ ਦੀ ਕਵਰ ਕਰਕੇ and we will end that। so ਇਹ ਗੱਲ ਮਈ 1675 ਦੀ ਹੈ, May 24 1675। ਇੱਥੇ ਪਹਿਲੀ ਵਾਰੀ ਕਿਰਪਾ ਰਾਮ ਹੋਰੀ ਆਏ ਔਰ ਉੱਥੇ ਫਰਿਆਦ ਲੈ ਕੇ ਮਹਾਰਾਜ ਦੇ ਅੱਗੇ ਹਜ਼ੂਰੀ ਵਿੱਚ, ਅਨੰਦਪੁਰ ਸਾਹਿਬ ਮਹਾਰਾਜ ਦੇ ਅੱਗੇ ਹਜ਼ੂਰੀ ਲੈ ਕੇ, ਹਜ਼ੂਰੀ ਚ ਆ ਕੇ ਉੱਥੇ ਉਹਨਾਂ ਨੇ ਫਰਿਆਦ ਹਿੰਦੂ ਧਰਮ ਦੀ ਰੱਖਿਆ ਵਾਸਤੇ ਕੀਤੀ ਹੈ। ਹੁਣ ਇਹ ਮੰਨਣ ਨਾ ਮੰਨਣ, ਹੁਣ ਇਹ ਕ੍ਰੈਡਿਟ ਦੇਣ ਨਾ ਦੇਣ, ਇਹਨਾਂ ਦੀ ਮਰਜ਼ੀ ਹੈ, ਪਰ ਜੋ ਗੱਲ ਇਤਿਹਾਸ ਲਿਖੀ ਹੋਈ ਹੈ ਔਰ ਇਹਨਾਂ ਦੇ ਆਪਣੇ ਧਰਮ ਗ੍ਰੰਥਾਂ ਵਿੱਚ ਮਟਨ ਜਾਓ ਤੇ ਇਹਨਾਂ ਦੇ ਸਾਰੇ ਨਾਂ ਲਿਖੇ ਹੋਏ ਹਨ, ਪੂਰੇ ਡੈਲੀਗੇਸ਼ਨ ਦੇ ਨਾਂ ਹੈ ਮੌਜੂਦ, ਜਿਹੜੀ ਉਸ ਡੈਲੀਗੇਸ਼ਨ ਵਿੱਚ ਕਿਹੜੇ ਕਿਹੜੇ ਪੰਡਿਤ ਕਿਹੜੇ ਕਿਹੜੇ ਬ੍ਰਾਹਮਣ ਆਏ ਹਨ, ਸਭ ਦੇ ਨਾਂ ਆਏ ਹਨ, ਉੱਥੇ ਡੇਟ ਲਿਖੀ ਹੋਈ ਹੈ ਕਦੋਂ ਮੁਲਾਕਾਤ ਹੋਈ ਮਹਾਰਾਜ ਨਾਲ। ਤੇ ਗੋਬਿੰਦ ਰਾਏ ਫਿਰ ਕਹਿੰਦੇ ਹਨ ਮਹਾਰਾਜ ਨੂੰ ਕਿ ਤੁਸੀਂ ਜੇ ਇਹ ਮਹਾਰਾਜ ਤੁਸੀਂ ਇਹ ਐਲਾਨ ਕਹਿ ਦਿਓ ਜੇ ਮੈਨੂੰ ਮੁਸਲਮਾਨ ਬਣਾ ਲਓ ਤੇ ਫਿਰ ਤੁਸੀਂ ਇਹ ਸਾਰੇ ਮੁਸਲਮਾਨ ਬਣ ਜਾਣਗੇ। ਤੇ ਫਿਰ ਅੱਗੋਂ ਫਿਰ ਨਿਕਲਦੇ ਹਨ ਆਪਣਾ ਸੀਸ ਦੇਣ ਵਾਸਤੇ, ਤੇ ਉਹ ਅਲਟੀਮੇਟ ਜਿਹੜੀ
ਇੱਕ ਸੈਕਰੀਫਾਈਸ ਹੈ ਜਿਹੜੀ ਦੂਸਰੇ ਧਰਮ ਦੀ ਰੱਖਿਆ ਵਾਸਤੇ ਨਿਕਲਦੇ ਹਨ। ਹਿੰਦੂ ਧਰਮ ਤਾਂ ਹੀ ਧਰਮ ਦੀ ਚਾਦਰ ਹਿੰਦ ਦੀ ਚਾਦਰ ਕਿਹਾ ਜਾਂਦਾ ਉਹਨਾਂ ਨੂੰ। ਇਹ ਗੱਲ 1675 ਮਈ ਦੀ ਹੈ, May of 1675 ਦੀ ਗੱਲ ਹੈ। And this is where I'm going to stop today. So ਉਹਨਾਂ ਦਾ 400 ਸਾਲਾ ਕਮਲ ਕਦਨ ਹੈ May 1st ਨੂੰ ਹੈ, 1st of May. So ਅੱਜ 18th of May ਹੈ, so 13 ਦਿਨਾਂ ਬਾਅਦ ਹੈ। So it's good to know, ਤੁਸੀਂ ਆਪਣੇ ਗੁਰੂ ਨੂੰ ਜ਼ਿਆਦਾ ਜਾਣੂ ਹੋ, ਆਪਣੇ ਗੁਰੂ ਬਾਰੇ, you know, ਕਿੱਥੇ ਕਿੱਥੇ ਗਏ ਮਹਾਰਾਜ, ਕਿੱਥੇ ਕਿੱਥੇ ਚਰਨ ਛੋਹ ਸਥਾਨ ਉਹਨਾਂ ਦੇ ਕਿੰਨੇ ਦੂਰ ਦੂਰ ਜਗ੍ਹਾ ਤੱਕ ਹੈ, you know, ਉਹਨਾਂ ਦੇ ਸਥਾਨ। ਹਾਂਜੀ, any questions though before I end? Any comments or questions though?